ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ। ਰਹਾ ਸਰਮ ਸੁਰਤ ਦੋਏ ਸਸੁਰ ਭਏ, ਕਰਨੀ ਕਾਮਣ ਕਰ ਮਨ ਲਏ। ਸਾਹਾ ਸੰਜੋਗ ਵਿਆਹ ਵਿਜੋਗ, ਸਚ ਸੰਤਤ ਕਹੁ ਨਾਨਕ ਜੋਗ। ਸਾਹਾ ਸੰਜੋਗ ਵਿਆਹ ਵਿਜੋਗ, ਸਚ ਸੰਤਤ ਕਹੁ ਨਾਨਕ ਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸਤ ਸੰਗਤ ਦੀਆਂ ਘੜੀਆਂ ਦਾ ਸੁਖ ਮਾਣ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਵਿੱਤਰ ਦਰਬਾਰ ਅੰਦਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਮਨ ਇਕਾਗਰ ਕਰੀਏ, ਹਜ਼ੂਰ ਦੇ ਪਵਿੱਤਰ ਉਪਦੇਸ਼ ਨਾਲ ਪਿਆਰ ਸ਼ਰਧਾ ਨਾਲ ਜੁੜੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਆਪ ਦਾ ਸਪਰਸ਼ ਬਖਸ਼ਿਸ਼ ਕਰਦੇ ਹੈ। ਗੇੜੇ ਗੁਰਸਿੱਖ ਹਜ਼ੂਰ ਦੀ ਆਗਿਆ ਮੁਤਾਬਕ ਸ਼ਬਦ ਵਿੱਚ ਇੱਕਮਿਕ ਹੁੰਦੇ ਹਨ। ਮਹਾਰਾਜ ਜੀ ਦੇ ਅੰਤਰਾਤਮੇ ਪ੍ਰਤੱਖ ਦਰਸ਼ਨ ਕਰਕੇ ਉਹ ਗੁਰਮੁਖ ਰੂਹਾਂ ਨਿਹਾਲ ਹੁੰਦੀਆਂ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਗ ਗੌੜੀ ਵਿੱਚ ਹਜ਼ੂਰ ਜੀ ਆਪਣੀ ਪਵਿੱਤਰ ਰਸਨਾ ਤੋਂ ਫਰਮਾਨ ਕਰਦੇ ਹਨ। ਮਾਤਾ ਮਤ ਪਿਤਾ ਸੰਤੋਖ। ਸੱਚੇ ਪਾਤਸ਼ਾਹ ਹਜ਼ੂਰ ਜਦੋਂ ਵੇਈ ਰਾਹੀਂ ਪ੍ਰਵੇਸ਼ ਕਰਕੇ
ਮਹਾਰਾਜ ਸੱਚਖੰਡ ਗਏ ਤੇ ਫਿਰ ਤੀਸਰੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਗਰੀਬ ਨਵਾਜ। ਤੋ ਸਾਧ ਸੰਗਤ ਜੀ, ਜਿਸ ਵਕਤ ਸੱਚੇ ਪਾਤਸ਼ਾਹ ਜੀ ਮਹਾਰਾਜ ਵਈ ਦੇ ਵਿੱਚੋਂ ਪ੍ਰਗਟ ਹੋਏ ਗਰੀਬ ਨਵਾਜ, ਤਾਂ ਮਹਾਰਾਜ ਜੀ ਨੇ ਆਉਂਦਿਆਂ ਹੀ ਜਿੰਨਾ ਮੋਦੀ ਖਾਨਾ ਸੀ ਉਹ ਸਾਰਾ ਸੱਚੇ ਪਾਤਸ਼ਾਹ ਜੀ ਨੇ ਲੁਟਾ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮੋਦੀ ਖਾਨਾ ਲੁਟਾਇਆ ਤੇ ਦੌਲਤ ਖਾਨ ਦੇ ਕੋਲ ਮਹਾਰਾਜ ਜੀ ਦੀ ਸ਼ਿਕਾਇਤ ਹੋਈ। ਜਦੋਂ ਹਿਸਾਬ ਕੀਤਾ ਸਤਿਗੁਰਾਂ ਜੀ ਦੇ ਪੈਸੇ ਨਿਕਲੇ ਤੇ ਮਹਾਰਾਜ ਜੀ ਨੂੰ ਜਦੋਂ ਦੌਲਤ ਖਾਨ ਨੇ ਫਿਰ ਇਹ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਇੰਨੇ ਪੈਸੇ ਨਿਕਲੇ ਹੈ, ਮਹਾਰਾਜ ਨੇ ਕਿਹਾ ਕਿ ਵੀ ਗਰੀਬਾਂ 'ਚ ਹੀ ਵੰਡ ਦਿਓ, ਲੰਗਰ ਲਾ ਦਿਓ। ਸਤਿਗੁਰਾਂ ਜੀ ਨੇ ਉਹ ਲੈਣੋਂ ਇਨਕਾਰ ਕੀਤਾ, ਭਾਵੇਂ ਕਿ ਭਾਈ ਅਜਾਇ ਰਾਮ ਜੀ ਨੂੰ ਨਾਲ ਲੈ ਕਰਕੇ ਮਹਾਰਾਜ ਜੀ ਦੀ ਸੱਚ ਚੰਦੋ ਰਾਣੀ ਨੇ ਕਿਹਾ ਕਿ ਪੈਸੇ ਸਾਨੂੰ ਦੇਣੇ ਚਾਹੀਦੇ ਹੈ। ਤਾਂ ਨਵਾਬ ਨੇ ਇਸ ਸਮੇਂ ਗੁਰੂ ਸਾਹਿਬ ਜੀ ਦੀ ਆਗਿਆ ਨਹੀਂ ਸੀ, ਭਾਵੇਂ ਅੱਧੇ ਪੈਸੇ ਜਿਹੜੇ ਸੀ ਸਤਿਗੁਰਾਂ ਜੀ ਦੇ ਉਹ ਗਰੀਬਾਂ ਵਿੱਚ ਹੀ ਵੰਡ ਦਿੱਤੇ ਤੇ ਅੱਧੇ ਜਿਹੜੇ ਸੀ ਗੁਰੂ ਸਾਹਿਬ ਜੀ ਦੇ ਪੁੱਤਰਾਂ ਨੂੰ ਜਿਹੜੇ ਸੀ ਅੱਗੇ ਦੇਣਾ ਕੀਤੇ। ਜਦੋਂ ਇਉਂ ਮਹਾਰਾਜ ਜੀ ਨੇ ਸਭ ਕੁਝ ਹੀ ਲੁਟਾ ਦਿੱਤਾ ਤੇ ਸਤਿਗੁਰਾਂ ਜੀ ਦੀ ਸੱਸ ਜਿਹੜੀ ਸੀ ਚੰਦੋ ਰਾਣੀ, ਮਹਾਰਾਜ ਜੀ ਦੇ ਸਹੁਰਾ ਸਾਹਿਬ ਭਾਈ ਮੂਲ ਚੰਦ ਜੀ, ਇਹ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਤੇ ਮਹਾਰਾਜ ਜੀ ਨੂੰ ਬਹੁਤ ਚੰਦੋ ਰਾਣੀ ਨੇ ਫਿੱਕੇ ਬੋਲ ਕਹੇ ਤੇ ਇਹ ਸ਼੍ਰੀ ਨਾਨਕ ਪ੍ਰਕਾਸ਼ ਦੇ ਅੰਦਰ ਅੰਕਿਤ ਹਨ। ਸੁਨ ਤੋ ਬੇ ਨਾਨਕ ਕਿਆ ਕੀਤਾ, ਵਧਿਓ ਕੁਟੰਬ ਭਇਓ ਅਤੀਤਾ। ਹੁਣ ਪਰਿਵਾਰ ਇੰਨਾ ਵਧਿਆ ਤੇ ਇਹ ਕੀ ਕੀਤਾ, ਸਭ ਕੁਝ ਹੀ ਲੁਟਾ ਦਿੱਤਾ ਤੇ ਇਹ ਬਰਾਗੀਆਂ ਵਾਲੇ ਕੱਪੜੇ ਪਾ ਲਏ ਹੈ। ਸੱਚੇ ਪਾਤਸ਼ਾਹ ਜੀ ਨੇ ਉੱਥੋਂ ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਕਿ ਉਦਾਸੀ ਦੀ ਰੀਤ ਚਲਾਈ। ਜਿਸ ਵਕਤ ਬਾਬਾ ਕਲਿਆਣ ਚੰਦ ਜੀ ਨੂੰ ਪਤਾ ਲੱਗਾ, ਮਾਤਾ ਜੀ ਨੂੰ ਪਤਾ ਲੱਗਾ, ਉਹ ਵੀ ਚੱਲ ਕਰਕੇ ਸੁਲਤਾਨਪੁਰ ਲੋਧੀ ਆਏ ਤੇ ਸੱਚੇ ਪਾਤਸ਼ਾਹ ਜੀ ਨੂੰ ਸਾਰੇ ਆ ਕਰਕੇ ਬਹੁਤ ਇਹ ਕਹਿਣ ਲੱਗੇ ਕਿ ਠੀਕ ਗੱਲ ਨਹੀਂ, ਤੁਸੀਂ ਪਰਿਵਾਰ ਵਿੱਚ ਰਹੋ। ਸਤਿਗੁਰੂ ਜੀ ਨੂੰ ਚੰਦੋ ਰਾਣੀ ਫਿਰ ਫਿੱਕੇ ਬੋਲ ਬੋਲਦੀ ਹੋਈ ਕਹਿੰਦੀ ਹੈ ਕਿ ਮਾਤਾ ਪਿਤਾ ਦੀ ਵੀ ਸ਼ਰਮ ਨਹੀਂ ਰੱਖੀ, ਸਾਨੂੰ ਵੀ ਬਹੁਤ ਦੁੱਖ ਦਿੱਤਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਕਹੀਆਂ ਤਾਂ ਸਤਿਗੁਰਾਂ ਜੀ ਨੇ ਕਿਹਾ ਕਿ ਅਸੀਂ ਤਾਂ ਹੋਰ ਹੀ ਮਾਤਾ ਪਿਤਾ ਬਣਾ ਲਏ ਹੈ ਤੇ ਹੋਰ ਹੀ ਸੱਸ ਸਹੁਰਾ ਬਣਾ ਲਏ ਹੈ, ਹੋਰ ਹੀ ਵਿਵਾਹ ਕਰ ਲਿਆ ਹੈ। ਉਹ ਬੜੀ ਚੰਦੋ ਰਾਣੀ ਅਸਚਰਜ ਹੋਈ ਤੇ ਮਹਾਰਾਜ ਨੂੰ ਪੁੱਛਦੇ ਆ ਕਿ ਤੁਸੀਂ ਕਿਹੜੇ ਮਾਤਾ ਪਿਤਾ ਬਣਾ ਲਏ, ਕਿਹੜੇ ਸੱਸ ਸਹੁਰਾ ਹੋਰ ਬਣਾ ਲਏ, ਕਿਹੜਾ ਵਿਆਹ ਕਰ ਲਿਆ ਹੈ। ਤੋ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਮਹਾਰਾਜ ਜੀ ਦੱਸਦੇ ਆ ਕਿ ਸਾਡੇ ਮਾਤਾ ਪਿਤਾ ਕੌਣ ਹਨ, ਸਾਡੇ ਸੱਸ ਸਹੁਰਾ ਕੌਣ ਹਨ ਤੇ ਸਾਡੀ ਇਸਤਰੀ ਕਿਹੜੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਆਪਣੇ ਸ਼੍ਰੀ ਕੰਠ ਤੋਂ ਫਰਮਾਉਂਦੇ ਹਨ। ਮਾਤਾ ਮਤ ਪਿਤਾ ਸੰਤੋਖ। ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ ਨਾ, ਮਤ, ਇਹ ਸਤਿਗੁਰੂ ਜੀ ਕਹਿੰਦੇ ਸਾਡੀ ਮਾਤਾ ਹੈ, ਜਿਨੇ ਵਾਸਤਵ ਸਰੂਪ ਨੂੰ ਨਿਸ਼ਚੈ ਕਰ ਲਿਆ ਹੈ ਜਿਸ ਮਤ ਨੇ। ਕਿਉਂਕਿ ਮਤ ਹੀ ਨਿਰਣੇ ਕਰ ਕਰਕੇ ਦੱਸਦੀ ਹੈ ਨਾ, ਤੇ ਮਤ ਹੀ ਇਹ ਨਿਰਣਾ ਕਰੀ ਬੈਠੀ ਹੈ ਕਿ ਤੂੰ ਸਰੀਰ ਹੈ, ਤੂੰ ਬ੍ਰਹਮ ਨਹੀਂ ਹੈ। ਹਜੂਰ ਕਹਿੰਦੇ ਜਿਸ ਆਤਮ ਵਿਸ਼ੈਣੀ ਮਤ ਨਾਲ ਅਸੀਂ ਆਪਣੇ ਬ੍ਰਹਮ ਸਰੂਪ ਨੂੰ ਜਾਣ ਲਿਆ ਨਾ, ਉਹ ਆਤਮ ਵਿਸ਼ੈਣੀ ਜਿਹੜੀ ਮਤ ਹੈ ਉਹ ਸਾਡੀ ਮਾਤਾ ਹੈ। ਤੇ ਪਿਤਾ ਸੰਤੋਖ, ਤੇ ਸੰਤੋਖ ਰੂਪੀ ਸਤਿਗੁਰੂ ਜੀ ਕਹਿੰਦੇ ਸਾਡਾ ਪਿਤਾ ਹੈ। ਸਤ ਭਾਈ ਕਰ ਇਹੋ ਵਿਸੇਖ। ਫਿਰ ਸਾਧ ਸੰਗਤ ਜੀ, ਜਿਹੜਾ ਪਿਤਾ ਦਾ ਭਰਾ ਹੁੰਦਾ ਹੈ ਉਹ ਚਾਚਾ ਹੁੰਦਾ ਹੈ,
ਮਹਾਰਾਜ ਕਹਿੰਦੇ ਜਿਹੜਾ ਸੱਚ ਵਿੱਚ ਨਿਸ਼ਚੇ ਕਰ ਲਿਆ ਨਾ, ਇਹ ਵਿਸ਼ੇਸ਼ ਕਰਕੇ ਅਸੀਂ ਚਾਚਾ ਬਣਾਉਣਾ ਕੀਤਾ ਹੈ। ਤੋ ਮਹਾਰਾਜ ਜੀ ਦੇ ਚਾਚਾ ਜੀ ਸਨ ਬਾਬਾ ਲਾਲੂ ਜੀ। ਮਹਾਰਾਜ ਕਹਿੰਦੇ ਅਸੀਂ ਸਾਰੀਆਂ ਰਿਸ਼ਤੇਦਾਰੀਆਂ ਬਣਾ ਲਈਆਂ ਨੇ, ਜਿਹੜਾ ਸੱਚ ਵਿੱਚ ਨਿਸ਼ਚਾ ਕਰ ਲਿਆ ਇਹ ਮਹਾਰਾਜ ਕਹਿੰਦੇ ਅਸੀਂ ਆਪਣਾ ਚਾਚਾ ਬਣਾਉਣਾ ਕੀਤਾ ਹੈ। ਸਤ ਭਾਈ ਕਰ ਇਹੋ ਵਿਸੇਖ। ਫਿਰ ਸਾਧ ਸੰਗਤ ਜੀ ਭਾਈ ਭਰਾ ਹੁੰਦੇ ਆ। ਮਹਾਰਾਜ ਕਹਿੰਦੇ ਜਿਹੜਾ ਸੱਚ ਬੋਲਣਾ ਹੈ ਨਾ, ਇਹ ਮਹਾਰਾਜ ਕਹਿੰਦੇ ਵਿਸ਼ੇਸ਼ ਕਰਕੇ ਅਸੀਂ ਆਪਣਾ ਭਰਾ ਹੀ ਬਣਾ ਲਿਆ ਹੈ। ਕਿਉਂਕਿ ਭਰਾ ਜਿਹੜੇ ਉਹ ਹਰ ਵੇਲੇ ਸਾਥ ਨਿਭਾਉਂਦੇ ਮੰਨੇ ਜਾਂਦੇ ਆ। ਜੈਸੇ ਰਣ ਮੈਂ ਸਖਾ ਭਰਾਤ, ਇਹ ਵਾਕ ਕਹੇ ਆ। ਹਜੂਰ ਕਹਿੰਦੇ ਸਾਡਾ ਜਿਹੜਾ ਭਰਾ ਹੈ ਨਾ ਸਕਾ, ਉਹ ਸੱਚ ਬੋਲਣਾ ਜਿਹੜਾ ਅਸੀਂ ਧਾਰਨ ਕੀਤਾ ਹੋਇਆ ਨਾ, ਹਰ ਸਮੇਂ ਸੱਚਾ ਬਚਨ ਕਹਿੰਦੇ ਆ, ਇਹ ਮਹਾਰਾਜ ਕਹਿੰਦੇ ਸਾਡਾ ਭਰਾ ਹੈ। ਵਿਸ਼ੇਸ਼ ਕਰਕੇ ਬੜਾ ਹੀ ਸਾਡਾ ਗਾੜਾ ਨਾਤਾ ਏ, ਬੜਾ ਹੀ ਸਾਡਾ ਸਕਾ ਭਰਾ ਏ। ਸੱਚ ਬੋਲਣ ਰੂਪੀ ਭਰਾ ਅਸੀਂ ਬਣਾਉਣਾ ਕੀਤਾ ਏ। ਕਹਿਣਾ ਹੈ ਕਿਛ ਕਹਿਣ ਨਾ ਜਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਕਥਨ ਤਾਂ ਕਰਨਾ ਹੈ ਵਾਹਿਗੁਰੂ ਤੇਰਾ ਜਸ, ਪਰ ਤੇਰਾ ਜਸ ਐਡਾ ਵੱਡਾ ਹੈ ਕਿ ਕੁਛ ਕਥਨ ਕੀਤਾ ਹੀ ਨਹੀਂ ਜਾਂਦਾ। ਭਾਵੇਂ ਕਿ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਮਹਾਰਾਜ ਕਹਿੰਦੇ ਐ ਪਰਮੇਸ਼ਰ ਦਾ ਜਸ ਕਥਨ ਤਾਂ ਕਰਨਾ ਹੈ, ਪਰ ਕਥਨ ਕੀਤਾ ਹੀ ਨਹੀਂ ਜਾਂਦਾ, ਕਿਉਂਕਿ ਆਖਣ ਵਿੱਚ ਨਹੀਂ ਆਉਂਦਾ ਨਾ ਪਰਮੇਸ਼ਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਧਾਂ ਨੇ ਵੀ ਪੁੱਛਿਆ ਸੀ ਨਾ ਕਿ ਮਹਾਰਾਜ ਸਾਨੂੰ ਪਰਮੇਸ਼ਰ ਦੇ ਸਰੂਪ ਦੀ ਬਾਬਤ ਦੱਸੋ, ਤੇ ਹਜੂਰ ਨੇ ਕਿਹਾ ਸੀ ਕਿ ਉਹਦੇ ਸਰੂਪ ਦੀ ਬਾਬਤ ਤਾਂ ਸਿੱਧੋ ਕਥਨ ਹੀ ਨਹੀਂ ਕੀਤਾ ਜਾ ਸਕਦਾ। ਕਹਿੰਦੇ ਮਹਾਰਾਜ ਫਿਰ ਤੁਹਾਨੂੰ ਵੀ ਨਹੀਂ ਪਤਾ ਹੋਣਾ। ਹਜੂਰ ਕਹਿੰਦੇ ਸੀ ਨਹੀਂ, ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਜੇ ਅਸੀਂ ਜਾਣਦੇ ਹਾਂ ਭਾਵੇਂ, ਪਰ ਆਖਾਂਗੇ ਨਹੀਂ, ਕਿਉਂਕਿ ਉਹ ਕਹਿਣ ਵਿੱਚ ਕਥਨ ਵਿੱਚ ਆਉਂਦਾ ਹੀ ਨਹੀਂ। ਜਿਹੜਾ ਇਹ ਕਹੇ ਕਿ ਮੈਂ ਕਥਨ ਕਰ ਸਕਦਾ ਹਾਂ, ਮਹਾਰਾਜ ਨੇ ਕਿਹਾ ਜੇ ਕੋ ਕਹੇ ਪਿੱਛੇ ਪਛਤਾਏ, ਉਹਨੂੰ ਪਿੱਛੋਂ ਪਛਤਾਉਣਾ ਹੀ ਪੈਂਦਾ, ਕਿਉਂਕਿ ਪੂਰਾ ਕਹਿ ਹੀ ਨਹੀਂ ਸਕਦਾ ਹੈ। ਇਸੇ ਪ੍ਰਕਾਰ ਕਹਿਣਾ ਹੈ ਕਿਛ ਕਹਿਣ ਨਾ ਜਾਏ। ਹਜੂਰ ਕਹਿੰਦੇ ਭਾਈ ਕਥਨ ਤਾਂ ਕਰਨ ਵਾਲੇ ਹੋ ਕਰਕੇ ਕਥਨ ਕਰਦੇ ਐ। ਸਤਿਗੁਰੂ ਜੀ ਕਹਿੰਦੇ ਅਸੀਂ ਵੀ ਕਥਨ ਕਰਨਾ ਹੈ ਪਰਮੇਸ਼ਰ ਦਾ ਜਸ ਹੈ। ਵਾਹਿਗੁਰੂ ਤੇਰਾ ਜਸ ਕਥਨ ਕਰਦੇ ਹਾਂ, ਪਰ ਕਥਨ ਨਹੀਂ ਸੰਪੂਰਨ ਕੀਤਾ ਜਾਂਦਾ। ਤੇ ਸਿੱਧਾਂ ਨੇ ਵੀ ਉਦੋਂ ਪੁੱਛਿਆ ਸੀ ਮਹਾਰਾਜ ਕਿਸੇ ਨੇ ਕਥਨ ਕੀਤਾ ਨਹੀਂ ਹੋਣਾ, ਤਾਂ ਨਹੀਂ ਮਹਾਰਾਜ ਕਥਨ ਕੀਤਾ ਗਿਆ ਹੋਣਾ। ਮਹਾਰਾਜ ਨੇ ਕਿਹਾ ਸੀ ਕਥ ਕਥ ਕਥੀ ਕੋਟੀ ਕੋਟ ਕੋਟ। ਪਹਿਲਾਂ ਬੜੇ ਕਥਨ ਕਰਦੇ ਚਲੇ ਗਏ, ਹੁਣ ਕਥਨ ਕਰੀ ਜਾਂਦੇ ਆ, ਤਾਂ ਉਹਦਾ ਅੰਤ ਨਹੀਂ ਆਉਂਦਾ। ਆਉਣ ਵਾਲੇ ਸਮੇਂ 'ਚ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਉਹਦੇ ਨਾਮ ਨੂੰ ਕਥਨ ਕਰੀ ਜਾਣਗੇ, ਉਹ ਬੇਅੰਤ ਵੈ, ਅਨੰਤ ਵੈ। ਫਿਰ ਇਸ ਕਰਕੇ ਹਜੂਰ ਨੇ ਇਹ ਵਾਕ ਕਹੇ ਹੈ ਕਿ ਵਾਹਿਗੁਰੂ ਤੇਰਾ ਜਸ ਅਸੀਂ ਕਥਨ ਕਰਦੇ ਹਾਂ, ਪਰ ਤੂੰ ਕਥਨ ਵਿੱਚ ਨਹੀਂ ਆਉਂਦਾ ਹੈ। ਪਰ ਜਿਹੜਾ ਤੇਰਾ ਜਸ ਨੂੰ ਕਥਨ ਕਰਦਾ ਹੈ, ਉਹ ਨਿਹਾਲ ਹੋ ਜਾਂਦਾ ਹੈ। ਉਹਨੂੰ ਇਹ ਅੰਤਰ ਆਤਮੇ ਸਾਰੇ ਹੀ ਰਿਸ਼ਤੇ ਪ੍ਰਾਪਤ ਹੋ ਜਾਂਦੇ ਹੈ। ਫਿਰ ਪੜੋ ਕਹਿਣਾ ਹੈ ਕਿਛ ਕਹਿਣ ਨਾ ਜਾਏ। ਵਾਹਿਗੁਰੂ ਤੇਰਾ ਜਸ ਕਹਿਣਾ ਹੈ, ਅਸੀਂ ਕਹਿੰਦੇ ਹਾਂ, ਕਥਨ ਕਰਦੇ ਹਾਂ, ਪਰ ਕਿਛ ਵੀ ਤਿਲ ਮਾਤਰ ਥੋੜਾ ਮਾਤਰ ਵੀ ਸਾਥੋਂ ਕਿਹਾ ਨਹੀਂ ਜਾਂਦਾ। ਤਾਂ ਕੁਦਰਤ ਕੀਮਤ ਨਹੀਂ ਪਾਏ। ਤੇਰੀ ਤਾਂ ਕੁਦਰਤ ਜਿਹੜੀ ਸ਼ਕਤੀ ਹੈ, ਉਹਦੀ ਕੀਮਤ ਹੀ ਜਿਹੜੀ ਹੈ ਮਹਾਰਾਜ ਪਾਈ ਨਹੀਂ ਜਾ ਸਕਦੀ। ਤੇ ਤੇਰੇ ਬਾਰੇ ਕੌਣ ਸੰਪੂਰਨ ਕਥਨ ਕਰ ਸਕਦਾ ਹੈ? ਵਾਹਿਗੁਰੂ ਦੀ ਪੈਦਾ ਕੀਤੀ ਹੋਈ ਕੁਦਰਤ ਜਿਹੜੀ ਸ਼ਕਤੀ ਹੈ, ਉਹਦਾ ਹੀ ਸਾਧ ਸੰਗਤ ਜੀ ਅੰਤ ਨਹੀਂ ਪਾਇਆ ਜਾ ਸਕਦਾ। ਕੁਦਰਤ ਸ਼ਕਤੀ ਦੀ ਹੀ ਕੀਮਤ ਨਹੀਂ ਪਾਈ ਜਾ ਸਕਦੀ, ਤੇ ਵਾਹਿਗੁਰੂ ਜੀ ਦਾ ਕਥਨ ਕੌਣ ਕਰ ਸਕਦਾ ਏ? ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਸਰਮ ਸੁਰਤ ਦੋਇ ਸਸੁਰ ਭਏ। ਫਿਰ ਸਤਿਗੁਰੂ ਜੀ ਕਹਿੰਦੇ ਜਿਹੜੀ ਵਕਾਰਾਂ ਵੱਲੋਂ ਸ਼ਰਮ ਧਾਰਨ ਕੀਤੀ ਹੈ ਨਾ, ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਡਾ ਸਹੁਰਾ ਹੈ। ਇਹ ਅਸੀਂ ਸਹੁਰਾ ਬਣਾ ਲਿਆ, ਵਕਾਰਾਂ ਵੱਲੋਂ ਸ਼ਰਮ ਧਾਰਨ ਕਰ ਲਈ। ਤੇ ਜਿਹੜੀ ਮਹਾਰਾਜ ਕਹਿੰਦੇ ਸੁਰਤ ਨਾਮ ਵਾਲੀ ਧਾਰਨ ਕੀਤੀ ਹੈ, ਗਿਆਤ ਹੋ ਗਈ ਹੈ ਸਾਨੂੰ, ਇਹ ਮਹਾਰਾਜ ਕਹਿੰਦੇ ਸੁਰਤ ਜਿਹੜੀ ਹੈ ਨਾ, ਅਸੀਂ ਆਪਣੀ ਸੱਸ ਬਣਾਉਣਾ ਕੀਤੀ ਹੈ। ਸਰਮ ਸੁਰਤ ਦੋਏ ਸਸੁਰ ਭਏ, ਸੱਸ ਤੇ ਸਹੁਰਾ
ਸਸੁਰਾਲ ਸਾਡੇ ਸਹੁਰੇ ਕੀ ਹੈ, ਜਿਹੜੇ ਵਕਾਰਾਂ ਵੱਲੋਂ ਔਗਣਾਂ ਵੱਲੋਂ ਸ਼ਰਮ ਧਾਰਨ ਕਰ ਲਈ ਹੈ ਨਾ, ਮਹਾਰਾਜ ਕਹਿੰਦੇ ਸਾਡਾ ਸਹੁਰਾ ਹੈ ਲੱਜਾ ਧਾਰਨ ਕਰਨੀ, ਲੱਜਾ ਕਰ ਲਈ ਅਸੀਂ, ਸ਼ਰਮ ਕਰ ਲਈ ਹੈ, ਇਹ ਸਾਡਾ ਸਹੁਰਾ ਹੈ। ਜਿਹੜੀ ਸੁਰਤ ਸਾਡੀ ਨਾਮ ਵਿੱਚ ਜੁੜ ਗਈ ਹੈ, ਵਾਹਿਗੁਰੂ ਦੇ ਗਿਆਤ ਵਾਲੀ ਹੋ ਗਈ ਹੈ, ਇਹ ਮਹਾਰਾਜ ਕਹਿੰਦੇ ਭਾਈ ਸਾਡੀ ਸੱਸ ਹੈ, ਸਾਡੇ ਸਸੁਰਾਲ ਹਨ, ਸਾਡੀ ਸੱਸ ਤੇ ਸਹੁਰਾ। ਇਹ ਸਤਿਗੁਰੂ ਜੀ ਵੇਖ ਲਓ ਦੱਸਦੇ ਆ, ਅੰਤਰੀਬ ਨਾਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਹਜੂਰ ਨੂੰ ਉਹ ਦਾਵਾ ਕਰਦੇ ਆ ਨਾ ਕਿ ਭਾਈ ਮੂਲ ਚੰਦ ਜੀ ਕਿ ਮੈਂ ਤੁਹਾਡਾ ਸਹੁਰਾ, ਮੇਰੀ ਗੱਲ ਸੁਣੋ। ਜਿਹੜੀ ਹੈ ਚੰਦੋ ਰਾਣੀ ਕਹਿੰਦੀ ਹੈ ਮੈਂ ਤੁਹਾਡੀ ਸੱਸ ਆ, ਮੇਰੀ ਗੱਲ ਸੁਣੋ। ਮਹਾਰਾਜ ਕਹਿੰਦੇ ਅਸੀਂ ਹੋਰ ਹੀ ਸੱਸ ਸਹੁਰਾ ਬਣਾ ਲਏ, ਤੁਹਾਡੀ ਕਿਉਂ ਗੱਲ ਸੁਣੀ, ਅਸੀਂ ਉਹਨਾਂ ਦੀ ਸੁਣਦੇ। ਤੇ ਉਹ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਔਗਣਾ ਪਾਪਾਂ ਵੱਲੋਂ ਸ਼ਰਮ ਧਾਰਨ ਕੀਤੀ ਹੈ, ਇਹਨੂੰ ਅਸੀਂ ਆਪਣਾ ਸਹੁਰਾ ਬਣਾਉਣਾ ਕੀਤਾ ਹੈ। ਤੇ ਵਾਹਿਗੁਰੂ ਦੇ ਗਿਆਤ ਵਾਲੀ ਜਿਹੜੀ ਸੁਰਤ ਗਿਆਤ ਆ ਗਈ ਹੈ, ਇਹ ਸੁਰਤ ਜਿਹੜੀ ਮਹਾਰਾਜ ਕਹਿੰਦੇ ਅਸੀਂ ਆਪਣੀ ਸੱਸ ਬਣਾਉਣਾ ਕੀਤੀ ਹੈ। ਦੋਏ ਸਸੁਰ ਭਏ, ਇਹ ਸਾਡੇ ਸੱਸ ਤੇ ਸਹੁਰਾ ਹੋਏ ਹਨ। ਕਰਨੀ ਕਾਮਣ ਕਰ ਮਨ ਲਏ, ਜਿਹੜੀ ਸ਼ੁਭ ਕਰਨੀ ਹੈ ਨਾ, ਇਹ ਕਾਮਣ ਸਾਡੀ ਇਸਤਰੀ ਮਹਾਰਾਜ ਕਹਿੰਦੇ ਹੋਈ ਹੈ। ਜਿਹੜੀ ਭਗਤੀ ਰੂਪੀ ਪ੍ਰੇਮਾ ਭਗਤੀ ਰੂਪੀ ਕਰਨੀ ਹੈ ਨਾ, ਇਹ ਮਹਾਰਾਜ ਕਹਿੰਦੇ ਸਾਡੀ ਭਾਈ ਇਸਤਰੀ ਹੋਈ ਹੈ। ਕਰ ਮਨ ਲਏ, ਅਸੀਂ ਕਰਕੇ ਧਾਰਨ ਇਹਨੂੰ ਮਨ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਧਾਰਨ ਕਰ ਲਿਆ ਹੈ। ਮਨ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਅਸੀਂ ਇਹ ਵਿਵਾਹ ਕਰ ਲਿਆ ਹੈ ਆਪਣਾ। ਇਹ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰਮੁਖਾਂ ਦੀ ਸੁਰਤ ਦਾ ਵਿਆਹ ਹੋ ਜਾਂਦਾ ਸੱਚੇ ਪਾਤਸ਼ਾਹ ਜੀ ਦੇ ਨਾਲ, ਜਿਨ੍ਹਾਂ ਨੂੰ ਨਾਮ ਰਸ ਦੀ ਪ੍ਰਾਪਤੀ ਹੋ ਜਾਂਦੀ ਗੁਰੂ ਜੀ ਦੇ ਕੋਲੋਂ। ਇਹ ਉਹਨਾਂ ਦੀ ਰਿਸ਼ਤੇਦਾਰੀਆਂ ਜੁੜ ਜਾਂਦੀਆਂ, ਸੰਸਾਰ ਦੇ ਨਾਤੇ ਉਹਨਾਂ ਦੇ ਟੁੱਟ ਜਾਂਦੇ ਆ। ਇਹ ਸਤਿਗੁਰੂ ਜੀ ਕਹਿੰਦੇ ਅੰਦਰਲਾ ਸੱਚਾ ਨਾਤਾ ਜਿਹੜਾ ਨਾ ਉਹਨਾਂ ਗੁਰਮੁਖਾਂ ਦਾ ਜੁੜਦਾ ਹੈ। ਇਹ ਮਹਾਰਾਜ ਜੀ ਸਾਨੂੰ ਸਾਰੇ ਨਾਤਿਆਂ ਦੇ ਰਾਹੀਂ ਵੀ ਦਿਖਾ ਰਹੇ ਆ ਕਿ ਜਿਹੜੇ ਝੂਠੇ ਨਾਤੇ ਨਾਲ ਨਹੀਂ ਨਿਭਦੇ, ਉਹਨਾਂ ਨੂੰ ਜੀਵ ਜਿਹੜਾ ਹੈ ਸਰੀਰ ਕਰਕੇ ਕਿੰਨਾ ਮੋਹ ਕਰਦਾ, ਸਮਾਜਿਕ ਬੰਧਨਾਂ ਕਰਕੇ ਦਲਦਲ ਵਿੱਚ ਫਸਿਆ ਹੋਇਆ ਨਾਮ ਨਹੀਂ ਜਪਦਾ। ਹਜੂਰ ਕਹਿੰਦੇ ਅੰਦਰ ਨਾਤੇ ਧਾਰਨ ਹੀ ਨਹੀਂ ਕੀਤੇ। ਇਹ ਨਾਤੇ ਆ ਮਹਾਰਾਜ ਕਹਿੰਦੇ ਸਾਡੇ ਜਿਹੜੀ ਸ਼ੁਭ ਕਰਨੀ ਰੂਪੀ ਪ੍ਰੇਮਾ ਭਗਤੀ ਰੂਪੀ ਕਰਨੀ ਹੈ ਨਾ, ਇਹ ਮਹਾਰਾਜ ਕਹਿੰਦੇ ਭਾਈ ਅਸੀਂ ਕਾਮਣ ਇਸਤਰੀ ਜਿਹੜੀ ਹੈ ਨਾ ਉਹ ਬਣਾਉਣਾ ਕੀਤੀ ਹੈ। ਤੇ ਮਨ ਆਪਣਾ ਜਿਹੜਾ ਨਾ ਕਰ ਮਨ ਲਏ, ਮਨ ਨੂੰ ਆਪਣੇ ਹੱਥ ਵਿੱਚ ਕਰ ਲੈਣਾ ਕੀਤਾ, ਪਕੜ ਲੈਣਾ ਕੀਤਾ। ਸਾਹਾ ਸੰਜੋਗ ਵਿਆਹ ਵਿਜੋਗ, ਜਿਹੜਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਗਤ ਵਿੱਚ ਸ਼ਬਦ ਨਾਲ ਸਾਡਾ ਮਿਲਾਪ ਹੋਇਆ ਨਾ, ਇਹ ਸਾਡਾ ਸਾਹਾ ਸੋਧਿਆ ਗਿਆ ਹੈ। ਜਦੋਂ ਸੰਗਤ ਕਰੀਏ ਨਾ ਤੇ ਸਾਧ ਸੰਗਤ ਜੀ ਸੰਗਤ ਵਿੱਚ ਆ ਕਰਕੇ ਕੀ ਹੁੰਦਾ, ਸ਼ਬਦ ਦੇ ਨਾਲ ਸੰਜੋਗ ਪੈਂਦਾ, ਮੇਲ ਪੈਂਦਾ ਹੈ। ਜਦੋਂ ਸ਼ਬਦ ਨਾਲ ਸੰਜੋਗ ਪਵੇ ਫਿਰ ਜਾਣੋ ਇਸ ਵਿਆਹ ਦਾ ਸਾਹਾ ਸੋਧਿਆ ਜਾਣ ਲੱਗ ਪਿਆ, ਦਿਨ ਮਿਥਿਆ ਜਾਣ ਲੱਗ ਪਿਆ। ਸਾਹਾ ਹੁੰਦਾ ਦਿਨ ਦਾ ਮਿਥ ਲੈਣਾ। ਫਿਰ ਉਹ ਦਿਨ ਜਿਸ ਦਿਨ ਬ੍ਰਹਮ ਗਿਆਨ ਸਾਖਿਆਤ ਹੋਣਾ, ਉਹ ਫਿਰ ਦਿਨ ਦੂਰ ਨਹੀਂ ਹੁੰਦਾ ਜਦੋਂ ਸ਼ਬਦ ਨਾਲ ਮੇਲ ਹੋ ਜਾਵੇ, ਸ਼ਬਦ ਨਾਲ ਸੰਜੋਗ ਪੈ ਜਾਵੇ ਨਾ, ਗੰਢ ਪੈ ਜਾਵੇ, ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਹੋਏਗਾ। ਕਿਉਂਕਿ ਸਾਡੇ ਇਹ ਰਵਾਇਤ ਹੈ ਕਿ ਉਹ ਜਦੋਂ ਸਾਹਾ ਸਾਧ ਸੰਗਤ ਜੀ ਬੰਨ੍ਹਦੇ ਆ ਤੇ ਉਹ ਭਾਵੇਂ ਕਿ ਇੱਕ ਧਾਗਾ ਆਦਿਕ ਜਾਂ ਕੋਈ ਇਹੋ ਜਿਹੀਆਂ ਮੌਲੀਆਂ ਆਦਿਕ ਬੰਨ੍ਹ ਦਿੰਦੇ ਆ, ਹੈ ਤਾਂ ਇਹ ਗੁਰਮਤਿ ਨਹੀਂ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਜਿਹੜਾ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓੰਕਾਰੇ ਸ਼ਬਦ ਵੀ ਕਹੇ ਹੈ। ਤੇ ਜਿਹੜਾ ਹੈ ਉਹ ਸਾਹਾ ਸਮਾਂ ਜਿਹੜਾ ਹੈ ਉਹ ਨਿਯਤ ਕੀਤਾ ਜਾਂਦਾ ਹੈ ਕਿ ਇਸ ਦਿਨ ਹੁਣ ਵਿਵਾਹ ਹੋਵੇਗਾ, ਤੇ ਉਹ ਫਿਰ ਉਹਨੂੰ ਸਾਧ ਸੰਗਤ ਜੀ ਕਿਸੇ ਹੋਰ ਕਾਰਜ ਲਈ ਬਾਹਰ ਨਹੀਂ ਜਾਣ ਦਿੰਦੇ। ਕਹਿੰਦੇ ਸਾਹਾ ਵੱਜਿਆ ਹੋਇਆ ਹੈ, ਇਹਦਾ ਦਿਨ ਮਿਥਿਆ ਹੋਇਆ ਵਿਆਹ ਦਾ। ਹਜੂਰ ਕਹਿੰਦੇ ਇਉਂ ਫਿਰ ਉਹਨਾਂ ਦੀ ਜਿਹੜੀ ਬਿਰਤੀ ਹੈ ਨਾ ਕਿਧਰੇ ਹੋਰ ਬਾਹਰ ਜਾਂਦੀ ਨਹੀਂ, ਜਦੋਂ ਸ਼ਬਦ ਰੂਪੀ ਸਾਹੇ ਵਿੱਚ ਵੱਜ ਜਾਂਦੇ। ਜਦੋਂ ਸ਼ਬਦ ਰੂਪੀ ਸੰਜੋਗ ਹੁੰਦਾ ਹੈ ਨਾ, ਫਿਰ ਜਿਹੜਾ ਨਿਰੰਕਾਰ ਨਾਲ ਵਿਵਾਹ ਹੋਣਾ ਹੁੰਦਾ ਹੈ। ਕਬੀਰ ਜੀ ਨੇ ਵੀ ਕਿਹਾ ਨਾ, ਕਹਿ ਕਬੀਰ ਮੋਹੇ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਕਬੀਰ ਜੀ ਕਹਿੰਦੇ ਮੇਰਾ ਵੀ ਵਿਆਹ ਹੋ ਗਿਆ। ਕਬੀਰ ਜੀ ਤੁਹਾਨੂੰ ਕੌਣ ਵਿਆਹ ਕੇ ਲੈ ਚੱਲਿਆ? ਕਹਿੰਦੇ ਪੁਰਖ ਏਕ ਭਗਵਾਨਾ, ਇੱਕ ਅਕਾਲ ਪੁਰਖ ਜੋ ਵਿਆਪਕ ਹੈ,
ਜੋ ਖੱਟ ਭੰਗਾ ਸੰਪੰਨ ਹੈ, ਉਹ ਨਿਰੰਕਾਰ ਨਾਲ ਮੇਰਾ ਵਿਆਹ ਹੋ ਗਿਆ। ਇਹ ਭਗਤ ਕਬੀਰ ਸਾਹਿਬ ਜੀ ਦੇ ਵੀ ਕਹੇ ਹੋਏ ਵਾਕ ਨੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਸਾਹਾ ਸੰਜੋਗ ਵਿਆਹ ਵਿਜੋਗ। ਮਹਾਰਾਜ ਕਹਿੰਦੇ ਜਿਹੜਾ ਸ਼ਬਦ ਦੇ ਨਾਲ ਸੰਜੋਗ ਪਿਆ ਨਾ ਸਤ ਸੰਗਤ ਵਿੱਚ ਆ ਕਰਕੇ, ਇਹ ਸਾਹਾ ਸੋਧਿਆ ਗਿਆ। ਤੇ ਫਿਰ ਸਤਿਗੁਰੂ ਜੀ ਕਹਿੰਦੇ ਜਿਹੜਾ ਸਾਰੇ ਸੰਸਾਰ ਨਾਲੋਂ ਵਿਯੋਗ ਹੋ ਗਿਆ, ਇਹ ਸਾਡਾ ਬ੍ਰਹਮ ਦੇ ਨਾਲ ਵਿਆਹ ਹੋ ਗਿਆ। ਕਿਉਂਕਿ ਜਦੋਂ ਇਸਤਰੀ ਨੂੰ ਵਿਆਹੁੰਦੇ ਆ ਨਾ, ਉਹਨੇ ਫਿਰ ਆਪਣਾ ਪੇਕਾ ਘਰ ਸਾਰਾ ਹੀ ਛੱਡਣਾ ਹੁੰਦਾ। ਉਹ ਸਭ ਕੁਝ ਪਿੱਛੋਂ ਛੁੱਟਦਾ ਹੈ ਤੇ ਫਿਰ ਅੱਗੇ ਸਹੁਰੇ ਘਰ ਦੇ ਅੰਦਰ ਉਹ ਚਲੀ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਇਹ ਪੇਕਾ ਘਰ ਜਿਹੜਾ ਨਾ ਸੰਸਾਰ ਵੈ, ਤੇ ਸੰਸਾਰਾਕਾਰ ਬਿਰਤੀ ਸਾਰੀ ਛੁੱਟ ਗਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਛੁੱਟ ਗਏ। ਜਿੰਨੇ ਔਗਣ ਵਿਕਾਰ ਸੀ ਉਹ ਸਾਰੇ ਛੁੱਟ ਗਏ। ਇਹਨਾਂ ਦਾ ਜਿਹੜਾ ਵਿਯੋਗ ਹੋਣਾ ਨਾ, ਤੇ ਫਿਰ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਲ ਵਿਵਾਹ ਹੁੰਦਾ ਹੈ, ਵਾਹਿਗੁਰੂ ਦੀ ਸਾਖਿਆਤਤਾ ਹੁੰਦੀ ਹੈ। ਜੇ ਅਸੀਂ ਕਹੀਏ ਕਿ ਔਗਣ ਵੀ ਨਾ ਛੱਡੀਏ, ਵਿਕਾਰ ਵੀ ਨਾ ਛੱਡੀਏ, ਇਹਨਾਂ ਨਾਲੋਂ ਵਿਯੋਗ ਹੀ ਨਾ ਪਾਈਏ, ਬ੍ਰਹਮ ਨਾਲ ਕਿਵੇਂ ਜੁੜ ਜਾਵਾਂਗੇ? ਸਰੀਰ ਨਾਲ ਜੁੜੇ ਹੋਏ ਬ੍ਰਹਮ ਨਾਲ ਕਿਵੇਂ ਜੁੜ ਜਾਵਾਂਗੇ? ਇਹ ਸਾਧ ਸੰਗਤ ਜੀ ਕੀ ਹੈ ਕਿ ਭਾਵੇਂ ਅਸੀਂ ਬਹੁਤ ਵਾਰੀ ਸੁਣਦੇ ਹਾਂ, ਪਰ ਆਪਣੇ ਆਤਮਿਕ ਸਰੂਪ ਨੂੰ ਅਭਿਆਸ ਤੋਂ ਬਿਨਾਂ, ਕਮਾਈ ਤੋਂ ਬਿਨਾਂ ਨਹੀਂ ਜਾਣਿਆ ਜਾਂਦਾ। ਸਰੀਰ ਜਿਹੜਾ ਨਾ, ਇਹ ਰਸਾਂ ਵਿੱਚ ਫਸਿਆ ਹੋਇਆ ਹੈ। ਤੇ ਸਭ ਤੋਂ ਅੱਜ ਜ਼ਿਆਦਾ ਵੇਖੀਏ ਤੇ ਕਲਯੁਗ ਦਾ ਭਾਰੀ ਜ਼ੋਰ ਹੋਣ ਕਰਕੇ ਜੀਵਾਂ ਅੰਦਰ ਕਾਮ ਵਾਸ਼ਨਾ ਦਾ ਰਸ ਜ਼ਿਆਦਾ ਹੈ। ਤੇ ਉਹ ਰਸ ਇਹੋ ਜਿਹਾ ਜੀਵ ਨੂੰ ਲੱਗਾ ਹੋਇਆ ਹੈ ਕਿ ਸਰੀਰ ਤੋਂ ਉਥਾਨ ਨਹੀਂ ਹੋ ਪਾਉਂਦਾ ਹੈ। ਤੇ ਇਉਂ ਰਸ ਚਿੰਬੜਿਆ ਹੋਇਆ ਹੈ। ਆਪਣੇ ਆਪ ਨੂੰ ਜਿੰਨਾ ਰਸਾਂ ਦੇ ਅਧੀਨ ਕਰੇਗਾ ਨਾ, ਇਹ ਸਰੀਰ ਜਿਹੜਾ ਫਿਰ ਆਤਮਾ ਦੀ ਛਾਤੀ ਤੇ ਚੜਿਆ ਰਹਿੰਦਾ ਹੈ। ਆਤਮਾ ਅਭਾਵ ਹੋਈ ਰਹਿੰਦੀ ਹੈ ਅੰਦਰੋਂ, ਜਿੰਨੇ ਰਸ ਮਾਣਦਾ ਹੈ ਸਰੀਰ ਕਰਕੇ। ਆਤਮਾ ਨੂੰ ਦਮਨ ਕਰ ਦਿੰਦਾ ਹੈ, ਆਤਮਾ ਦੀ ਆਵਾਜ਼ ਨਹੀਂ ਸੁਣਦਾ। ਤੇ ਜਿਵੇਂ ਜਿਵੇਂ ਸ਼ਬਦ ਨਾਲ ਜੁੜਦਾ ਹੈ, ਜਿਵੇਂ ਜਿਵੇਂ ਕਮਾਈ ਕਰਦਾ ਹੈ, ਦੇਹ ਮਰਨ ਲੱਗ ਪੈਂਦੀ ਹੈ, ਦੇਹ ਦੇ ਰਸ ਘਟਣ ਲੱਗ ਪੈਂਦੇ ਹੈ, ਆਤਮਾ ਅੰਦਰ ਪ੍ਰਬਲ ਹੋਣ ਲੱਗ ਪੈਂਦੀ ਹੈ। ਗੱਲ ਇਹ ਹੈ, ਜੇ ਆਨੰਦ ਗ੍ਰਸਤ ਦਾ ਹੈ ਕਾਮ ਵਾਸ਼ਨਾ ਕਰਕੇ, ਉਹਨੂੰ ਅੱਜ ਦੇ ਸਮੇਂ ਵਿੱਚ ਬਹੁਤ ਵੱਡਾ ਆਨੰਦ ਤੇ ਸੁੱਖ ਮੰਨਿਆ ਹੋਇਆ ਹੈ। ਪਰ ਜੇ ਸਤਿਗੁਰੂ ਜੀ ਤੋਂ ਆਪਾਂ ਇਹ ਪੁੱਛੀਏ ਤੇ ਗਰੀਬ ਨਵਾਜ ਦੀ ਬਾਣੀ ਕਹਿੰਦੀ ਹੈ ਕਿ ਇੱਕ ਨਿਮਖ ਮਾਤਰ ਉਹ ਸੁੱਖ ਹੈ। ਤੇ ਉਹ ਸੁੱਖ ਇਸ ਤਰ੍ਹਾਂ ਦਾ ਹੈ, ਇਹ ਬੜੇ ਬੜੇ ਵਿਦਵਾਨਾਂ ਨੇ ਇਸ ਦੇ ਉੱਪਰ ਸਾਧ ਸੰਗਤ ਜੀ, ਕਿਉਂਕਿ ਬੋਲਣਾ ਇਹਦੇ ਉੱਤੇ ਬੜਾ ਦੁਸਤਰ ਹੁੰਦਾ ਹੈ, ਬੜਾ ਕਠਿਨ ਹੁੰਦਾ ਹੈ। ਜਿਵੇਂ ਜੀਵ ਨੂੰ ਛਿੱਕ ਆਉਂਦੀ ਹੈ ਨਾ, ਤੇ ਛਿੱਕ ਆਉਣ ਤੋਂ ਬਾਅਦ ਥੋੜਾ ਹਲਕਾ ਮਹਿਸੂਸ ਕਰਦਾ ਹੈ, ਤੇ ਬਸ ਵਾਸ਼ਨਾ ਦਾ ਇੰਨਾ ਕੀ ਆਨੰਦ ਹੈ, ਬਾਅਦ ਵਿੱਚ ਉਹਨੂੰ ਭੁੱਲ ਹੀ ਜਾਂਦਾ ਹੈ। ਜਿਵੇਂ ਕਿਸੇ ਨੇ ਭਾਰ ਚੁੱਕਿਆ ਹੋਵੇ ਤੇ ਉਹ ਚੁੱਕਿਆ ਹੋਇਆ ਭਾਰ ਫਿਰ ਉਤਾਰ ਦੇਵੇ, ਘੜੀ ਪਲ ਲਈ ਉਹਨੂੰ ਲੱਗਦਾ ਹੈ ਕਿ ਮੈਂ ਬੜਾ ਹੌਲਾ ਹੋ ਗਿਆ। ਕਹਿੰਦੇ ਇਉਂ ਹੀ ਕਾਮ ਵਾਸ਼ਨਾ ਨੂੰ ਭੋਗ ਕੇ ਉਹਨੂੰ ਘੜੀ ਪਲ ਲਈ ਲੱਗਦਾ ਹੈ ਕਿ ਬੜਾ ਸੁੱਖ ਮਿਲਿਆ, ਤੇ ਜਦੋਂ ਲੰਘ ਜਾਂਦਾ ਸਮਾਂ ਫਿਰ ਉਹ ਭਾਰ ਵੀ ਭੁੱਲ ਜਾਂਦਾ ਹੈ ਤੇ ਉਹ ਸੁੱਖ ਵੀ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਵਾਸ਼ਨਾ ਜਿਹੜੀ ਭੋਗੀ ਹੋਈ ਜੀਵ ਨੂੰ ਭੁੱਲ ਜਾਂਦੀ ਹੈ, ਉਹ ਸਦਾ ਉਹਦਾ ਸੁੱਖ ਨਹੀਂ ਰਹਿੰਦਾ ਹੈ। ਫਿਰ ਇਸ ਸੁੱਖ ਤੋਂ ਜਿਹੜਾ ਹੈ ਜੀਵ ਛੁੱਟ ਨਹੀਂ ਪਾਉਂਦਾ ਹੈ, ਇਹਦਾ ਹੀ ਹੱਥ ਫੜਿਆ ਹੋਇਆ, ਇਸੇ ਸੁੱਖ ਦਾ ਹੱਥ ਫੜਿਆ ਹੋਇਆ, ਤੇ ਇਹਦੇ ਤੇ ਹੀ ਦੁਨੀਆ ਦਾ ਦਾਰੋ ਮਦਾਰ ਚੱਲੀ ਜਾਂਦਾ। ਪਰ ਇਹਦਾ ਹੱਥ ਛੁੱਟੇ ਕਿਵੇਂ? ਇਹਦਾ ਹੱਥ ਤਾਂ ਛੁੱਟ ਸਕਦਾ ਜੇ ਇਸ ਤੋਂ ਵੱਡਾ ਸੁੱਖ ਮਿਲੇ। ਤੇ ਜੇ ਜਿਸ ਕਰਮ ਵਿੱਚ ਜ਼ਿਆਦਾ ਵੱਡਾ ਸੁੱਖ ਹੋਵੇ ਤਾਂ ਹੀ ਛੋਟਾ ਸਵਾਦ ਛੁੱਟ ਸਕਦਾ ਨਾ। ਜਦੋਂ ਕਈ ਵਾਰ
ਕਿਸੇ ਨੇ ਸਾਧ ਸੰਗਤ ਜੀ ਜ਼ਿਆਦੀ ਮਿੱਠੀ ਚੀਜ਼ ਖਾਧੀ ਹੋਵੇ ਨਾ ਤੇ ਉਹਨੂੰ ਘੱਟ ਮਿੱਠੀ ਚੀਜ਼ ਫਿੱਕੀ ਜਾਪਦੀ ਹੈ। ਇਸੇ ਤਰ੍ਹਾਂ ਜਦੋਂ ਜ਼ਿਆਦਾ ਮਿੱਠਾ ਰਸ ਵਾਹਿਗੁਰੂ ਦੇ ਨਾਮ ਦਾ ਚਖਿਆ, ਫਿਰ ਇਹ ਕਾਮ ਵਾਸ਼ਨਾ ਦਾ ਆਨੰਦ ਫਿੱਕਾ ਲੱਗਣਾ, ਨਹੀਂ ਤੇ ਉਹਨਾਂ ਚਿਰ ਨਹੀਂ ਲੱਗ ਸਕਦਾ। ਫਿਰ ਜਦੋਂ ਸਿਮਰਨ ਦਾ ਦਾਮਨ ਥਾਮ ਲਿਆ, ਵਾਹਿਗੁਰੂ ਜੀ ਦਾ ਦਾਮਨ ਥਾਮ ਲਿਆ, ਤੇ ਫਿਰ ਇਹ ਵਾਸ਼ਨਾ ਦਾ ਹੱਥ ਛੱਡ ਦਿੰਦਾ ਹੈ ਮਨੁੱਖ, ਆਪਣੇ ਆਪ ਹੀ ਛੱਡ ਦਿੰਦਾ ਹੈ। ਫਿਰ ਉਹ ਹੱਥ ਫੜਿਆ ਜਾਂਦਾ ਹੈ ਸਿਮਰਨ ਵਾਲਾ, ਸ਼ਬਦ ਵਾਲਾ, ਤੇ ਫਿਰ ਇਹਨੂੰ ਲੱਗਦਾ ਕਿ ਨਹੀਂ, ਉਹ ਆਨੰਦ ਫਿੱਕਾ ਹੈ, ਆਹ ਆਨੰਦ ਜ਼ਿਆਦਾ ਹੈ, ਸੱਚਾ ਹੈ। ਇਹ ਕਮਾਈ ਤੋਂ ਬਿਨਾ ਨਹੀਂ। ਜੀਵ ਚਾਹੁੰਦਾ ਤਾਂ ਆਨੰਦ ਹੀ ਹੈ, ਪਰ ਕਮਾਈ ਨਹੀਂ ਕਰਦਾ ਤੇ ਸਰੀਰ ਕਰਕੇ ਫਸਿਆ ਰਹਿੰਦਾ ਹੈ ਸਰੀਰਕ ਸੰਬੰਧਾਂ ਦੇ ਅੰਦਰ। ਤੇ ਜਿਹੜੇ ਗ੍ਰਸਤੀ ਹਨ ਨਾ, ਮਾਫ ਕਰਨਾ, ਭਾਵੇਂ ਧਰਮ ਹੈ, ਪਰ ਸਾਧ ਸੰਗਤ ਜੀ ਕਿੰਨੀ ਕਿੰਨੀ ਉਮਰ ਹੋ ਜਾਂਦੀ ਹੈ, ਬੱਚੇ ਵੀ ਪੈਦਾ ਹੋ ਗਏ, ਜਵਾਨ ਹੋ ਗਏ, ਵਿਵਾਹੇ ਗਏ, ਪਰ ਫਿਰ ਵਾਸ਼ਨਾ ਨਹੀਂ ਅੰਦਰੋਂ ਮੁਰਦੀ। ਤੇ ਕਿੰਨੀ ਕਿੰਨੀ ਜਿਹੜਾ ਹੈ ਉਹ ਬਾਰ-ਬਾਰ ਗ੍ਰਸਤ ਵਾਸ਼ਨਾ ਭੋਗੀ ਜਾਂਦੇ ਆ ਤੇ ਕਹਿੰਦੇ ਆ ਗ੍ਰਸਤੀ ਦਾ ਧਰਮ ਹੈ। ਇਹ ਧਰਮ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਧਰਮ ਨਹੀਂ ਗ੍ਰਸਤੀ ਧਰਮ ਕਿਹਾ ਕਿ ਸਰੀਰਕ ਵਾਸ਼ਨਾ ਦੇ ਭੋਗਣ ਨੂੰ ਗ੍ਰਸਤੀ ਧਰਮ ਕਿਹਾ ਹੈ। ਨਹੀਂ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਹੈ ਕਿ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਨਹੀਂ ਤਾਂ ਮਹਾਰਾਜ ਲਿਖ ਦਿੰਦੇ ਕਿ ਭਾਈ ਇਹ ਧਰਮ ਹੀ ਹੈ ਤੇਰਾ, ਹੁਣ ਤੂੰ ਇਹ ਗ੍ਰਸਤੀ ਕਰੀ ਚੱਲ। ਤੇ ਜੀਵਾਂ ਨੇ ਇਹੀ ਸਮਝ ਛੱਡਿਆ ਹੈ ਕਿ ਇਹ ਹੁਣ ਧਰਮ ਹੈ। ਇੱਥੇ ਚਾਹੇ ਕਿ ਇਹ ਵੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਜਿਹੜਾ ਇਹਦਾ ਜ਼ਬਰਦਸਤੀ ਦਮਨ ਕਰਦੇ ਆ ਨਾ ਵਾਸ਼ਨਾ ਦਾ, ਉਹ ਬਹੁਤ ਸਾਰੀਆਂ ਐਸੀਆਂ ਕੁਰੀਤੀਆਂ ਸਮਾਜ ਦੇ ਸਾਹਮਣੇ ਆਉਂਦੀਆਂ ਹਨ। ਫਿਰ ਜਿਹੜਾ ਹੈ ਮਾਫ ਕਰਨਾ, ਜਾਨਵਰਾਂ ਤੱਕ ਨਾਲ ਵੀ ਇਹ ਸੰਬੰਧ ਪੈਦਾ ਕਰਨ ਤੋਂ ਗੁਰੇਜ਼ ਨਹੀਂ ਕਰਦਾ ਮਨੁੱਖ। ਜਦੋਂ ਇਖਲਾਕ ਗਿਰ ਜਾਂਦਾ ਹੈ, ਇਹ ਵਾਸ਼ਨਾ ਅੰਦਰ ਸ਼ੈਤਾਨਪੁਣਾ ਪੈਦਾ ਕਰ ਦਿੰਦੀ ਹੈ। ਜਿਹਨੂੰ ਇਸ ਨੂੰ ਜ਼ਬਰਦਸਤੀ ਦਮਨ ਕੀਤਾ ਨਾ, ਉਹ ਕਈ ਵਾਰੀ ਪਾਗਲ ਵੀ ਹੋਏ ਵੇਖੇ ਜਾਂਦੇ ਆ, ਕਿਉਂਕਿ ਅੰਦਰ ਸਰੀਰ ਦਾ ਰਸ ਛੁੱਟਿਆ ਨਹੀਂ, ਜ਼ਬਰਦਸਤੀ ਇਹਦਾ ਦਮਨ ਕੀਤਾ ਹੈ। ਤੇ ਫਿਰ ਉੱਥੇ ਕੀ ਹੁੰਦਾ ਹੈ, ਜਿਹੜੀਆਂ ਸੂਖਸ਼ਮ ਰੂਹਾਂ ਹਨ ਨਾ, ਇਹ ਸਾਡੇ ਆਲੇ ਦੁਆਲੇ ਵਿਚਰਦੀਆਂ, ਉਹ ਉਹਨੂੰ ਨਹੀਂ ਆ ਕਰਕੇ ਚਿੰਬੜਦੀਆਂ ਜਿਹੜਾ ਸਰੀਰ ਦੀ ਤੇ ਮਨ ਦੀ ਸੁਚਮਤਾ ਸਹਿਤ ਰਹਿੰਦਾ ਹੈ। ਉਹਨੂੰ ਹੀ ਆ ਕਰਕੇ ਇਹ ਵੀ ਮੰਨਿਆ ਗਿਆ ਹੈ ਦਾਰਸ਼ਨਿਕਾਂ ਦਾ ਕਿ ਜਿਹੜਾ ਸਾਧ ਸੰਗਤ ਜੀ ਜਿਹੜਾ ਵਾਸ਼ਨਾ ਨੂੰ ਕਈ ਕਈ ਪ੍ਰਕਿਰਿਆ ਨਾਲ ਭੋਗਦਾ ਹੈ, ਹਸਤ ਮੈਥੁਨ ਆਦਿਕ ਕਰਦੇ ਹੈ, ਉਹਨਾਂ ਨੂੰ ਪ੍ਰੇਤ ਆਤਮਾਵਾਂ ਬਹੁਤ ਜਲਦੀ ਚਿੰਬੜਦੀਆਂ ਨੇ। ਜਿਹਦੇ ਅੰਦਰ ਵਾਸ਼ਨਾ ਹੈ ਭੋਗਣ ਦੀ, ਪਰ ਭੋਗਣ ਨੂੰ ਕੋਈ ਸਮਾਜ ਵਿੱਚ ਵਿਵਸਥਾ ਨਹੀਂ ਮਿਲ ਰਹੀ, ਅੰਦਰ ਵਾਸ਼ਨਾ ਮਰ ਨਹੀਂ ਰਹੀ, ਜ਼ਬਰਦਸਤੀ ਦਮਨ ਕੀਤਾ ਹੋਇਆ ਹੈ, ਤੇ ਉਹਨਾਂ ਦੇ ਅੰਦਰ ਫਿਰ ਸਾਧ ਸੰਗਤ ਜੀ ਇਹੋ ਜਿਹੀਆਂ ਪ੍ਰੇਤ ਆਤਮਾਵਾਂ ਵੀ ਆ ਕਰਕੇ ਉਹਨਾਂ ਨਾਲ ਗ੍ਰਸਤ ਵਿਹਾਰ ਤੱਕ ਕਰ ਦਿੰਦੀਆਂ। ਇਹੋ ਜਿਹੀ ਹਾਲਤ ਬਣ ਜਾਂਦੀ ਹੈ। ਤੇ ਜੀਵ ਦੇ ਮਲੀਨ ਹਿਰਦੇ ਕਰਕੇ ਇਹ ਸਾਰੇ ਕਾਰਨ, ਜਿਹੜੇ ਕਹਿੰਦੇ ਆ ਨਾ ਭੂਤ ਚਿੰਬੜ ਗਿਆ ਹੈ, ਇਹੋ ਜੀਆਂ ਘਟਨਾਵਾਂ ਜ਼ਿਆਦੀਆਂ ਕਾਮ ਵਾਸ਼ਨਾ ਦੇ ਅਧੀਨ ਹੁੰਦੀਆਂ ਹਨ। ਕਿਉਂਕਿ ਇਹੋ ਜੀਆਂ ਬਦਰੂਹਾਂ ਤਾਂ ਬਹੁਤ ਨੇ ਜਿਨ੍ਹਾਂ ਨੂੰ ਸਰੀਰ ਨਹੀਂ ਹੈ, ਇਹਨਾਂ ਵਾਸ਼ਨਾਵਾਂ ਦੇ ਗਲਤ ਕਰਮਾਂ ਦੇ ਕਰਕੇ ਹੀ ਉਹਨਾਂ ਨੂੰ ਸਰੀਰ ਨਹੀਂ ਮਿਲਿਆ, ਪ੍ਰੇਤ ਬਣੇ ਹਨ। ਤੇ ਫਿਰ ਉਹਨਾਂ ਸਰੀਰਾਂ ਨੂੰ ਉਹ ਖੋਜ ਲੈਂਦੇ ਆ ਜਿਨ੍ਹਾਂ ਦੇ ਅੰਦਰ ਹਰ ਵੇਲੇ ਵਾਸ਼ਨਾ ਚੱਲਦੀ ਰਹਿੰਦੀ ਹੈ, ਹਰ ਵੇਲੇ ਕੋਈ ਨਾ ਕੋਈ ਬੁਰਾ ਕਰਮ ਹੀ ਜਿਹੜਾ ਉਹਦਾ ਫੁਰਨੇ ਦੇ ਰੂਪ ਵਿੱਚ ਚੱਲਦਾ ਰਹਿੰਦਾ ਹੈ। ਤੇ ਫਿਰ ਸੁੱਤੇ ਪਿਆ ਜੇ ਸੁਪਨ ਦੇ ਅੰਦਰ ਵਾਸ਼ਨਾ ਭੋਗਦੇ ਆ, ਇਸਤਰੀ ਮਰਦ ਨੂੰ ਬਣਾ ਲੈਂਦੀ ਹੈ ਸੁਪਨੇ ਵਿੱਚ, ਮਰਦ ਇਸਤਰੀ ਬਣਾ ਲੈਂਦਾ ਸੁਪਨੇ ਦੇ ਅੰਦਰ। ਤੇ ਜ਼ਰੂਰੀ ਨਹੀਂ ਕਿ ਸੁਪਨ ਦੇ ਵਿੱਚ ਭੋਗੀ ਆ, ਹੋ ਸਕਦਾ ਕਿ ਕੋਈ ਇਹੋ ਜਿਹੀ ਭੈੜੀ ਰੂਹ ਹੀ ਵਾਸ਼ਨਾ ਨਾਲ ਭੋਗ ਗਈ ਹੋਵੇ। ਤੋ ਇਸ ਕਰਕੇ ਫਿਰ ਉਹਦਾ ਜਤ ਸਤ ਕਾਇਮ ਕਿਵੇਂ ਰਹਿ ਸਕਦਾ ਹੈ? ਮਹਾਰਾਜ ਜੀ ਨੇ ਜਿਹੜਾ ਗ੍ਰਸਤੀ ਕਿਹਾ ਨਾ, ਉਹ ਜਤ ਸਤ ਵਿੱਚ ਪਰਪੱਕ ਗ੍ਰਸਤੀ ਕਿਹਾ। ਇਸੇ ਕਰਕੇ ਜਿਹੜੇ ਪੱਛਮੀ ਦੇਸ਼ਾਂ ਦੇ ਲੋਕ ਹੈ ਨਾ, ਉਹਨਾਂ ਵਿੱਚ ਜਿਹੜੀਆਂ ਉਹ ਨਨਸ ਨਹੀਂ ਹੁੰਦੀਆਂ, ਉਹ ਬ੍ਰਹਮਚਾਰੀ ਹੁੰਦੀਆਂ,
ਪਰ ਜਿੰਨੇ ਜ਼ਿਆਦੇ ਸਾਧ ਸੰਗਤ ਜੀ ਕੇਸ ਉਹਨਾਂ ਨੂੰ ਪ੍ਰੇਤ ਚਿੰਬੜਨ ਦੇ ਆਉਂਦੇ, ਹੋਰ ਕਿਧਰੇ ਨਹੀਂ ਆਉਂਦੇ, ਕਿਉਂਕਿ ਵਾਸ਼ਨਾ ਦਾ ਉਹਨਾਂ ਨੂੰ ਦਮਨ ਕਰਾਉਂਦੇ ਐ। ਸਾਰੀ ਸਾਰੀ ਉਮਰ ਉਹਨਾਂ ਨੂੰ ਬ੍ਰਹਮਚਰਜ ਰਖਾਉਂਦੇ ਐ, ਪਰ ਉਹ ਬ੍ਰਹਮਚਰਜ ਰਹਿੰਦਾ ਨਹੀਂ ਹੈ। ਇਹੋ ਜਿਹੇ ਪ੍ਰੇਤ ਚਿੰਬੜਨ ਦੀਆਂ ਕਹਾਣੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਹਨ। ਇਹ ਮਨੁੱਖ ਦੇ ਅੰਦਰ ਬੜੀ ਪ੍ਰਬਲ ਸ਼ਕਤੀ ਹੈ। ਇਸੇ ਕਰਕੇ ਸਤਿਗੁਰਾਂ ਜੀ ਨੇ ਕਿਹਾ ਕਿ ਗ੍ਰਸਤ ਧਾਰਨ ਕਰਨਾ, ਗ੍ਰਸਤ ਨੂੰ ਧਾਰਨ ਕਰਕੇ ਫਿਰ ਉਹਦੇ ਅੰਦਰ ਸੰਤੋਖੀ ਬਣ ਕਰਕੇ ਰਹਿਣਾ। ਕਿਉਂਕਿ ਜਿਹੜੇ ਪੱਛਮੀ ਡਾਕਟਰ ਹੈ ਨਾ, ਉਹਨਾਂ ਨੇ ਇਹ ਖਿਆਲ ਦਿੱਤਾ ਹੈ ਕਿ ਇਹਦਾ ਦਮਨ ਨਾ ਕਰੋ, ਇਹਨੂੰ ਭੋਗੋ। ਤੇ ਫਿਰ ਕੀ ਹੈ, ਦੋਹਾਂ ਹਾਲਤਾਂ ਦੇ ਅੰਦਰ ਜ਼ਬਰਦਸਤੀ ਦਮਨ ਕੀਤਾ ਵੀ ਸਾਧ ਸੰਗਤ ਜੀ ਕੀ ਹੈ ਕਿ ਮਨੁੱਖ ਨਾਮ ਨਾਲ ਨਹੀਂ ਜੁੜ ਪਾਉਂਦਾ ਆਪਣੇ, ਕਿਉਂਕਿ ਅੰਦਰ ਵਾਸ਼ਨਾ ਦੀ ਚੇਸ਼ਟਾ ਬਣੀ ਰਹਿੰਦੀ ਹੈ। ਤੇ ਜਿਹੜਾ ਭੋਗੀ ਗਿਆ ਤੇ ਉਹ ਤੇ ਫਿਰ ਸਤਿਆਨਾਸ਼ ਹੀ ਮਾਰਿਆ ਗਿਆ। ਉਹਨੇ ਤਾਂ ਆਪਣੀ ਆਤਮਾ ਨੂੰ ਪਹਿਚਾਣਿਆ ਹੀ ਨਹੀਂ, ਸਰੀਰ ਦੇ ਰਸ 'ਚ ਖੁੱਭ ਕੇ ਤੇ ਖਤਮ ਹੋ ਗਿਆ। ਇਹ ਦੋਵਾਂ ਵਿਵਸਥਾ ਵਿੱਚ ਸਾਧ ਸੰਗਤ ਜੀ ਜੀਵ ਜਿਹੜਾ ਗਰਕ ਹੋ ਜਾਂਦਾ ਹੈ, ਜ਼ਬਰਦਸਤੀ ਦਮਨ ਵੀ ਨਹੀਂ ਹੁੰਦਾ, ਤੇ ਜੇ ਇਹਨੂੰ ਭੋਗੀ ਜਾਵੇ ਤੇ ਫਿਰ ਵੀ ਸਾਧ ਸੰਗਤ ਜੀ ਇਹਦਾ ਸਰਵਨਾਸ਼ ਹੀ ਹੋ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਿਚਲਾ ਰਸਤਾ ਦੱਸਿਆ ਕਿ ਤੂੰ ਇਹਦਾ ਦਮਨ ਨਹੀਂ ਕਰ ਪਾਏਗਾ। ਮਹਾਰਾਜ ਫਿਰ ਇਸ ਦਾ ਖਾਤਮਾ ਕਿਵੇਂ ਹੋਵੇਗਾ? ਮਹਾਰਾਜ ਕਹਿੰਦੇ ਇਹਦਾ ਹੱਥ ਛੱਡ ਕੇ ਵੱਡੇ ਨਿਰੰਕਾਰ ਦਾ ਹੱਥ ਫੜ। ਤੂੰ ਹਾਥੀ ਰਸਾਂ ਦਾ ਫੜਿਆ ਹੋਇਆ, ਹਾਥੀ ਵਾਸ਼ਨਾ ਦਾ ਪਕੜਿਆ ਹੋਇਆ, ਤੇ ਸੋਚਦਾ ਕਿ ਕਿਵੇਂ ਜੀਵਾਂਗਾ। ਤੇ ਆਦਤ ਪੈ ਗਈ ਹੈ, ਸਰੀਰ ਨੂੰ ਆਦਤ ਪੈ ਗਈ ਹੈ, ਮਨ ਨੂੰ, ਤੇ ਕਹਿਣ ਨੂੰ ਆਪਣੇ ਦਿਲ ਨੂੰ ਧਰਵਾਸ ਦਿੰਦਾ ਹੈ ਕਿ ਇਹ ਧਰਮ ਹੈ। ਇਹ ਧਰਮ ਨਹੀਂ ਹੈ, ਧਰਮ ਸੰਤੋਖ ਵੈ, ਸਬਰ ਵੈ। ਜਿੰਨਾ ਚਿਰ ਤੇਰੇ ਅੰਦਰ ਸਬਰ ਨਹੀਂ ਆਇਆ, ਸੰਤੋਖ ਨਹੀਂ ਆਇਆ, ਕਿ ਵਾਸ਼ਨਾ ਦੇ ਭੋਗਣ ਕਰਕੇ ਵੇਖ, ਜੇ ਇੰਨੀ ਉਮਰਾਂ ਲੰਘ ਗਈ ਹੈ ਹੁਣ ਤੱਕ ਨਹੀਂ ਰੱਜਿਆ ਤੇ ਮਰਨ ਤੱਕ ਰੱਜ ਜਾਏਗਾ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਹੈ ਕਿ ਹੇਤ ਕੇ ਬੰਧਨ ਤੋੜ ਨਾ ਸਕਹਿ, ਤਾਂ ਜਮ ਕਰੇ ਖੁਆਰੀ ਜੀਓ। ਜਿਨ੍ਹਾਂ ਸ਼ਰੀਰਾਂ ਤੋਂ, ਜਿਨ੍ਹਾਂ ਬੰਧਨਾਂ ਨੂੰ ਤੂੰ ਮੋਹ ਕਰਦਾ, ਜਿੱਥੋਂ ਤੈਨੂੰ ਰਸ ਮਿਲਦਾ, ਜੇ ਉਹਨਾਂ ਨੂੰ ਜਿਉਂਦਿਆਂ ਜੀ ਤੋੜ ਨਹੀਂ ਨਾ ਸਕਦਾ ਤੇ ਜਮ ਖੁਆਰ ਕਰਨਗੇ। ਫਿਰ ਤੋੜਦੇ ਬੰਧਨ ਸ਼ਰੀਰ ਕਰਕੇ, ਭਾਵੇਂ ਬੰਧਨ ਰੱਖੀਦੇ ਐ, ਮਨ ਕਰਕੇ ਇਹ ਬੰਧਨ ਤੋੜ ਦੇ। ਭਾਵੇਂ ਕਿ ਵੇਖ ਲਓ ਸਤਿਗੁਰਾਂ ਜੀ ਨੇ ਸ਼ਰੀਰ ਕਰਕੇ ਸਾਰੇ ਬੰਧਨ ਰੱਖੇ। ਮਹਾਰਾਜ ਜੀ ਨੇ, ਗਰੀਬ ਨਵਾਜ਼ ਸਤਿਗੁਰਾਂ ਜੀ ਤੋਂ ਵੱਧ ਸਫਲ ਗ੍ਰਸਤੀ ਕੌਣ ਹੋ ਸਕਦਾ ਹੈ? ਐਸੇ ਹੀ ਗੁਰਸਿੱਖ ਮਹਾਰਾਜ ਜੀ ਪੈਦਾ ਕੀਤੇ ਐ, ਸ਼ਰੀਰ ਕਰਕੇ ਸਾਰੇ ਬੰਧਨਾਂ ਨੂੰ ਨਿਭਾਉਂਦੇ ਆ। ਇਸਤਰੀ ਦਾ ਵੀ ਧਰਮ ਪੂਰਾ ਪਾਲਦੇ ਆ, ਬੱਚਿਆਂ ਦਾ ਵੀ ਧਰਮ ਪੂਰਾ ਪਾਲਦੇ ਆ, ਪਰ ਆਪਣਾ ਵਿਵਾਹ ਕਿਤੇ ਹੋਰ ਹੀ ਕਰਕੇ ਰੱਖਦੇ ਆ। ਉਹਨਾਂ ਨੇ ਭਗਤੀ ਰੂਪੀ ਇਸਤਰੀ ਬਣਾਈ ਹੋਈ ਹੈ, ਤੇ ਫਿਰ ਭਗਤੀ ਰੂਪੀ ਇਸਤਰੀ ਦੇ ਨਾਲ ਸਾਧ ਸੰਗਤ ਜੀ ਉਹ ਸ਼ਬਦ ਵਿੱਚ ਇੱਕਮਿਕ ਹੁੰਦੇ ਆ, ਮਹਾਰਾਜ ਸਾਹਿਬ ਜੀ ਦੇ ਸ਼ਬਦ ਨਾਲ ਜੁੜਦੇ ਆ। ਇਹ ਸਤਿਗੁਰੂ ਜੀ ਕਹਿੰਦੇ ਜਿਹੜਾ ਸੰਸਾਰ ਨਾਲੋਂ ਵਿਯੋਗ ਹੋ ਗਿਆ ਨਾ, ਇਹ ਸਾਡਾ ਵਿਵਾਹ ਹੋਇਆ ਹੈ। ਤੇ ਜਿਹੜਾ ਸ਼ਬਦ ਦਾ ਸੰਜੋਗ ਹੋਇਆ ਸਤ ਸੰਗਤ ਵਿੱਚ ਆ ਕਰਕੇ, ਇਹ ਮਹਾਰਾਜ ਕਹਿੰਦੇ ਸਾਡਾ ਸਾਹਾ ਕੱਢਿਆ ਗਿਆ ਪਹਿਲਾਂ। ਤੇ ਫਿਰ ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਡਾ ਵਿਆਹ ਹੋ ਗਿਆ। ਗੁਰਸਿੱਖਾਂ ਨੂੰ ਮਹਾਰਾਜ ਜੀ ਸਿੱਖਿਆ ਦਿੰਦੇ ਆ ਕਿ ਇਹ ਵਿਵਾਹ ਕਰਨਾ ਚਾਹੀਦਾ ਹੈ। ਤੇ ਅੱਜ ਵਿਵਾਹ ਨੂੰ ਵੀ ਕੀ ਸਮਝਿਆ ਹੋਇਆ? ਕਾਮ ਵਾਸ਼ਨਾ ਦੇ ਭੋਗਣ ਦਾ ਇੱਕ ਸਾਧ ਸੰਗਤ ਜੀ ਜਰੀਆ ਸਮਝਿਆ ਹੋਇਆ ਬਸ। ਤੇ ਜਿਹੜਾ ਇਹ ਜੀਵ ਆਨੰਦ ਸਮਝਦਾ ਨਾ ਸਾਧ ਸੰਗਤ ਜੀ, ਇਹ ਆਨੰਦ ਜੇ ਸੱਚਾ ਹੋਵੇ ਤਾਂ ਫਿਰ ਸਦਾ ਬਣਿਆ ਰਹੇ। ਇਹ ਆਨੰਦ ਸੱਚਾ ਨਹੀਂ, ਇਸ ਕਰਕੇ ਮਹਾਰਾਜ ਜੀ ਨੇ ਕਿਹਾ ਨਿਮੁਖ ਕਾਮ ਸਵਾਦ ਕਾਰਨ। ਉਹ ਤੇ ਭਾਵੇਂ ਉੱਥੇ ਸਤਿਗੁਰਾਂ ਨੇ ਪਰ ਇਸਤਰੀ ਦੇ ਵਾਕ ਕਹੇ ਐ, ਆਪਣੀ ਧਰਮ ਪਤਨੀ ਨੂੰ ਛੱਡ ਕਰਕੇ ਹੋਰ ਥਾਵਾਂ ਤੇ ਕੁਕਰਮ ਕਰਨੇ, ਕਿਉਂਕਿ ਜਿਹਦੇ ਅੰਦਰ ਵਾਸ਼ਨਾ ਨਹੀਂ ਨਾ ਮਰੀ, ਮਾਫ ਕਰਨਾ ਉਹਨੂੰ ਮੌਕਾ ਨਹੀਂ ਮਿਲਦਾ। ਜੇ ਮੌਕਾ ਮਿਲ ਜੇ ਤੇ ਉਹ ਨਹੀਂ ਵੇਖੇਗਾ ਕਿ ਮੇਰੀ ਧਰਮ ਪਤਨੀ ਹੈ ਜਾਂ ਸੰਸਾਰ ਦਾ ਕੀ ਨਾਤਾ ਹੈ ਜਾਂ ਕੀ ਰਿਸ਼ਤਾ ਹੈ। ਇਹ ਵਿਵਾਹ ਹੈ। ਇਦਾਂ ਤਾਂ ਅਰਾਜਕਤਾ ਫੈਲ ਜਾਵੇਗੀ, ਸਮਾਜ ਦਾ ਢਾਂਚਾ ਹੀ ਗਿਰ ਜਾਵੇਗਾ, ਜਿਸ ਕਰਕੇ ਕਿ ਆਪ ਵੇਖ ਰਹੇ ਹੋ ਗਿਰ ਵੀ ਰਿਹਾ। ਬਹੁਤ ਜ਼ਿਆਦਾ ਬੁਰੀ ਹਾਲਤ ਹੋ ਰਹੀ ਸਮਾਜ ਦੇ ਢਾਂਚੇ ਦੀ। ਸਾਰਾ ਕੁਝ ਇਹ ਤਾਂ ਹੀ ਸਾਧ ਸੰਗਤ ਜੀ ਉਲਟ ਪੁਲਟ ਹੁੰਦਾ ਜਾ ਰਿਹਾ, ਕਿਉਂਕਿ ਜੀਵ ਦੀ ਮਤ ਕਾਮ ਵਾਸ਼ਨਾ ਵਿੱਚ ਮਾਰੀ ਗਈ ਹੈ। ਵਿਵਾਹ ਨੂੰ ਕੇਵਲ ਕਾਮ ਵਾਸ਼ਨਾ ਦੀ ਪੂਰਤੀ ਦਾ ਸਾਧਨ ਮੰਨੀ ਬੈਠਾ ਹੈ। ਤੇ ਫਿਰ ਇਹ
ਬਾਹਰੋਂ ਸਮਾਜਿਕ ਤੌਰ ਤੇ ਸਮਝਦਾ ਬਸ ਇਹੀ ਧਰਮ ਹੈ। ਇਹ ਧਰਮ ਨਹੀਂ ਹੈ। ਸਤਿਗੁਰਾਂ ਜੀ ਨੇ ਕਿਹਾ ਹੈ ਕਿ ਜਿਹੜੀ ਸ਼ਕਤੀ ਤੇਰੇ ਕੋਲੋਂ ਦਬਾਈ ਨਹੀਂ ਜਾਂਦੀ, ਜੇ ਤੂੰ ਗ੍ਰਸਤੀ ਬਣ ਗਿਆ ਹੈ ਇਹਦਾ ਹੱਥ ਛੱਡਣ ਲਈ ਯਤਨ ਕਰ। ਭੋਗਦਿਆਂ ਭੋਗਦਿਆਂ ਜਿਹੜਾ ਹੈ ਤੂੰ ਥੱਕ ਜਾਵੇਂਗਾ ਜੇ ਇਹਦੇ ਵਿੱਚ ਹੀ ਲੱਗਾ ਰਹੋ ਤਾਂ ਇਉਂ ਕਰ ਕਿ ਆਪਣੀ ਵਾਸ਼ਨਾ ਨੂੰ ਸ਼ਾਂਤ ਕਰਕੇ ਭਜਨ ਵਿੱਚ ਲੱਗ ਜਾਇਆ ਕਰ। ਫਿਰ ਜਦੋਂ ਤੇਰੀ ਵਾਸ਼ਨਾ ਚਰਮ ਸੀਮਾ ਤੇ ਪਹੁੰਚੇ ਫਿਰ ਭੋਗ ਲਿਆ, ਕਿਉਂਕਿ ਗ੍ਰਸਤੀ ਹੈ, ਤੇ ਫਿਰ ਭਜਨ ਵਿੱਚ ਉਨੀ ਤੀਬਰਤਾ ਨਾਲ ਲੱਗ। ਇੱਕ ਦਿਨ ਐਸਾ ਆਵੇਗਾ ਜਿਹੜਾ ਤੇਰੇ ਕੋਲੋਂ ਵਾਸ਼ਨਾ ਦਾ ਹੱਥ ਛੁੱਟ ਜਾਵੇਗਾ। ਫਿਰ ਤੈਨੂੰ ਨਿਰੰਕਾਰ ਦੇ ਨਾਮ ਨਾਲ ਤੇਰਾ ਇਹੋ ਜਿਹਾ ਨਾਤਾ ਜੁੜੇਗਾ, ਉਹ ਆਨੰਦ ਤੈਨੂੰ ਵੱਡਾ ਭਾਸਣ ਹੈ। ਜਦੋਂ ਵੱਡਾ ਆਨੰਦ ਲੱਭ ਗਿਆ ਛੋਟਾ ਆਨੰਦ ਆਪੇ ਹੀ ਛੁੱਟ ਜਾਂਦਾ। ਫਿਰ ਇਵੇਂ ਇਹ ਗ੍ਰਸਤੀਆਂ ਲਈ ਦੋਹਾਂ ਲਈ ਨਿਯਮ ਹੈ, ਦੋਹਾਂ ਲਈ ਨਿਯਮ ਹੈ। ਇਹ ਨਹੀਂ ਕਿ ਇੱਕ ਨਿਯਮ ਰੱਖੇ ਤੇ ਫਿਰ ਦੂਸਰਾ ਨਿਯਮ ਨਾ ਰੱਖੇ ਤਾਂ ਵੀ ਨਿਯਮ ਨਹੀਂ ਰਹਿੰਦਾ, ਕਿਉਂਕਿ ਗੁਰਮੁਖ ਗਾਡੀ ਰਾਹ ਚ ਲੰਦਾ ਵਾਕ ਕਹੇ ਹੈ। ਗੁਰਮੁਖਾਂ ਵਾਸਤੇ ਇਹ ਗੱਡੀ ਦੇ ਦੋ ਪਹੀਏ ਹੁੰਦੇ ਨਾ, ਇੱਕ ਟੁੱਟ ਜੇ ਗੱਡੀ ਚੱਲ ਸਕਦੀ ਹੈ? ਨਹੀਂ ਚੱਲ ਸਕਦੀ। ਬਰਾਬਰ ਹੀ ਪਹੀਏ ਚਾਹੀਦੇ, ਵੱਡਾ ਛੋਟਾ ਹੋਵੇ ਤਾਂ ਵੀ ਚੱਲਣ 'ਚ ਦਿੱਕਤ ਆਉਂਦੀ ਹੈ। ਜੇ ਬਰਾਬਰ ਪਹੀਏ ਹੋਣ ਤੇ ਗੱਡੀ ਚੱਲਦੀ ਹੈ। ਇਸ ਤਰ੍ਹਾਂ ਗ੍ਰਸਤ ਦੇ ਦੋ ਪਹਿਲੂ, ਦੋ ਪਹੀਏ ਨੇ। ਤੇ ਸਤਿਗੁਰੂ ਜੀ ਨੇ ਕਿਹਾ ਸੰਤੋਖ ਤੋਂ ਵੱਡੀ ਹੋਰ ਕੋਈ ਸਾਧ ਸੰਗਤ ਜੀ ਦਾਤ ਨਹੀਂ ਹੈ। ਗ੍ਰਸਤ ਤੋਂ ਸੰਤੋਖ ਰੱਖਣਾ ਚਾਹੀਦਾ ਹੈ। ਤੇ ਜੇ ਕੀ ਹੈ, ਜੇ ਵੈਦਿਕ ਦੇ ਮੁਤਾਬਕ ਵੀ ਸੁਣੀਏ ਨਾ ਤਾਂ ਸਾਧ ਸੰਗਤ ਜੀ ਵੈਦਿਕ ਵੀ ਇਹ ਕਹਿੰਦੀ ਹੈ ਕਿ ਬੱਚੇ ਵਾਸਤੇ ਪਸ਼ੂ ਗ੍ਰਸਤ ਕਰਦੇ ਹੈ, ਫਿਰ ਉਹ ਗ੍ਰਸਤ ਨਹੀਂ ਕਰਦੇ। ਪਰ ਇੱਕ ਜੀਵ ਹੈ ਜਿਹੜਾ ਬੱਚੇ ਤੋਂ ਬਿਨਾਂ ਹੀ ਕਿੰਨਾ ਕਾਮ ਵਾਸ਼ਨਾ ਵਿੱਚ ਡੁੱਬਿਆ ਹੋਇਆ ਹੈ। ਫਿਰ ਉਹ ਸਰੀਰ ਦੀ ਰੱਖਿਆ ਵਾਸਤੇ ਦੱਸਦੇ ਹੈ ਕਿ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ ਜੇ ਮਹੀਨੇ ਵਿੱਚ ਇੱਕ ਵਾਰੀ ਇਹ ਸੰਬੰਧ ਕਰੇ ਤਾਂ ਫਿਰ ਸਰੀਰ ਨੂੰ ਰੋਗ ਨਹੀਂ ਲੱਗਦਾ ਹੈ। ਤੇ ਜੇ ਹੋਰ ਸੰਜਮ ਵਰਤ ਲਾਵੇ ਤਾਂ ਫਿਰ ਇਹਨੂੰ ਅੰਦਰ ਹੀ ਅੰਦਰ ਇਹੋ ਜੀ ਇਹਦੇ ਅੰਦਰ ਆਤਮਾ ਦੀ ਸੱਤਾ ਜਾਗਦੀ ਹੈ ਕਿ ਫਿਰ ਸਰੀਰ ਕਰਕੇ ਭਾਵੇਂ ਕਿ ਵਾਸ਼ਨਾ ਭੋਗਦਾ ਹੈ। ਸਾਧ ਸੰਗਤ ਜੀ ਜਦੋਂ ਵਾਸ਼ਨਾ ਦੇ ਭੋਗਣ ਵਿੱਚ ਪ੍ਰਵਿਰਤ ਹੁੰਦਾ ਹੈ ਨਾ, ਉਦੋਂ ਸਵਾਸਾਂ ਦੀ ਗਤੀ ਬਹੁਤ ਤੇਜ਼ ਚੱਲ ਪੈਂਦੀ ਹੈ। ਪਰ ਐਸੇ ਕਮਾਈ ਵਾਲੇ ਗੁਰਸਿੱਖ ਜਿਹੜੇ ਗ੍ਰਸਤ ਦੇ ਨਿਯਮ ਨੂੰ ਵੀ ਨਿਭਾਉਂਦੇ ਆ, ਆਪਣੇ ਅਸਲ ਸਰੂਪ ਨੂੰ ਸਰੀਰ ਤੋਂ ਪਾਸੇ ਕਰਕੇ ਵੇਖਦੇ ਆ ਕਿ ਮੈਂ ਗ੍ਰਸਤ ਨਹੀਂ ਭੋਗ ਰਿਹਾ, ਮੇਰਾ ਸਰੀਰ ਗ੍ਰਸਤ ਭੋਗ ਰਿਹਾ ਹੈ। ਮੈਂ ਨਹੀਂ ਗ੍ਰਸਤ ਭੋਗ ਰਿਹਾ, ਮੇਰਾ ਸਰੀਰ ਗ੍ਰਸਤ ਭੋਗ ਰਿਹਾ ਹੈ। ਇਹ ਅਵਸਥਾ ਆਤਮ ਸੱਤਾ ਜਦੋਂ ਜਾਗ ਪੈਂਦੀ ਹੈ ਨਾ ਫਿਰ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਭੋਗਣ 'ਚ ਜੀਵ ਸਾਧ ਸੰਗਤ ਜੀ ਇੰਨਾ ਜ਼ਿਆਦਾ, ਕਿਉਂਕਿ ਸਤਿਗੁਰੂ ਜੀ ਨੇ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਇਹਦਾ ਬਹੁਤ ਵਿਸਥਾਰ ਹਜੂਰ ਨੇ ਦੱਸਿਆ ਕਿ ਉਹ ਕਿਵੇਂ ਜੀਵਨ ਦੀਆਂ ਕਦਰਾਂ ਕੀਮਤਾਂ ਤੋਂ ਡਿੱਗ ਜਾਂਦੇ ਆ, ਕਿਹੋ ਕਿਹੋ ਜਿਹੇ ਚਿਹਰੇ ਸੰਸਾਰ ਵਿੱਚ ਉਹਨਾਂ ਦੇ ਹੁੰਦੇ ਆ ਤੇ ਅੰਤਰੀਵ ਉਹਨਾਂ ਦੀਆਂ ਸ਼ਕਲਾਂ ਕਿੰਨੀਆਂ ਭਿਆਨਕ ਹੁੰਦੀਆਂ। ਦਸਵੇਂ ਪਾਤਸ਼ਾਹ ਨੇ ਚਰਿਤਰਾਂ ਵਿੱਚ ਦੱਸਿਆ। ਤੇ ਕਿਹੋ ਕਿਹੋ ਜਿਹੇ ਨੀਚ ਕਰਮ ਕਰ ਦਿੰਦੇ ਆ, ਕਿਹੋ ਕਿਹੋ ਜਿਹੇ ਭੈੜੇ ਢੰਗ ਨਾਲ ਗ੍ਰਸਤ ਵਾਸ਼ਨਾ ਨੂੰ ਭੋਗਦੇ ਆ। ਹਜੂਰ ਨੇ ਸਭ ਕੁਝ ਖੋਲ ਕੇ ਦੱਸਿਆ। ਇਸੇ ਕਰਕੇ ਕਈਆਂ ਨੂੰ ਪਤਾ ਨਹੀਂ ਨਾ ਲੱਗਦਾ ਕਿ ਮਹਾਰਾਜ ਨੇ ਕਿਸ ਤਲ ਦੇ ਉੱਤੇ ਸਾਨੂੰ ਗਿਆਨ ਦਿੱਤਾ ਹੈ। ਤੋ ਇਹ ਸਾਧ ਸੰਗਤ ਜੀ ਮਹਾਰਾਜ ਨੇ ਕਿਹਾ ਕੇਵਲ ਵਿਵਾਹ ਨੂੰ, ਸਰੀਰਕ ਵਿਵਾਹ ਨੂੰ ਵੀ ਕਾਮ ਦੇ ਭੋਗਣ ਦਾ ਜਰੀਆ ਨਾ ਬਣਾ, ਇਹਨੂੰ ਵੀ ਵਾਹਿਗੁਰੂ ਨੂੰ ਮਿਲਣ ਦਾ ਹੀ ਰਾਹ ਬਣਾ ਲੈ। ਇਸੇ ਕਰਕੇ ਮਹਾਰਾਜ ਨੇ ਰਹਿਤਨਾਮਿਆਂ ਵਿੱਚ ਵਾਕ ਕਹੇ ਹੈ ਕਿ ਸਿੱਖ ਸਿੱਖਣੀ ਮਿਲ ਬਹਿ, ਚਰਚਾ ਕਰੈ ਅਪਾਰ, ਭਜਨ ਸਿਖਾਵੈ ਪੁੱਤਰ ਕੋ, ਹਰ ਭਜ ਬਾਰੰਬਾਰ। ਦੋਵੇਂ ਮਿਲ ਕੇ ਬਹਿ ਕੇ ਭਜਨ ਕਰਨ, ਪਰ ਜੇ ਦੋਵੇਂ ਮਿਲ ਕੇ ਫਿਲਮਾਂ ਵੇਖਣ, ਜੇ ਦੋਵੇਂ ਮਿਲ ਕੇ ਲੜਨ ਝਗੜਨ, ਤੇ ਆਪਣੇ ਬੱਚੇ ਨੂੰ ਵੀ ਕਈ ਨਾ ਛੋਟਾ ਬੱਚਾ ਗਾਲਾਂ ਕੱਢੇ ਤੇ ਬੜੇ ਖੁਸ਼ ਹੁੰਦੇ ਆ, ਕਹਿੰਦੇ ਆਪਣੇ ਨਾ ਦਾਦੇ ਕੋਲੋਂ ਸਿੱਖੀ ਹੈ। ਦੱਸੋ ਤੁਸੀਂ ਬੱਚੇ ਨੂੰ ਭਜਨ ਸਿਖਾਉਣਾ ਕਿ ਗਾਲਾਂ ਸਿਖਾਉਣੀਆਂ ਹਨ? ਇਸ ਤਰ੍ਹਾਂ ਦੀ ਹਾਲਤ ਵਿੱਚ ਢਾਂਚਾ ਹੀ ਸਾਰਾ ਵਿਗੜਿਆ ਹੋਇਆ ਹੈ। ਤੇ ਜੇ ਇਸ ਤਰ੍ਹਾਂ ਚੱਲਦਾ ਜਾਵੇ ਨਾ ਤੇ ਫਿਰ ਵਿਵਾਹ ਦੇ ਧਰਮ ਵੀ ਨਹੀਂ ਨਿਭਦੇ, ਫਿਰ ਤਾਂ ਹੀ ਤਲਾਕ ਹੁੰਦੇ ਆ। ਸਾਧ ਸੰਗਤ ਜੀ ਛੁੱਟ ਜਾਂਦੇ ਆ ਰਿਸ਼ਤੇ, ਇੱਕ ਦੂਸਰੇ ਨਾਲ ਬੇਇਤਫਾਕੀ ਬਣ ਜਾਂਦੀ ਹੈ। ਤੇ ਜਿਵੇਂ ਜਿਵੇਂ ਫਿਰ ਇਹ ਚੀਜ਼ਾਂ ਵੱਧਦੀਆਂ ਨਾ ਤੇ ਮਾਫ ਕਰਨਾ, ਜੀਵ ਜੀਵ ਤੋਂ ਦੂਰ ਹੋ ਕਰਕੇ ਜਾਨਵਰਾਂ ਦੇ ਨੇੜੇ ਜਾਣ ਲੱਗ ਪਿਆ ਹੈ। ਇਹ ਪੱਛਮੀ ਦੇਸ਼ਾਂ ਦੇ ਅੰਦਰ
ਜਿਹੜੇ ਇਹਦੇ ਖੋਜੀ ਹਨ ਨਾ, ਉਹ ਇਹਨਾਂ ਗੱਲਾਂ ਨੂੰ ਉਜਾਗਰ ਕਰ ਰਹੇ ਹੈ ਕਿ ਜੀਵ ਦਾ ਆਪਸ ਵਿੱਚ ਇਸਤਰੀ ਮਰਦ ਦਾ ਇਤਫਾਕ ਘਟਦਾ ਜਾ ਰਿਹਾ ਹੈ ਤੇ ਪਸ਼ੂਆਂ ਨਾਲ ਇਤਫਾਕ ਵੱਧਦਾ ਜਾ ਰਿਹਾ ਹੈ। ਇਹ ਮਾਫ ਕਰਨਾ, ਮੈਂ ਗਲਤ ਨਹੀਂ ਕਹਿੰਦਾ। ਜੇ ਕੋਈ ਤੁਸੀਂ ਵੇਖੋ ਨਾ ਉੱਥੋਂ ਦੇ ਸਮਾਜ ਦਾ ਢਾਂਚਾ, ਇਕੱਲੀ ਇਸਤਰੀ ਹੋਵੇਗੀ ਤੇ ਨਾਲ 5-7 ਕੁੱਤੇ ਹੋਣਗੇ ਜ਼ਰੂਰ ਗੱਡੀ 'ਚ, ਇਕੱਲਾ ਮਰਦ ਹੋਊਗਾ ਤੇ 5-7 ਜਾਨਵਰ ਜ਼ਰੂਰ ਨਾਲ ਰੱਖੇ ਹੋਣਗੇ, ਪੈਟ ਆਦਿਕ ਆਪਣੇ। ਉਹਨੂੰ ਲੱਗਦਾ ਹੈ ਕਿ ਮਨੁੱਖ ਨਾਲ ਨਹੀਂ ਹੁਣ ਮੇਰੀ ਬਣ ਆਉਂਦੀ ਤੇ ਜਾਨਵਰ ਅੱਗੋਂ ਕੋਈ, ਕਿਉਂਕਿ ਉਹ ਬੁੱਧੀ ਨਹੀਂ ਹੈ, ਨਿਰਬੁੱਧੀ ਹਨ, ਉਹਨੇ ਕੋਈ ਭਾਵ ਨਹੀਂ ਅੱਗੋਂ ਪ੍ਰਗਟ ਕਰਨਾ, ਉਹਨੇ ਕੋਈ ਅੱਗੋਂ ਬੁਰਾ ਭਲਾ ਨਹੀਂ ਕਹਿਣਾ। ਇਸ ਕਰਕੇ ਜਾਨਵਰ ਦੇ ਨਾਲ ਹੀ ਆਪ ਦੀ ਜ਼ਿੰਦਗੀ ਬਤੀਤ ਕਰਦੇ ਐ ਤੇ ਜਿੱਥੇ ਆਪ ਸੌਂਦੇ ਐ, ਬਹਿੰਦੇ ਐ, ਖਾਂਦੇ ਐ, ਉੱਥੇ ਹੀ ਕੁੱਤਿਆਂ ਨੂੰ ਖਵਾਈ ਜਾਂਦੇ, ਉਹਨਾਂ ਨਾਲ ਹੀ ਰਹਿੰਦੇ ਤੇ ਕੁੱਤਿਆਂ ਵਰਗਾ ਹੀ ਜੀਵਨ ਬਣ ਜਾਂਦਾ ਹੈ। ਭਾਵੇਂ ਕਿ ਦੂਸਰੇ ਪੱਖ ਤੋਂ ਕੁੱਤੇ ਨੂੰ ਰੱਖਣਾ ਹੁੰਦਾ ਤੇ ਉਹ ਕਾਹਦੇ ਵਾਸਤੇ ਰੱਖੀਦਾ ਹੈ, ਉਹ ਇੱਕ ਵੱਖਰਾ ਵਿਸ਼ਾ ਹੈ, ਮੈਂ ਉਹ ਨਹੀਂ ਸੋਹਣਾ ਚਾਹੁੰਦਾ। ਪਰ ਉਹਨੂੰ ਉਹਦੇ ਫਾਇਦੇ ਲਈ ਵਰਤਣਾ ਚਾਹੀਦਾ ਹੈ, ਨਾ ਕਿ ਜਿਸ ਥਾਂ ਤੇ ਤੁਸੀਂ ਇਸਤਰੀ ਦੀ ਵਰਤੋਂ ਕਰਦੇ ਆ ਉਸ ਥਾਂ ਤੇ ਜਾਨਵਰ ਨੂੰ ਸਮਝ ਲਓ, ਤੇ ਜਾਂ ਜਿਸ ਕਰਕੇ ਜਿਸ ਥਾਂ ਤੇ ਇਸਤਰੀ ਮਰਦ ਨੂੰ ਚਾਹੁੰਦੀ ਆ ਉਸ ਥਾਂ ਤੇ ਵੀ ਜਾਨਵਰ ਦੇ ਨਾਲ ਪੂਰਤੀ ਕਰੋ। ਇਹ ਸਾਧ ਸੰਗਤ ਜੀ ਸਭ ਕੁਝ ਹੀ ਇਹ ਕਲਯੁਗ ਦੀਆਂ ਵੱਡੀਆਂ ਨਿਸ਼ਾਨੀਆਂ ਨੇ। ਇਸੇ ਕਰਕੇ ਹੀ ਸਾਰਾ ਸਮਾਜ ਦਾ ਢਾਂਚਾ ਜਿਹੜਾ ਉਹ ਗਿਰ ਰਿਹਾ ਦਿਨ ਬਰ ਦਿਨ। ਤੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਬਾਹਰੋਂ ਵੀ ਸਰੀਰ ਕਰਕੇ ਵਿਵਾਹ ਕੀਤਾ ਨਾ, ਇਸ ਵਿਵਾਹ ਨੂੰ ਵੀ ਜਰੀਆ ਬਣਾ ਪਰਮੇਸ਼ਰ ਦੇ ਮਿਲਣ ਦਾ, ਕੇਵਲ ਵਾਸ਼ਨਾ ਦੇ ਭੋਗਣ ਦਾ ਜਰੀਆ ਨਾ ਬਣਾ। ਫਿਰ ਤੂੰ ਧਰਮ ਵਿਵਾਹ ਤੱਕ ਨਹੀਂ ਕਾਇਮ ਰਹੇਗਾ, ਆਪਣੇ ਹੋਰਨਾਂ ਰਿਸ਼ਤਿਆਂ ਨੂੰ ਵੀ ਜਿਹੜਾ ਕਰਪਟ ਕਰ ਦੇਵੇਂਗਾ, ਭ੍ਰਸ਼ਟ ਕਰ ਦੇਵੇਂਗਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਅੰਤਰੀ ਵਿਸਥਾਰ ਤਾਂ ਬਹੁਤ ਆ ਪਰ ਸ਼ਬਦ ਨਾਲ ਜੁੜੀਏ। ਹਜੂਰ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ, ਸਾਹਾ ਸੰਜੋਗ ਵਿਆਹੂ ਵਿਜੋਗ। ਹੁਣ 99 ਕਰਕੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜਾ ਵਿਯੋਗ ਕੀ ਹੋਇਆ ਹੈ। ਸਾਧ ਸੰਗਤ ਜੀ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਅੰਦਰ ਜਿਹੜੇ ਵਕਾਰ ਹਨ, ਅੰਦਰ ਜਿਹੜੀਆਂ ਵਾਸ਼ਨਾਵਾਂ ਹਨ, ਉਹਨਾਂ ਤੋਂ ਜਦੋਂ ਵਿਯੋਗ ਹੁੰਦਾ ਇਹ ਸਾਹਾ ਹੈ। ਹੁਣ 99 ਕਰਕੇ ਸਾਹਾ ਸੋਧਿਆ ਗਿਆ। ਕਿਹੜਾ ਸਾਹਾ ਸੋਧਿਆ ਗਿਆ? ਜਦੋਂ ਸੰਸਾਰ ਨਾਲੋਂ ਟੁੱਟ ਗਏ। ਫਿਰ ਜਦੋਂ ਸੰਸਾਰ ਨਾਲੋਂ ਟੁੱਟਾਂਗੇ ਨਾ, ਸਵਾਦਾਂ ਨਾਲੋਂ ਟੁੱਟਾਂਗੇ, ਰਸਾਂ ਨਾਲੋਂ ਟੁੱਟ ਜਾਵਾਂਗੇ, ਉਹ ਦਿਨ ਦੂਰ ਨਹੀਂ। ਫਿਰ ਜਦੋਂ ਸਾਹੇ ਵੱਜ ਜਾਂਦੀ ਹੈ ਲੜਕੀ ਜਾਂ ਲੜਕਾ, ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਵਿਆਹ ਦਾ ਦਿਨ ਨਿਯਤ ਕੀਤਾ ਗਿਆ। ਹੁਣ ਉਹ ਦੂਰ ਨਹੀਂ ਦਿਨ ਜਦੋਂ ਭਾਈ ਵਿਵਾਹ ਹੋਵੇਗਾ। ਜਿਹੜਾ ਸੰਸਾਰ ਨਾਲੋਂ ਵਿਯੋਗ ਪੈ ਜਾਣਾ, ਪਦਾਰਥਾਂ ਨਾਲੋਂ, ਰਸਾਂ ਨਾਲੋਂ ਵਿਯੋਗ ਪੈ ਜਾਣਾ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਕਹਿੰਦੇ ਆ ਕਿ ਭਾਈ ਇਹ ਸਾਹਾ ਕੱਢਿਆ ਗਿਆ ਹੈ। ਤੇ ਫਿਰ ਜਿਹੜਾ ਸ਼ਬਦ ਦੇ ਨਾਲ ਸੰਜੋਗ ਪੈ ਗਿਆ ਹੈ, ਸ਼ਬਦ ਦੇ ਨਾਲ ਮਹਾਰਾਜ ਕਹਿੰਦੇ ਬਿਰਤੀ ਜਿਹੜੀ ਹੈ ਆਨੰਦਮਈ ਹੋ ਗਈ ਹੈ, ਇਹ ਵਿਵਾਹ ਹੋ ਗਿਆ ਹੈ। ਜਦੋਂ ਸ਼ਬਦ ਦਾ ਮਿਲਾਪ ਹੁੰਦਾ ਹੈ, ਸ਼ਬਦ ਕੀ ਹੈ? ਬ੍ਰਹਮ। ਫਿਰ ਬ੍ਰਹਮ ਦੀ ਜਦੋਂ ਸਾਖਿਆਤਤਾ ਹੁੰਦੀ ਹੈ, ਸਰੀਰ ਨੂੰ ਛੱਡ ਕੇ ਸਾਧ ਸੰਗਤ ਜੀ ਆਪਣੇ ਅਸਲ ਸਰੂਪ ਨੂੰ ਵੇਖ ਲਈਦਾ ਹੈ। ਜਦੋਂ ਆਪਣੇ ਅਸਲੇ ਵਿੱਚ ਚਲੇ ਜਾਈਦਾ ਨਾ, ਫਿਰ ਕੀ ਹੁੰਦਾ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਵਿਵਾਹ ਹੋ ਜਾਂਦਾ ਭਾਈ ਪਰਮੇਸ਼ਰ ਦੇ ਨਾਲ। ਹਜੂਰ ਆਪਣੇ ਦੇਖ ਲਓ ਮਾਤਾ ਪਿਤਾ ਨੂੰ ਭਾਵੇਂ ਸਿੱਖਿਆ ਦੇ ਰਹੇ ਆ ਕਿ ਸਾਡੇ ਮਾਤਾ ਪਿਤਾ ਹੋ ਰਹੀ ਹੈ, ਸਾਡੀ ਸੱਸ ਸਹੁਰਾ ਹੋ ਰਹੀ ਹੈ, ਸਾਡੀ ਘਰਵਾਲੀ ਵੀ ਹੋ ਰਹੀ ਹੈ। ਇਹ ਸਤਿਗੁਰੂ ਜੀ ਗਰੀਬ ਨਵਾਜ ਸਾਨੂੰ ਸਿੱਖਾਂ ਨੂੰ ਦੱਸਦੇ ਆ ਕਿ ਭਾਈ ਇਹੋ ਜਿਹੇ ਆਪਣੇ ਰਿਸ਼ਤੇ ਗੰਢ ਲਓ ਤੇ ਫਿਰ ਤੁਹਾਡਾ ਨਾਤਾ ਨਿਰੰਕਾਰ ਨਾਲ ਜੁੜ ਜਾਏਗਾ। ਇਹ ਮਹਾਰਾਜ ਕਹਿੰਦੇ ਭਾਈ ਸਾਡਾ ਵਿਵਾਹ ਹੋਇਆ ਹੈ, ਜਿਹੜਾ ਹੈ ਸ਼ਬਦ ਨਾਲ ਸੁਮੇਲ ਹੋ ਗਿਆ ਏ। ਸੱਚ ਸੰਤਤ ਕਹੋ ਨਾਨਕ ਜੋਗ। ਫਿਰ ਸਤਿਗੁਰੂ ਜੀ ਕਹਿੰਦੇ ਸਾਡੀ ਸੰਤਾਨ ਵੀ ਹੈ, ਜਿਹੜਾ ਸੱਚ ਸਰੂਪ ਦਾ ਮਹਾਰਾਜ ਕਹਿੰਦੇ ਅੰਦਰ ਪ੍ਰਾਪਤੀ ਹੋਈ ਹੈ ਨਾ, ਉਹ ਕਿਵੇਂ ਹੋਈ ਹੈ? ਬ੍ਰਹਮ ਗਿਆਨ ਕਰਕੇ। ਜਦੋਂ ਸਤ ਸਰੂਪ ਅੰਦਰ ਸਾਖਿਆਤ ਹੋਇਆ ਤੇ ਬ੍ਰਹਮ ਗਿਆਨ ਰੂਪੀ ਮਹਾਰਾਜ ਕਹਿੰਦੇ ਸਾਡੀ ਸੰਤਤ ਸੰਤਾਨ ਹੈ, ਜਿਸ ਦੇ ਕਰਕੇ ਸਾਨੂੰ ਸੱਚ ਸਰੂਪ ਨਿਸ਼ਚੇ ਹੋ ਗਿਆ। ਤੇ ਕਹੋ ਨਾਨਕ ਜੋਗ, ਇਹ ਯੋਗ ਸੰਤਾਨ ਹੈ। ਮਹਾਰਾਜ ਕਹਿੰਦੇ ਸਾਡੀ ਲਾਇਕ ਸੰਤਾਨ ਹੈ, ਕਿਉਂਕਿ ਸੰਤਾਨ ਜਿਹੜੀ ਹੈ
ਉਹ ਨਲਾਇਕ ਹੋਣੀ ਸਾਧ ਸੰਗਤ ਜੀ ਮਾਤਾ ਪਿਤਾ ਦੇ ਕਰਕੇ ਵੀ ਬਹੁਤ ਜ਼ਿਆਦਾ ਇਹ ਕਾਰਨ ਬਣਦੇ ਹੈ ਕਿ ਜਿਹੜੀ ਸੰਤਾਨ ਨਲਾਇਕ ਨਿਕਲ ਆਉਂਦੀ ਹੈ। ਕਰਮੀ ਜਿਹੜੇ ਆ ਉਹ ਵੀ ਜੀਵ ਨੂੰ ਜਿਹੜਾ ਸੰਸਾਰ ਦੇ ਅੰਦਰ ਖਿੱਚਦੇ ਆ, ਪਰ ਬਹੁਤ ਵੱਡਾ ਭਾਗ ਹੁੰਦਾ ਮਾਤਾ ਦਾ ਪਿਤਾ ਦਾ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਇਹੋ ਜਿਹਾ ਸੁੱਚਾ ਸੰਜੋਗ ਹੋਵੇਗਾ ਸਾਧ ਸੰਗਤ ਜੀ, ਜਿਵੇਂ ਧਰਮ ਦਾ ਸੰਜੋਗ ਨਾਮ ਬਾਣੀ ਦੇ ਰਸੀਏ ਪਤੀ ਸਤੀ ਨੇ ਜਦੋਂ ਸੰਬੰਧ ਕੀਤਾ ਤੇ ਫਿਰ ਸੰਤਾਨ ਭਾਈ ਤਾਰੂ ਸਿੰਘ ਸਾਹਿਬ ਵਰਗੀ ਪੈਦਾ ਹੋਈ, ਜਿਨ੍ਹਾਂ ਨੇ ਕੇਸ ਨਾਈ ਕੱਟਣ ਲੱਗਾ ਸੀ ਲੋਹੇ ਦੀਆਂ ਤਾਰਾਂ ਬਣ ਗਏ ਸੀ, ਤੇਜ ਧਾਰ ਉਸਤਰਿਆਂ ਤੇ ਕੈਂਚੀਆਂ ਕੋਲੋਂ ਕੇਸ ਨਹੀਂ ਸੀ ਕੱਟੇ ਜਾਂਦੇ। ਐਡੀ ਸ਼ਕਤੀ ਪ੍ਰਵੇਸ਼ ਕਰਦੀ ਹੈ ਉਹ ਮਾਤਾ ਪਿਤਾ ਦੇ ਜਤ ਸਤ ਕਰਕੇ ਤੇ ਆਪਣੀ ਕੀਤੀ ਕਮਾਈ ਦਾ ਬਲ ਕਰਕੇ ਏਡੀ ਕਲਾ ਵਰਤਦੀ ਹੈ ਕਿ ਫਿਰ ਸੰਸਾਰ ਹੈਰਾਨ ਹੋ ਜਾਂਦਾ ਹੈ। ਅਸਚਰਜ ਕਲਾ ਵਰਤਦੀ ਹੈ। ਮਹਾਰਾਜ ਕਹਿੰਦੇ ਨੇ ਜਿਹੜੀ ਭਗਤੀ ਰੂਪੀ ਇਸ ਪ੍ਰਕਾਰ ਇਸਤਰੀ ਹੈ ਨਾ, ਇੰਨੀ ਕਰਨੀ ਸ਼੍ਰੇਸ਼ਟ ਕੀਤੀ, ਪ੍ਰੇਮਾ ਭਗਤੀ 'ਚ ਲੀਨ ਹੋਏ ਕਿ ਫਿਰ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਰੂਪੀ ਪੁੱਤਰ ਭਾਈ ਜਨਮ ਪਿਆ। ਇਹ ਮਹਾਰਾਜ ਕਹਿੰਦੇ ਨੇ ਸੰਤਤ ਸੰਤਾਨ ਸਾਡੀ ਯੋਗ ਸੰਤਾਨ ਹੈ। ਇਹ ਸਤਿਗੁਰੂ ਜੀ ਫਰਮਾਉਂਦੇ ਹਨ, ਸਚ ਸੰਤਤ ਕਹੋ ਨਾਨਕ ਜੋਗ। ਹਜੂਰ ਕਹਿੰਦੇ ਨੇ ਇਸ ਤਰ੍ਹਾਂ ਜੋਗ ਜਿਹੜਾ ਕੋਈ ਜੁੜੇ ਨਾ, ਉਹਨੂੰ ਫਿਰ ਇਹ ਸੱਚ ਸਰੂਪ ਦਾ ਨਿਸ਼ਚਾ ਕਰਨ ਰੂਪੀ ਸੰਤਾਨ ਜਿਹੜੀ ਹੈ ਹਜੂਰ ਕਹਿੰਦੇ ਪ੍ਰਾਪਤ ਹੋ ਜਾਂਦੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਬਦ ਸੰਪੂਰਨ ਹੋਇਆ ਹੈ। ਤੋ ਸਾਧ ਸੰਗਤ ਜੀ ਜਿਹੜਾ ਹੈ ਸਮਾਂ ਤਾਂ ਭਾਵੇਂ 8:30 ਹੋਣ 'ਚ 5 ਮਿੰਟ ਰਹਿੰਦੇ ਆ, ਪਰ ਅਗਲਾ ਸ਼ਬਦ ਆਪਾਂ ਆਰੰਭ ਕਰ ਲੈਨੇ ਆ। ਸਤਿਗੁਰੂ ਜੀ ਕਿਰਪਾ ਕਰਨ ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣੀਏ ਇਕਾਗਰ ਚਿੱਤ। ਗੌੜੀ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੌੜੀ ਰਾਗ ਵਿੱਚ ਹਜੂਰ ਫਰਮਾਉਂਦੇ ਆ, ਪਵਣੈ ਪਾਣੀ ਅਗਨੀ ਕਾ ਮੇਲ। ਸਾਧ ਸੰਗਤ ਜੀ ਇੱਕ ਕੋਈ ਵਿਦਵਾਨ ਸੀਗਾ, ਇਹ ਹੁਣ ਸਾਡੇ ਤੇ ਉਪਦੇਸ਼ ਮਹਾਰਾਜ ਦਿੱਤਾ ਹੈ ਸਤਿਗੁਰਾਂ ਜੀ ਨੇ ਜਿਹੜੇ ਕਥਾ ਕਰਦੇ ਆ, ਕਿਉਂਕਿ ਕਥਾ ਕਰਨੀ ਬੜੀ ਸੌਖੀ ਹੈ, ਕਮਾਉਣੀ ਬੜੀ ਔਖੀ ਹੈ। ਤੇ ਜੇ ਕਮਾਈ ਨਹੀਂ ਕੀਤੀ ਹੋਵੇ ਤੇ ਫਿਰ ਜਦੋਂ ਆਪਣੇ ਤੇ ਪੈਂਦੀ ਹੈ ਨਾ ਉਦੋਂ ਝੱਲੀ ਨਹੀਂ ਜਾਂਦੀ। ਦੂਜੇ ਨੂੰ ਸਿੱਖਿਆ ਬੜੀ ਦਈਦੀ ਹੈ, ਕੋਈ ਨਹੀਂ ਭਾਣਾ ਮੰਨੀਦਾ, ਕੋਈ ਗੱਲ ਨਹੀਂ ਹੁਣ ਤੂੰ ਆਪਣੇ ਮਨ ਨੂੰ ਧਰਵਾਸ ਦੇ, ਦੂਜੇ ਨੂੰ ਬੜੀ ਸਿੱਖਿਆ ਦੇ ਲਈਦੀ ਹੈ। ਪਰ ਜਦੋਂ ਆਪ ਤੇ ਵਰਤਦੀ ਹੈ ਨਾ ਸਾਧ ਸੰਗਤ ਜੀ, ਉਦੋਂ ਨਹੀਂ ਝੱਲਿਆ ਜਾਂਦਾ। ਉਦੋਂ ਤਾਂ ਫਿਰ ਉਹ ਹੀ ਚੱਲ ਸਕਦਾ ਜਿਹਦਾ ਅੰਦਰ ਟਿਕਿਆ ਹੋਵੇ ਸ਼ਬਦ ਵਿੱਚ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਤੋ ਭਾਈ ਸੌਈਏ ਨਾ ਸੰਗਤ ਵਿੱਚ, ਕਿਉਂਕਿ ਕਥਾ ਜਿਹੜੀ ਹੈ ਉਹ ਸੁੱਤਿਆਂ ਨਹੀਂ ਸੁਣੀ ਜਾਂਦੀ, ਜਾਗ ਕੇ ਕਥਾ ਸੁਣੋ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਤੇ ਇਹ ਸਾਧ ਸੰਗਤ ਜੀ ਜਿਹੜੀ ਵਿਦਵਤਾ ਦਾ ਬਾਹਰੋਂ ਪੜ੍ਹ ਲੈਣਾ ਤੇ ਬਹੁਤ ਸਾਰੇ ਉਕਤੀਆਂ ਜੁਗਤੀਆਂ ਨਾਲ ਦੱਸ ਦੇਣਾ ਤੇ ਬੜਾ ਗਿਆਨ ਕਥਨ ਕਰਨਾ, ਇਹਦੇ ਨਾਲ ਆਪਣੇ ਜਦੋਂ ਆਪ ਦੇ ਉੱਤੇ ਕੋਈ ਵਿਪਤਾ ਪੈਂਦੀ ਹੈ ਫਿਰ ਉਹ ਸਾਰਾ ਹੀ ਗਿਆਨ ਰੁੜ ਜਾਂਦਾ ਹੈ। ਫਿਰ ਨਹੀਂ ਉਹ ਕਾਇਮ ਰਹਿੰਦਾ ਗਿਆਨ, ਉਹ ਰੁੜ ਜਾਂਦਾ ਸਾਰਾ। ਜਿਵੇਂ ਉਹ ਲਾਹੌਰ ਵਿੱਚ ਇੱਕ ਕਹਿੰਦੇ ਜਿਹੜਾ ਕੋਈ ਸਾਧ ਸੰਗਤ ਜੀ ਉਹ ਰਾਸ ਧਾਰੀਆ ਸੀਗਾ ਤੇ ਉਹ ਕਦੋਂ ਕਿਸੇ ਦੀ ਅਰਥੀ ਨਿਕਲੇ ਤੇ ਅੱਗੇ ਨੱਚਿਆ ਕਰੇ ਤੇ ਉਹ ਕਹਿੰਦੇ ਵੀ ਤੂੰ ਬਈ ਨੱਚਦਾ, ਕਹਿੰਦਾ ਸਰੀਰ ਦੇ ਮਰਨ ਨੂੰ ਅਸੀਂ ਮਰਨ ਗਿਣਦੇ ਹੀ ਨਹੀਂ, ਮੈਂ ਖੁਸ਼ੀ ਮਨਾਉਣਾ ਤੇ ਇਸ ਕਰਕੇ ਮੈਂ ਖੁਸ਼ੀ ਨਾਲ ਨੱਚਦਾ। ਬੜੇ ਲੋਕ ਉਹ ਤੋਂ ਕਈ ਦੁਖੀ ਸੀਗੇ, ਭਈ ਇਹ ਸਾਡੀ ਅਰਥੀ ਨਿਕਲਦੀ ਹੈ ਤੇ ਇਹ ਅੱਗੇ ਨੱਚਣ ਲੱਗ ਪੈਂਦਾ ਹੈ ਤੇ ਬੜੀਆਂ ਖੁਸ਼ੀ ਹੱਸ ਹੱਸ ਕੇ ਬੜੀ ਅੱਡੀ ਮਾਰਦਾ, ਘੁੰਗਰੂ ਬੰਨ ਕੇ ਨੱਚਦਾ ਹੁੰਦਾ ਸੀ। ਰਾਸ ਧਾਰੀਏ ਘੁੰਗਰੂ ਬੰਨ ਕੇ ਨੱਚਦੇ ਹਨ। ਤੇ ਫਿਰ ਕੀ ਭਾਣਾ ਵਾਪਰਿਆ ਕਿ ਆਪ ਦਾ ਜਵਾਨ ਪੁੱਤਰ ਚੜਾਈ ਕਰ ਗਏ ਤੇ ਜਿਹੜੇ ਫਿਰ ਇਹ ਤੋਂ ਦੁਖੀ ਸੀ ਕਹਿੰਦੇ ਹੁਣ ਵੇਖਾਂਗੇ ਭਲਾ ਵੀ ਨੱਚਦਾ ਭਲਾ, ਹੁਣ ਅੱਡੀ ਉੱਠਦੀ ਇਹਦੀ, ਵੇਖਾਂਗੇ ਹੁਣ ਭਲਾ। ਤੇ ਜਦੋਂ ਉਹ ਆਪਦੇ ਪੁੱਤਰ ਤੇ ਫਿਰ ਲੋਕਾਚਾਰੀ ਸੀ ਨਾ, ਵੀ ਲੋਕਾਂ ਦੇ ਅਰਥੀਆਂ ਅੱਗੇ ਨੱਚਦਾ ਤੇ ਵੇਖ ਆਪਦੇ ਪੁੱਤਰ ਦੀ ਅਰਥੀ ਅੱਗੇ ਵੀ ਨੱਚਿਆ। ਉਹਨੇ ਬੰਨ ਲਏ ਘੁੰਗਰੂ, ਅੰਦਰੋਂ ਮਰਿਆ ਹੋਇਆ ਘੁੰਗਰੂ ਬੰਨ ਰਿਹਾ ਹੈ ਅਧਮੋਏ ਮਨ ਨਾਲ, ਤੇ ਆਪਦੇ ਜਵਾਨ ਪੁੱਤਰ ਦੀ ਅਰਥੀ ਅੱਗੇ ਨੱਚਿਆ। ਤੇ ਜਦੋਂ ਅਰਥੀ ਦੇ ਸਮੇਤ ਉਹ ਫੂਕ ਆਏ ਨਾ ਤੇ ਜਿਹੜੇ ਇਹਦੇ ਮਲਾਪੀ ਸੀ ਕਹਿੰਦੇ ਸੱਚ ਦੱਸ ਓਏ, ਅੱਜ ਤੇਰੀ ਅੱਡੀ ਨਹੀਂ ਸੀ ਉਸ ਤਰ੍ਹਾਂ ਉੱਠ ਰਹੀ ਜਿਵੇਂ ਦੂਜਿਆਂ ਦੀਆਂ ਅਰਥੀਆਂ ਅੱਗੇ ਉੱਠਦੀ ਹੈ। ਪੁੱਬਾ ਮਾਰ ਮਾਰ ਰੋਇਆ, ਕਹਿੰਦਾ ਵਿਖਾਵੇ ਕਰਕੇ ਹੀ ਨੱਚਿਆ, ਅੱਜ ਨਹੀਂ ਸੀ ਨੱਚਿਆ ਜਾਂਦਾ। ਇਹ ਸਾਧ ਸੰਗਤ ਜੀ ਬਾਹਰੋਂ ਗਿਆਨ ਦ੍ਰਿੜ ਕਰਾ ਦੇਣਾ ਕਿਸੇ ਨੂੰ ਬੜਾ
ਤੇ ਆਪ ਬੜੀਆਂ ਉਗਤੀਆਂ ਜੁਗਤੀਆਂ ਨਾਲ ਗ੍ਰੰਥਾਂ ਦੇ ਪੜ੍ਹ ਕੇ ਭੇਦ ਦੱਸ ਦੇਣੇ, ਇਹ ਬੜਾ ਸੌਖਾ ਏ। ਪਰ ਅੰਦਰ ਟਿਕਿਆ ਰਹੇ ਦੁੱਖ ਸੁੱਖ ਵਿੱਚ ਇੱਕੇ ਜਿਹਾ, ਇਹ ਤਾਂ ਫਿਰ ਸ਼ਬਦ ਦੀ ਕਮਾਈ ਜਿਨ ਕੀਤੀ ਉਹਨੂੰ ਦਾਤ ਪ੍ਰਾਪਤ ਹੁੰਦੀ ਹੈ। ਉਹ ਕਥਾ ਕਰਦੇ ਸੀ ਪੰਡਤ ਜੀ ਬਹੁਤ ਜ਼ਿਆਦਾ। ਤੇ ਜਦੋਂ ਜਵਾਨ ਪੁੱਤਰ ਵਾਹਿਗੁਰੂ ਪਿਤਾ ਚੜ੍ਹਾਈ ਕਰ ਗਿਆ ਤੇ ਪਿਤਾ ਦੇ ਚੜ੍ਹਾਈ ਕਰਨ ਤੋਂ ਨਾ ਉਹ ਬੜਾ ਜ਼ਿਆਦਾ ਵਿਰਲਾਪ ਕਰੇ, ਉੱਚੀ ਉੱਚੀ ਰੋਵੇ। ਤੇ ਜਦੋਂ ਰੋ ਰਿਹਾ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲਾਂ ਉਹਨੂੰ ਕਥਾ ਕਰਦਿਆਂ ਸੁਣਦੇ ਵੇਖਦੇ ਸੀ। ਤੇ ਫਿਰ ਜਦੋਂ ਉਹ ਬਾਹਲਾ ਡਾਢਾ ਪਿਤਾ ਦੀ ਲੋਥ ਤੇ ਰੋ ਰਿਹਾ ਸੀਗਾ ਤੇ ਹਜੂਰ ਫਿਰ ਉਹਨੂੰ ਸਾਧ ਸੰਗਤ ਜੀ ਸਿੱਖਿਆ ਦੇਣ ਲਈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਵਾਕ ਕਹੇ ਰਹੇ, ਬੁੱਝਰੇ ਗਿਆਨੀ ਮੂਆ ਹੈ ਕੌਣ। ਮਹਾਰਾਜ ਉਹਨੂੰ ਹੁਣ, ਉਹ ਤਾਂ ਕਥਾ ਹੀ ਕਰਦਾ ਸੀ ਨਾ ਕੱਲੀ, ਹਜੂਰ ਉਹਦਾ ਅੰਦਰ ਜਗਾ ਕੇ ਹੁਣ ਦੱਸਦੇ ਐ। ਸਤ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਨਾ ਅਸਲ ਵਿੱਚ ਉਹਦੇ ਨਾਲ ਉਹਦੀ ਪਹੁੰਚ ਕਰਾਉਣ ਲੱਗੇ ਐ। ਤੇ ਜੇ ਉਹਦੀ ਪਹੁੰਚ ਹੋਈ ਹੈ, ਜੇ ਮਨ ਬਾਣੀ ਸਰੀਰ ਕਰਕੇ ਸੁਣਾਂਗੇ ਨਾ, ਤੇ ਸਾਡੀ ਵੀ ਪਹੁੰਚ ਸਤਿਗੁਰੂ ਜੀ ਦਾ ਸ਼ਬਦ ਉੱਥੇ ਹੀ ਕਰਾ ਸਕਦਾ, ਕਿਉਂਕਿ ਇਹ ਸ਼ਬਦ ਦੀ ਪਹੁੰਚ ਆ ਉੱਥੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉੱਥੇ ਤੱਕ ਪਹੁੰਚਾ ਦਿੰਦੇ ਆ ਜਿੱਥੇ ਫਿਰ ਦੁੱਖ ਨਹੀਂ ਲੱਗਦਾ, ਸੁੱਖ ਦੀ ਚੇਸ਼ਟਾ ਹੀ ਨਹੀਂ ਰਹਿੰਦੀ। ਤੋ ਹਜੂਰ ਫਰਮਾਉਂਦੇ ਹਨ, ਪਵਣੈ ਪਾਣੀ ਅਗਨੀ ਕਾ ਮੇਲ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਭਾਈ ਇਹ ਗਿਆਨਮਾਨ ਹੈ ਤੂੰ, ਵੇਖ ਜਰਾ ਝਾਤੀ ਮਾਰ। ਪੌਣ ਪਾਣੀ ਅਗਨੀ ਕਾ ਮੇਲ, ਇਹ ਸਰੀਰ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਪੌਣ ਪਾਣੀ ਤੇ ਅੱਗ ਦਾ। ਤੇ ਸਾਧ ਸੰਗਤ ਜੀ ਇਹ ਤਿੰਨ ਤੱਤ ਮਹਾਰਾਜ ਕਹੇ ਐ। ਤਿੰਨ ਤੱਤ ਕਾਹਦੇ ਵਿਚਕਾਰ ਨੇ? ਧਰਤੀ ਤੇ ਆਕਾਸ਼ ਦੇ ਵਿਚਕਾਰ ਨੇ। ਧਰਤੀ ਹੈ ਤੇ ਆਕਾਸ਼ ਹੈ, ਇਹ ਪੰਜਾਂ ਤੱਤਾਂ ਦਾ ਹੀ ਸਤਿਗੁਰੂ ਜੀ ਕਹਿੰਦੇ ਮੇਲ ਵੈ। ਜਿਹੜਾ ਇਹ ਸਰੀਰ ਹੈ ਨਾ, ਕੀ ਹੈ? ਪੰਜਾਂ ਤੱਤਾਂ ਦਾ ਮੇਲ ਵੈ। ਪਾਣੀ ਹੈ, ਅੱਗ ਹੈ, ਹਵਾ ਹੈ, ਆਕਾਸ਼ ਹੈ ਤੇ ਧਰਤੀ ਹੈ। ਇਹ ਸਤਿਗੁਰੂ ਜੀ ਕਹਿੰਦੇ ਭਾਈ ਮੇਲ ਹੈ। ਇਸੇ ਪ੍ਰਕਾਰ ਹੀ ਪਵਣੈ ਪਾਣੀ ਅਗਨੀ ਕਾ ਮੇਲ। ਸਰੀਰ ਦੇ ਅੰਦਰ ਸਾਧ ਸੰਗਤ ਜੀ ਜਿਹੜੀ ਪੌਣ ਹਵਾ ਹੈ, ਸਭ ਦੇ ਸਵਾਸ ਰੂਪ ਬਣੀ ਹੋਈ ਹੈ। ਸਰੀਰ ਦੇ ਅੰਦਰ ਪਾਣੀ ਆਧਾਰ ਰੂਪ ਹੈ। ਜਲ ਕੀ ਭੀਤ ਕਿਹਾ ਨਾ, ਪਵਨ ਕਾ ਥੰਬਾ। ਬਹੁਤ ਹਿੱਸੇ ਸਰੀਰ ਦੇ ਅੰਦਰ ਪਾਣੀ ਹੁੰਦਾ ਹੈ। ਤੇ ਫਿਰ ਜਿਹੜੀ ਜਠਰ ਅਗਨੀ ਹੈ ਉਹਦੇ ਵਿੱਚ ਪੱਕਿਆ ਹੈ ਸਰੀਰ। ਅੰਦਰ ਜਿਹੜੀ ਸਾਡੇ ਅਗਨੀ ਹੈ ਉਹਦੇ ਕਰਕੇ ਭੋਜਨ ਹਜਮ ਹੁੰਦਾ ਹੈ। ਜੇ ਉਹ ਅੱਗ ਦਾ ਤੱਤ ਨਾ ਹੋਵੇ ਤੇ ਕੋਈ ਚੀਜ਼ ਖਾਧੀ ਹਜਮ ਹੀ ਨਹੀਂ ਹੋ ਸਕਦੀ। ਇਹ ਮਹਾਰਾਜ ਕਹਿੰਦੇ ਅੰਦਰ ਮੇਲ ਹੈ ਤਿੰਨਾਂ ਤੱਤਾਂ ਦਾ। ਜਿਹੜੀਆਂ ਮੁਸਲਮਾਨਾਂ ਦੀਆਂ ਕਿਤਾਬਾਂ ਉਹਨਾਂ ਵਿੱਚ ਲਿਖਿਆ ਹੋਇਆ ਹੈ ਕਿ ਕਿਸੇ ਸਮੇਂ ਤਿੰਨਾਂ ਤੱਤਾਂ ਨਾਲ ਵੀ ਸ੍ਰਿਸ਼ਟੀ ਰਚੀ ਹੈ, ਕਿਸੇ ਸਮੇਂ ਚਾਰ ਤੱਤਾਂ ਨਾਲ ਵੀ ਸ੍ਰਿਸ਼ਟੀ ਰਚੀ ਹੈ, ਤੇ ਪੰਜਾਂ ਤੱਤਾਂ ਦੀ ਬਣੀ ਹੋਈ ਤਾਂ ਹੁਣ ਆਪਾਂ ਵੇਖਦੇ ਹੀ ਆ। ਮਹਾਰਾਜ ਨੇ ਧਰਤੀ ਤੇ ਆਕਾਸ਼ ਵਿੱਚ ਮਿਲਾ ਕਰਕੇ, ਤੇ ਇਹ ਸਾਡੇ ਸਾਰੇ ਇੰਦਰੇ ਜਿਹੜੇ ਇੱਕ ਇੱਕ ਤੱਤ ਤੋਂ ਹਰਕਤ ਕਰਦੇ ਐ। ਉਹ ਸਾਧ ਸੰਗਤ ਜੀ ਜਿਹੜਾ ਵਿਦਾਂਤ ਵਾਲੇ ਫਿਰ ਪੂਰਾ ਵਿਦਾਂਤ ਵਿੱਚ ਪੜਾਉਂਦੇ ਆ ਕਿ ਕਿਹੜੇ ਕਿਹੜੇ ਤੱਤ ਤੋਂ ਕਿਹੜਾ ਕਿਹੜਾ ਇੰਦਰ ਹੈ ਤੇ ਉਹਦੀ ਕੀ ਕੀ ਹਰਕਤ ਵੈ, ਉਹ ਸਭ ਕੁਝ ਸਾਧ ਸੰਗਤ ਜੀ ਫਿਰ ਪੜਾਇਆ ਜਾਂਦਾ ਤੱਤਾਂ ਦੇ ਸੁਮੇਲ ਕਰਕੇ। ਤੋ ਮਹਾਰਾਜ ਕਹਿੰਦੇ ਆ ਭਾਈ ਇਹ ਤੱਤਾਂ ਦਾ ਹੀ ਸੁਮੇਲ ਜਿਹੜਾ ਹੈ ਨਾ ਅੰਦਰ ਹੈ। ਹਵਾ ਸਭ ਦੇ ਸਵਾਸ ਰੂਪ ਹੈ, ਪਾਣੀ ਆਧਾਰ ਰੂਪ ਹੈ, ਅਗਨੀ ਕਰਕੇ ਮਹਾਰਾਜ ਕਹਿੰਦੇ ਇਹਦਾ ਸਰੀਰ ਪੱਕਿਆ, ਤੇ ਹਜਮ ਵੀ ਸਭ ਕੁਝ ਅਗਨੀ ਦੇ ਤੱਤ ਕਰਕੇ ਹੀ ਹੁੰਦਾ। ਇਸੇ ਪ੍ਰਕਾਰ ਹੀ ਪੌਣੈ ਪਾਣੀ ਅਗਨੀ ਕਾ ਮੇਲ। ਸਾਧ ਸੰਗਤ ਜੀ ਪੌਣ ਤੋਂ ਕੀ ਹੈ? ਰਜੋ ਗੁਣ। ਪਾਣੀ ਤੋਂ ਕੀ ਹੈ? ਸਤੋ ਗੁਣ। ਅਗਨੀ ਤੋਂ ਕੀ ਹੈ? ਤਮੋ ਗੁਣ। ਇਹ ਤਿੰਨ ਗੁਣ ਨੇ ਮਾਇਆ ਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਖੇਲ ਹੈ ਤਿੰਨਾਂ ਗੁਣਾਂ ਦਾ। ਮਾਇਆ ਦੇ ਤਿੰਨਾਂ ਗੁਣਾਂ ਦਾ ਸਤਿਗੁਰੂ ਜੀ ਕਹਿੰਦੇ ਭਾਈ ਮੇਲ ਹੈ, ਤੇ ਦੇਹਾਂ ਤੁਰੀਆਂ ਫਿਰਦੀਆਂ ਨੇ। ਚੰਚਲ ਚਪਲ ਬੁੱਧ ਕਾ ਖੇਲ। ਇਹਦੇ ਵਿੱਚ ਮਹਾਰਾਜ ਕਹਿੰਦੇ ਇਹ ਜਿਹੜੀ ਤਿੰਨਾਂ ਗੁਣਾਂ ਦੀ ਬਣੀ ਹੋਈ ਮਾਇਆ ਰਚਿਤ ਦੇਹ ਹੈ ਨਾ, ਫਿਰ ਪੰਜਾਂ ਤੱਤਾਂ ਦੀ ਬਣੀ ਹੋਈ ਮਾਇਆ ਰਚਿਤ ਇਹ ਦੇਹ ਹੈ ਨਾ, ਇਹਦੇ ਅੰਦਰ ਮਹਾਰਾਜ ਕਹਿੰਦੇ ਮਨ ਚੰਚਲ ਹੋ ਰਿਹਾ ਹੈ। ਤੇ ਚਪਲ ਦਾ ਵੀ ਅਰਥ ਚੰਚਲ ਹੁੰਦਾ, ਸਥਿਰ ਨਾ ਰਹਿਣ ਵਾਲਾ। ਉਹ ਕੀ ਹੈ? ਚੰਚਲ ਚਪਲ ਬੁੱਧ ਕਾ ਖੇਲ। ਇਹ ਬੁੱਧੀ ਜਿਹੜੀ ਅੰਦਰ ਬੜੀ ਸਥਿਰ ਨਹੀਂ ਰਹਿੰਦੀ, ਇਹ ਖਿਨ ਖਿਨ ਪਾਰੇ ਵਾਂਗੂ ਡੋਲ ਰਹੀ ਹੈ। ਮਹਾਰਾਜ ਕਹਿੰਦੇ ਚੰਚਲ ਮਨ ਦਾ ਨਾ ਟਿਕੇ ਰਹਿਣ ਵਾਲੀ ਬੁੱਧ ਦਾ ਹੀ ਸਾਰਾ ਖੇਲ ਹੈ ਇਹ ਸਰੀਰ। ਜਿਹੜਾ ਇਹ ਸਰੀਰ ਸਭ ਦੇ ਹੀ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਨੇ। ਫਿਰ ਇਹਦਾ ਵਿਸਥਾਰ ਬਹੁਤ ਹੈ ਸਾਧ ਸੰਗਤ ਜੀ।
ਜਿਉਂ ਕਿ ਸਰੀਰਾਂ ਵਿੱਚ ਭਿੰਨ ਭੇਦ ਸੁਭਾਵਾਂ ਵਿੱਚ ਕਿਉਂ ਹੁੰਦਾ ਹੈ? ਉਹ ਤੱਤਾਂ ਦੇ ਕਰਕੇ ਹੁੰਦਾ ਹੈ, ਵੱਧ ਘੱਟ ਤੱਤਾਂ ਦੇ ਕਰਕੇ, ਮਾਇਆ ਦੇ ਗੁਣਾਂ ਕਰਕੇ, ਵੱਧ ਘੱਟ ਹੋਣੇ ਕਰਕੇ ਸੁਭਾਵਾਂ ਵਿੱਚ, ਖਾਣਿਆਂ ਵਿੱਚ ਤੇ ਪਹਿਰਨ ਵਿੱਚ ਫਰਕ ਹੁੰਦਾ ਹੈ। ਉਹਦਾ ਬੜਾ ਵਿਸਥਾਰ ਹੈ। ਤੋ ਮਹਾਰਾਜ ਕਹਿੰਦੇ ਇਹ ਮੇਲ ਵੈ ਇਹਨਾਂ ਤਿੰਨਾਂ ਗੁਣਾਂ ਦਾ ਤੇ ਪੰਜਾਂ ਤੱਤਾਂ ਦਾ। ਵਿੱਚ ਮਹਾਰਾਜ ਕਹਿੰਦੇ ਮਨ ਚੰਚਲ ਹੋ ਰਿਹਾ ਹੈ ਤੇ ਨਾ ਥਿਰ ਰਹਿਣ ਵਾਲੀ ਬੁੱਧੀ ਜਿਹੜੀ ਹੈ ਇਹ ਖੇਲ ਖੇਲ ਰਹੀ ਹੈ। ਸਾਰੇ ਇਹ ਹੈ ਸਾਰੀ ਖੇਲ ਹੀ। ਜੋ ਜੀਵ ਜਿਹੜਾ ਨਾ ਇਹ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੌੜਿਓ ਫਿਰਤ ਹੈ। ਇਹ ਖੇਲ ਹੀ ਹੋ ਰਹੀ ਹੈ ਸਾਰੀ। ਜਿਵੇਂ ਨਟੰਕੀ ਵਾਲੇ ਨਹੀਂ ਉਹ ਕਠਪੁਤਲੀਆਂ ਨੂੰ ਖਿਡਾਉਂਦੇ, ਇਵੇਂ ਇਹ ਸ਼ਰੀਰਾਂ ਰੂਪੀ ਕਠਪੁਤਲੀਆਂ ਮਹਾਰਾਜ ਕਹਿੰਦੇ ਖੇਲ ਹੀ ਖੇਲ ਰਹੀਆਂ। ਅੰਦਰ ਚੰਚਲ ਮਨ ਮੈਂ ਤੇ ਨਾ ਟਿਕਣ ਵਾਲੀ ਜਿਹੜੀ ਬੁੱਧੀ ਹੈ ਇਹ ਖੇਲ ਖੇਲ ਰਹੀ ਆ। 9 ਦਰਵਾਜੇ 10ਵਾਂ ਦਵਾਰ। 9 ਦਰਵਾਜੇ 9 ਗੋਲਕਾਂ ਨੇ। ਮਹਾਰਾਜ ਕਹਿੰਦੇ ਉਹ ਵੀ ਵੇਖ ਲੈ, 9 ਗੋਲਕਾਂ ਵਾਲਾ ਸਰੀਰ ਵੀ ਤੇਰੇ ਪਿਓ ਦਾ ਇੱਥੇ ਹੀ ਪਿਆ ਹੈ। ਤੇ ਫਿਰ 10ਵਾਂ ਦਵਾਰ ਜਿੱਥੇ ਗੁਪਤ ਹੈ, ਖੋਪੜ ਸਿਰ, ਉਹ ਵੀ ਮਹਾਰਾਜ ਕਹਿੰਦੇ ਕਾਇਮ ਹੈ, ਉਹ ਵੀ ਪਿਆ ਹੈ ਤੇਰੇ ਲਾਗੇ ਹੀ ਪਿਆ ਹੈ ਤੇਰੇ ਸਰੀਰ ਪਿਤਾ ਦਾ। 10ਵਾਂ ਦਵਾਰ ਵੀ ਕਾਇਮ ਹੈ, 9 ਗੋਲਕਾਂ ਵੀ ਕਾਇਮ ਨੇ। ਪੂਰੇ ਦਾ ਪੂਰਾ ਸਾਬਤ ਸਰੀਰ ਜਿਹਨੂੰ ਤੂੰ ਆਪਣਾ ਪਿਓ ਕਹਿੰਦਾ ਹੈ ਉਹ ਤਾਂ ਮਹਾਰਾਜ ਕਹਿੰਦੇ ਭਾਈ ਤੇਰੇ ਕੋਲ ਹੀ ਸਾਬਤ ਹੀ ਪਿਆ ਹੈ। ਬੁੱਝ ਰੇ ਗਿਆਨੀ ਇਹੋ ਵਿਚਾਰ। ਬੁੱਝ ਰੇ ਗਿਆਨੀ ਇਹੋ ਵਿਚਾਰ। ਮਹਾਰਾਜ ਕਹਿੰਦੇ ਆਤਮਾ ਦੀ ਵਿਚਾਰ ਨੂੰ ਬੁੱਝਣਾ ਕਰ। ਦੱਸ ਸਤਿਗੁਰੂ ਜੀ ਕਹਿੰਦੇ ਮਰਨ ਵਾਲਾ ਕੌਣ ਹੈ? ਜੇ ਤਾਂ ਤੇਰਾ ਪਿਤਾ ਕਹਿੰਦਾ ਹੈ ਸਰੀਰ ਹੈ, ਉਹ ਤਾਂ ਪਿਆ ਹੈ ਵੇਖ। 9 ਦਰਵਾਜੇ 9 ਗੋਲਕਾਂ ਵਾਲਾ ਸਰੀਰ, 10ਵਾਂ ਗੁਪਤ ਜਿਹੜਾ ਖੋਪੜੇ ਵਿੱਚ ਹੁੰਦਾ ਸਿਰ ਵਿੱਚ, ਉਹ ਵੀ ਸਲਾਮਤ ਪਿਆ ਹੈ। ਮਹਾਰਾਜ ਕਹਿੰਦੇ ਹੈ ਗਿਆਨਵਾਨ ਇਸ ਵਿਚਾਰ ਨੂੰ ਬੁੱਝਣਾ ਕਰ ਕਿ ਮਰਿਆ ਕੌਣ ਹੈ ਵਿੱਚੋਂ। ਇਹ ਸਤਿਗੁਰੂ ਜੀ ਨੂੰ ਪੁੱਛਦਾ ਹੈ। ਇਹ ਵਿਚਾਰ ਗਰੀਬ ਨਵਾਜ ਕਹਿੰਦੇ ਸਮਝਣਾ ਕਰ। ਤੇ ਹਜੂਰ ਦੱਸਦੇ ਹਨ ਅੱਗੇ ਕਥਤਾ ਬਕਤਾ ਸੁਨਤਾ ਸੋਈ। ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਵਿਚਾਰ ਸਮਝਣਾ ਕਰ ਕਿ ਕਥਨ ਕਰਨ ਵਾਲੇ ਜਿਹੜੇ ਸਤਿਗੁਰੂ ਜੀ ਹਨ ਨਾ, ਉਪਦੇਸ਼ ਦਿੰਦੇ ਆ, ਉਹਨਾਂ ਵਿੱਚ ਵੀ ਉਹ ਬ੍ਰਹਮੀ ਹੈ। ਤੇ ਜਿਹੜਾ ਤਤਬੇਤਾ ਹੋ ਕਰਕੇ ਬਕਤੱਬ ਕਰਦਾ ਹੈ ਅੱਗੇ, ਉਹਦੇ ਵਿੱਚ ਵੀ ਉਹ ਬ੍ਰਹਮੀ ਹੈ। ਤੇ ਜਿਹੜਾ ਅਧਿਕਾਰੀ ਹੋ ਕਰਕੇ ਸਰੋਤਾ ਬਣ ਕੇ ਸੁਣਦਾ ਹੈ, ਉਹਦੇ ਵਿੱਚ ਕੋਈ ਹੋਰ ਨਹੀਂ, ਉਹਦੇ ਵਿੱਚ ਵੀ ਬ੍ਰਹਮੀ ਹੈ। ਇਹ ਵਿਚਾਰ ਮਹਾਰਾਜ ਕਹਿੰਦੇ ਤੂੰ ਸਮਝੀ ਹੈ, ਪਰ ਤੂੰ ਤਾਂ ਸਮਝਿਆ ਕਿ ਅਸੀਂ ਤਾਂ ਵਿਦਵਾਨ ਆ, ਬਾਕੀ ਸਾਰੇ ਮੂਰਖ ਹੀ ਸੁਣਨ ਆਉਂਦੇ ਆ। ਜੇ ਇਹ ਸਮਝ ਬੈਠਾ ਤਾਂ ਫਿਰ ਤੇਰੇ ਕਥਾ ਕਰਨ ਦੇ ਵਿੱਚ ਮਹਾਰਾਜ ਕਹਿੰਦੇ ਫਰਕ ਵੈ। ਤੂੰ ਸਰੋਤੇ ਵਿੱਚ ਵੀ ਬ੍ਰਹਮ ਨੂੰ ਵੇਖ। ਬੜਾ ਔਖਾ ਹੈ ਆਪਣੇ ਸ਼ਿਸ਼ ਵਿੱਚ, ਆਪਣੇ ਪੜਾਉਣ ਵਾਲੇ ਜਿਹੜਾ ਹੈ ਵਿਦਿਆਰਥੀ, ਉਹਦੇ ਵਿੱਚ ਵੀ ਨਿਰੰਕਾਰ ਨੂੰ ਵੇਖਣਾ। ਇਸੇ ਕਰਕੇ 10ਵੇਂ ਪਾਤਸ਼ਾਹ ਜੀ ਨੇ ਇਹ ਰਹਿਤ ਦਰਸਾਈ ਕਿ ਭਾਈ ਜਦੋਂ ਪੜਾਓ ਨਾ ਬ੍ਰਹਮ ਵਿਦਿਆ ਤੇ ਇਵੇਂ ਪੜਾਉਣੀ ਹੈ ਕਿ ਬਹੁਤ ਜ਼ਿਆਦਾ ਜਿਵੇਂ ਮੇਰੇ ਨਾਲੋਂ ਉਹ ਸਿਆਣਾ ਹੈ ਤੇ ਬਹੁਤ ਉਹਨੂੰ ਪਿਆਰ ਦੇ ਨਾਲ, ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਭਰਾ ਨਾਲ ਪਿਆਰ ਕਰੀਦਾ ਹੈ, ਇਸ ਤਰ੍ਹਾਂ ਉਹਨੂੰ ਪਿਆਰ ਦੇ ਨਾਲ ਵਿਦਿਆ ਸਿਖਾਉਣੀ। ਤੇ ਸੰਸਾਰੀ ਵਿਦਿਆ ਤੇ ਭਾਵੇਂ ਬਾਹਰਲੇ ਦੇਸ਼ਾਂ 'ਚ ਤਾਂ ਨਹੀਂ ਇਸ ਤਰ੍ਹਾਂ ਕਰਦੇ, ਇੱਥੇ ਤੇ ਅਧਿਆਪਕ ਸੋਟੀਆਂ ਬੜੀਆਂ ਪਹਿਲਾਂ ਮਾਰਦੇ ਹੁੰਦੇ ਸੀ, ਹੁਣ ਤਾਂ ਨਹੀਂ ਮਾਰਦੇ ਹੋਣੇ, ਲੱਗਦਾ ਬਦਲ ਗਿਆ ਨਾ ਕਾਫੀ। ਨਹੀਂ ਤਾਂ ਉਨੀ ਪੜ੍ਹਾਈ ਨਹੀਂ ਕਰਦੇ ਜਿੰਨੀਆਂ ਸੋਟੀਆਂ ਦੀਆਂ ਲਾਸ਼ਾਂ ਪਾ ਕੇ ਘਰ ਨੂੰ ਤੋਰਦੇ ਹੁੰਦੇ ਸੀਗੇ। ਤੇ ਬਹੁਤ ਮਾਰ ਸਾਧ ਸੰਗਤ ਜੀ ਅਸੀਂ ਬਚਪਨ ਵਿੱਚ ਵਹਿੰਦੇ ਰਹੇ ਹਾਂ, ਬਹੁਤ ਕੁੱਟ ਪੈਂਦੀ ਰਹੀ ਹੈ। ਇਸ ਤਰ੍ਹਾਂ ਦੀ ਹਾਲਤ ਹੈ। ਉਹਨ ਕੀ ਪੜਾਉਣਾ ਫਿਰ, ਜਿਹਨਾਂ ਆਪ ਦੇ ਆਪ ਨੂੰ ਹੀ ਸਮਝਣਾ ਕਿ ਮੈਨੂੰ ਸਭ ਪਤਾ ਹੈ। ਤੇ ਪੜਨ ਵਾਲੇ ਸ਼ਿਸ਼ ਨੂੰ ਪਸ਼ੂ ਹੀ ਜਾਣਨਾ, ਜਾਨਵਰਾਂ ਦੀ ਤਰ੍ਹਾਂ ਵਿਹਾਰ ਕਰਨਾ ਉਹਨਾਂ ਦੇ ਨਾਲ। ਇਹ ਫਿਰ ਸਾਧ ਸੰਗਤ ਜੀ ਉਹਨੇ ਪੜਾਉਣ ਵਾਲਾ ਜਿਹੜਾ ਨਾ ਉਹ ਵੀ ਸਰੀਰ 'ਚ ਹੀ ਫਸਿਆ ਹੋਇਆ ਹੈ। ਉਹਨੇ ਕੀ ਵਿਦਿਆ ਪੜ੍ਹਾ ਲੈਣੀ ਹੈ? ਸਤਿਗੁਰੂ ਜੀ ਕਹਿੰਦੇ ਤੂੰ ਕਥਾ ਕਰਨ ਵਾਲਾ ਹੈ, ਤੂੰ ਕੀ ਸਮਝਿਆ ਹੈ ਕਿ ਸਰੋਤੇ ਵਿੱਚ ਕੌਣ ਹੈ? ਸਰੋਤੇ ਵਿੱਚ ਵੀ ਬੈਠਾ ਬ੍ਰਹਮੀ ਸੁਣ ਰਿਹਾ, ਤੇਰੇ ਅੰਦਰ ਵੀ ਬਕਤੱਬ ਬ੍ਰਹਮੀ ਕਰ ਰਿਹਾ ਹੈ। ਤੇ ਜਿਨ੍ਹਾਂ ਤੋਂ ਤੂੰ ਉਪਦੇਸ਼ ਲਿਆ ਨਾ, ਉਹਨਾਂ ਦੇ ਉਪਦੇਸ਼ ਵਿੱਚ ਵੀ ਬ੍ਰਹਮੀ ਹੈ ਤੇ ਉਹ ਆਪ ਵੀ ਬ੍ਰਹਮ ਸਰੂਪ ਹੀ ਹੈ। ਫੇਰ ਹੀ ਮਹਾਰਾਜ ਕਹਿੰਦੇ ਤੂੰ ਉੱਥੇ ਤੱਕ ਪਹੁੰਚ ਸਕੇਗਾ। ਨਹੀਂ ਤੇ ਜੇ ਤੂੰ ਸਮਝ ਰਿਹਾ ਕਿ ਮੈਂ ਕਥਾ ਕਰ ਰਿਹਾ, ਫਲਾਨਾ ਸੁਣ ਰਿਹਾ, ਤੇ ਅੱਜ ਉੱਠ ਕੇ ਕਹਿਣਗੇ ਬੱਲੇ ਬੱਲੇ ਗਿਆਨੀ ਜੀ ਬੜੀ ਕਮਾਲ ਕੀਤੀ, ਤੇ ਆਪਣੀ ਸੁਭਾ ਵਿੱਚ ਜੇ ਫਸਿਆ ਹੋਇਓ ਤੇ ਫਿਰ ਜ਼ਰੂਰ ਜਦੋਂ ਤੇਰਾ ਪਿਓ ਮਰਿਆ ਤੇ ਤੂੰ ਰੋਵੇਂਗਾ ਹੀ, ਦੂਜਿਆਂ ਨੂੰ ਦੱਸੇਗਾ ਕਿ ਭਾਣਾ ਮੰਨੋ, ਪਰ ਜਦੋਂ ਆਪਦੇ ਭਾਣਾ ਮੰਨਣ ਦਾ ਵਕਤ ਆਇਆ ਤੇ ਭੁੱਬਾ ਮਾਰ ਮਾਰ ਰੋਵੇਂਗਾ, ਕਿਉਂਕਿ ਤੈਨੂੰ ਅੰਦਰ ਦਾ ਗਿਆਨ ਹੈ ਨਹੀਂ, ਤੇਰੇ ਅੰਦਰ ਉਹ ਬ੍ਰਹਮ ਸਰੂਪ ਜਾਗਿਆ ਨਹੀਂ ਨੇ, ਨਾ ਤੂੰ ਉਹਨੂੰ ਜਗਾਉਣ ਦਾ ਯਤਨ ਹੀ ਕੀਤਾ ਹੈ।
ਤੋ ਹਜੂਰ ਫਰਮਾਉਂਦੇ ਹਨ, ਕਥਤਾ ਬਕਤਾ ਸੁਨਤਾ ਸੋਈ। ਮਹਾਰਾਜ ਕਹਿੰਦੇ ਸਭ ਦੇ ਅੰਦਰ ਸੋਈ ਉਹੋ ਹੀ ਕਥਨ ਕਰਨ ਵਾਲਾ। ਜੇ ਕੋਈ ਮਹਾਰਾਜ ਕਹਿੰਦੇ ਆ ਜਿਹੜਾ ਸਾਧ ਸੰਗਤ ਜੀ ਕਥਨ ਕਰਨਾ ਹੁੰਦਾ ਹੈ ਕਿ ਲਿਖਣਾ, ਜਿਨ੍ਹਾਂ ਨੇ ਬਹੁਤ ਸਾਰਾ ਲਿਖ ਦਿੱਤਾ ਗ੍ਰੰਥਾਂ ਦੇ ਤਾਈਂ, ਹਜੂਰ ਕਹਿੰਦੇ ਉਹਨਾਂ ਦੇ ਅੰਦਰ ਵੀ ਬ੍ਰਹਮ ਹੀ ਹੈ ਕਥਨ ਕਰਨ ਵਾਲਿਆਂ ਦੇ ਅੰਦਰ। ਫਿਰ ਜਿਹੜੇ ਉਹਨਾਂ ਨੂੰ ਪੜ੍ਹ ਪੜ੍ਹ ਕੇ ਗ੍ਰੰਥਾਂ ਨੂੰ ਅੱਗੇ ਬਕਤੱਬ ਕਰਦੇ ਆ, ਬੋਲਦੇ ਆ, ਮਹਾਰਾਜ ਕਹਿੰਦੇ ਉੱਥੇ ਵੀ ਬ੍ਰਹਮ ਹੀ ਬੋਲ ਰਿਹਾ ਹੈ। ਤੇ ਫਿਰ ਜਿਹੜੇ ਸਰੋਤੇ ਅਧਿਕਾਰੀ ਬਣ ਕਰਕੇ ਸੁਣ ਰਹੇ ਆ, ਉੱਥੇ ਵੀ ਮਹਾਰਾਜ ਕਹਿੰਦੇ ਬ੍ਰਹਮ ਆਪ ਹੀ ਭਾਈ ਸੁਣ ਰਿਹਾ ਉਹਨਾਂ ਦੇ ਅੰਦਰ ਬੈਠਾ ਹੋਇਆ। ਆਪ ਵਿਚਾਰੇ ਸੋ ਗਿਆਨੀ ਹੋਈ। ਜਿਹੜਾ ਆਪਣੇ ਆਪੇ ਦੀ ਵਿਚਾਰ ਕਰਦਾ ਨਾ ਆਪਣੇ ਆਤਮਿਕ ਸਰੂਪ ਦੀ, ਉਹ ਹਜੂਰ ਕਹਿੰਦੇ ਗਿਆਨੀ ਹੁੰਦਾ ਹੈ, ਉਹ ਗਿਆਨਵਾਨ ਹੁੰਦਾ। ਪੰਡਤ ਜੀ ਆਪਣੇ ਪਿਤਾ ਦੇ ਸਰੀਰ ਤੇ ਰੋ ਰਹੇ ਹੋ, ਦੂਜਿਆਂ ਨੂੰ ਤੁਸੀਂ ਕਿਆ ਸਿੱਖਿਆ ਦਿੰਦੇ ਸੀਗੇ ਕਿ ਆਤਮਾ ਐਸੀ ਹੈ, ਉਹ ਮਰਤੀ ਨਹੀਂ ਹੈ, ਸਰੀਰ ਮਰ ਜਾਤਾ ਹੈ, ਐਸਾ ਐਸਾ ਉਪਦੇਸ਼ ਪੰਡਤ ਜੀ ਤੁਸੀਂ ਦਿੰਦੇ ਸੀ। ਹੁਣ ਪਿਤਾ ਦੇ ਮਰਨ ਤੋਂ ਕਿਉਂ ਉਪਦੇਸ਼ ਸਾਰਾ ਰੁੜ ਗਿਆ, ਉਹ ਚੇਤੇ ਕਿਉਂ ਨਹੀਂ ਰਿਹਾ? ਕਹਿੰਦਾ ਮਹਾਰਾਜ ਦੱਸਿਆ ਹੀ ਸੀ ਨਾ, ਕੱਲਾ ਕਮਾਇਆ ਨਹੀਂ ਨਾ, ਆਪਣੇ ਆਪ ਨੂੰ ਆਤਮਾ ਰੂਪ ਜਾਣਿਆ ਹੀ ਨਹੀਂ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਸ ਵਿਚਾਰ ਨੂੰ ਸਮਝਣਾ ਕਰ, ਫਿਰ ਪੜੋ। ਆਪ ਵਿਚਾਰੇ ਸੋ ਗਿਆਨੀ ਹੋਈ। ਪਿਛਲੀ ਪੰਕਤੀ ਪੜਿਓ। ਕਥਤਾ ਬਕਤਾ ਸੁਨਤਾ ਸੋਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਹੀ ਸਭ ਦੇ ਅੰਦਰ ਕਥਨ ਕਰਨ ਵਾਲਾ, ਬੋਲਣ ਵਾਲਾ ਤੇ ਸੁਣਨ ਵਾਲਾ। ਜੇ ਅਸੀਂ ਸੁਣਦੇ ਵੀ ਆ ਨਾ ਤੇ ਬ੍ਰਹਮ ਹੀ ਬੈਠਾ ਅੰਦਰ ਉਹਦੀ ਸੱਤਾ ਕਰਕੇ ਸੁਣ ਰਹੇ ਆ, ਨਹੀਂ ਤੇ ਸਰੀਰ ਰੂਪੀ ਕੰਨ ਥੋੜੋ ਸੁਣਦੇ ਆ, ਇਹ ਨਹੀਂ ਸੁਣਦੇ। ਜੇ ਅੰਦਰ ਸੁਣਨ ਵਾਲਾ ਨਹੀਂ ਬੈਠਾ ਹੋਇਆ, ਮੁਰਦੇ ਨੂੰ ਸੁਣਾਓ ਕੋਈ ਰਾਗ ਤੇ ਉੱਠ ਕੇ ਕਹੂਗਾ ਮੁਰਦਾ ਵੀ ਬੜਾ ਮਜ਼ਾ ਆਇਆ, ਰਾਗ ਬੜਾ ਸੋਹਣਾ ਪੜਿਆ ਸੀ, ਕੰਨ ਤਾਂ ਉਹੋ ਹੀ ਪਏ ਆ। ਜਿਹੜੀ ਬਕਤੱਬ ਕਰਨ ਵਾਲੀ ਜੀਭ ਵੀ ਉਵੇਂ ਪਈ ਆ, ਤੇ ਜੇ ਕਥਨ ਕਰਨ ਨੂੰ ਕਹੀਏ ਲਿਖਣ ਵਾਲੇ ਹੱਥ ਵੀ ਉਵੇਂ ਪਏ ਆ। ਮੁਰਦਾ ਲਿਖ ਲੈਂਦਾ, ਮੁਰਦਾ ਸਾਧ ਸੰਗਤ ਜੀ ਕਥਨ ਨਹੀਂ ਕਰ ਸਕਦਾ, ਬਕਤੱਬ ਨਹੀਂ ਕਰ ਸਕਦਾ, ਸੁਣ ਨਹੀਂ ਸਕਦਾ। ਹਜੂਰ ਕਹਿੰਦੇ ਉਹ ਜਿਹੜੀ ਸੱਤਾ ਹੈ ਨਾ ਅੰਦਰ, ਉਹੋ ਹੀ ਕਥਨ ਕਰਦੀ ਹੈ, ਉਹੋ ਹੀ ਬਕਤੱਬ ਕਰਦੀ ਹੈ, ਉਹੋ ਹੀ ਮਹਾਰਾਜ ਕਹਿੰਦੇ ਅੰਦਰ ਸੁਣਦੀ ਹੈ। ਆਪ ਵਿਚਾਰੇ ਸੋ ਗਿਆਨੀ ਹੋਈ। ਆਪਣੇ ਉਸ ਆਤਮਿਕ ਸਰੂਪ ਨੂੰ ਜਿਹੜਾ ਵਿਚਾਰੇ ਨਾ, ਉਹ ਮਹਾਰਾਜ ਕਹਿੰਦੇ ਗਿਆਨੀ ਹੁੰਦਾ ਹੈ, ਉਹ ਮਹਾਪੁਰਖ ਵਿਦਵਾਨ ਹੁੰਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਦੇਹੀ ਮਾਟੀ ਬੋਲੇ ਪੌਣ। ਹਜੂਰ ਕਹਿੰਦੇ ਸਭ ਦੀ ਦੇਹਾਂ ਜਿਹੜੀਆਂ ਮਿੱਟੀ ਦੇ ਹੀ ਪੁਤਲੇ ਐ, ਤੇ ਅੰਦਰ ਬੋਲ ਕੌਣ ਰਿਹਾ? ਮਹਾਰਾਜ ਕਹਿੰਦੇ ਪੌਣ ਬੋਲ ਰਹੀ ਹੈ। ਜੇ ਪੌਣ ਹਵਾ ਦਾ ਤੱਤ ਨਾ ਹੋਵੇ, ਜੀਵ ਨਹੀਂ ਬੋਲ ਸਕਦਾ। ਇਹ ਨਾਭੀ ਤੋਂ ਸਾਧ ਸੰਗਤ ਜੀ, ਆ ਮੱਖੀ ਨੇ ਤੰਗ ਕਰ, ਨਾਭੀ ਤੋਂ ਸਾਧ ਸੰਗਤ ਜੀ ਆਵਾਜ਼ ਉੱਠਦੀ ਹੈ, ਤੇ ਫਿਰ ਇਹ ਪੌਣ ਹੀ ਹੈ ਨਾ, ਉੱਥੇ ਇਹ ਪਰਾਬਾਣੀ ਹੈ, ਤੇ ਫਿਰ ਉਥੋਂ ਸਾਧ ਸੰਗਤ ਜੀ ਪਸੰਤੀ ਬਣ ਕੇ ਹਿਰਦੇ ਚ ਆਉਂਦੀ ਹੈ, ਤੇ ਫਿਰ ਹਿਰਦੇ ਤੋਂ ਕੰਠ ਤੇ ਆਉਂਦੀ ਹੈ ਮਧਮਾ, ਤੇ ਜ਼ਬਾਨ ਤੇ ਨਿਕਲ ਕੇ ਬੈਖਰੀ ਬਾਹਰ ਆ ਜਾਂਦੀ ਹੈ। ਇਹ ਕੀ ਬੋਲ ਰਿਹਾ? ਪੌਣ ਬੋਲ ਰਹੀ ਹੈ। ਸਤਿਗੁਰੂ ਜੀ ਕਹਿੰਦੇ ਦੇਹ ਤਾਂ ਮਿੱਟੀ ਦੇ ਤੱਤ ਤੋਂ ਹੈ ਸਾਰੀ, ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਅੰਦਰ ਭਾਈ ਪੌਣ ਬੋਲ ਰਹੀ ਹੈ। ਇਹ ਸਾਧ ਸੰਗਤ ਜੀ ਅੰਦਰ 10 ਹਵਾਵਾਂ ਹਨ ਸਾਡੇ, ਤੇ ਇਵੇਂ ਇਹ 10 ਹਵਾਵਾਂ ਜਿਹੜੀਆਂ ਸ਼੍ਰੀ ਨਾਨਕ ਪ੍ਰਕਾਸ਼ ਦੇ ਅੰਦਰ ਜਿੱਥੋਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨਾ ਸਿੱਧ ਹਵਾਵਾਂ ਕਿੰਨੀਆਂ, ਉੱਥੇ ਸਤਿਗੁਰੂ ਜੀ ਨੇ ਕਥਨ ਕੀਤੀਆਂ ਹਨ। ਪ੍ਰਾਣ ਵਾਯੂ ਹੈ, ਅਪਾਨ ਵਾਯੂ ਹੈ, ਕ੍ਰਿਕਲ ਵਾਯੂ ਹੈ। ਇਉਂ ਸਾਧ ਸੰਗਤ ਜੀ ਸਾਰੀਆਂ ਜਿਹੜੀਆਂ ਹਨ ਧਨੰਜੈ ਵਾਯੂ ਹੈ, ਇਹ ਸਾਰੀਆਂ ਵਾਯੂਆਂ ਮੰਨੀਆਂ ਜਾਂਦੀਆਂ, ਤੇ ਇਹਨਾਂ ਦੇ ਰਹਿਣ ਦਾ ਥਾਂ ਮੰਨਿਆ ਜਾਂਦਾ ਹੈ। ਕਿੱਥੇ ਕਿੱਥੇ ਰਹਿੰਦੀਆਂ ਹਨ? ਅਪਾਨ ਵਾਯੂ ਜਿਹੜੀ ਹੈ ਗੁਦਾ 'ਚ ਰਹਿੰਦੀ ਹੈ, ਪ੍ਰਾਣ ਵਾਯੂ ਹਿਰਦੇ 'ਚ ਰਹਿੰਦੀ ਹੈ। ਇਸ ਤਰ੍ਹਾਂ ਇਹਨਾਂ ਦੇ ਰਹਿਣ ਦਾ ਥਾਂ ਹੈ। ਕੂਰਮ ਵਾਯੂ ਵੀ ਹੈ, ਕ੍ਰਿਕਲ ਵਾਯੂ ਹੈ। ਇਹ ਕ੍ਰਿਕਲ ਵਾਯੂ ਨਾਲ ਛਿੱਕ ਆਉਂਦੀ ਹੈ। ਕੂਰਮ ਵਾਯੂ ਦੇ ਨਾਲ ਸਾਡੀਆਂ ਅੱਖਾਂ ਇਦਾਂ ਜਿਵੇਂ ਬੰਦ ਕਰਦੇ ਆ ਖੋਲਦੇ ਆ ਨਾ ਝਿਮਣੀਆਂ, ਜੇ ਇਹ ਨਾ ਹੋਵੇ ਤੇ ਸਲੇਡੇ ਵਾਂਗੂ ਅੱਖਾਂ ਅੱਡੀਆਂ ਹੀ ਰਹਿਣ। ਇਹ ਕੂਰਮ ਹਵਾ ਕਰਕੇ ਸਾਡੀਆਂ ਅੱਖਾਂ ਬੰਦ ਹੁੰਦੀਆਂ ਖੁੱਲਦੀਆਂ ਹਨ। ਮਹਾਰਾਜ ਕਹਿੰਦੇ ਨੇ ਦੇਹੀ ਮਾਟੀ ਬੋਲੇ ਪੌਣ, ਅੰਦਰ ਪੌਣ ਬੋਲ ਰਹੀ ਹੈ। 9 ਹਵਾਵਾਂ ਉਸੇ ਵੇਲੇ ਜਿਹੜੀਆਂ ਹਨ, ਕੀ ਹੁੰਦਾ? ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਉਹ ਕਿਹੜੇ ਆਸਰੇ ਤੇ ਰੋ ਰਿਹਾ? ਕਿਉਂ ਰੋ ਰਿਹਾ?
ਸਾਰੀ ਕੋਈ ਚੀਜ਼ ਕਿਤੇ ਗਈ ਨਹੀਂ, ਕੋਈ ਆਈ ਨਹੀਂ। ਪੌਣ ਨੇ ਕਿੱਥੇ ਜਾਣਾ ਸੀ, ਕਿੱਥੇ ਆਉਣਾ ਸੀ? ਕਿਉਂਕਿ ਪਵਨ ਹੈ, ਮੈਂ ਪਵਨ ਸਮਾਇਆ, ਪਵਨ ਪਵਨ ਚ ਸਮਾ ਗਈ ਹੈ। ਤੇ ਫਿਰ ਤੂੰ ਪਵਨ ਨੂੰ ਰੋ ਰਿਹਾ, ਜਿਹੜੀ ਪਹਿਲਾਂ ਹੀ ਪਵਨ ਪਵਨ ਰੂਪ ਹੈ, ਉਹ ਤੇਰੇ ਅੰਦਰੋਂ ਨਿਕਲ ਕੇ ਹਵਾ ਹਵਾ ਚ ਮਿਲ ਗਈ ਹੈ। ਜਿਹੜੀ ਤੇਰੀ ਅੰਦਰ ਜੋਤ ਸੀਗੀ ਸੱਤਾ, ਉਹ ਸੱਤਾ ਚ ਰਲ ਗਈ ਹੈ। ਚੰਦਰਮੇ ਦਾ ਅਕਸ਼ ਘੜੇ ਚ ਪੈ ਗਿਆ ਤੇ ਘੜਾ ਟੁੱਟ ਗਿਆ, ਪਾਣੀ ਧਰਤੀ ਚ ਖਿਲਰ ਗਿਆ। ਤੇ ਫਿਰ ਕੋਈ ਰੋਵੇ ਕਿ ਚੰਦਰਮਾ ਮਰ ਗਿਆ? ਪਹਿਲਾਂ ਤਾਂ ਦਿਸ ਰਿਹਾ ਸੀ ਨਾ ਜਦੋਂ ਪਾਣੀ ਸੀਗਾ। ਤੇ ਫਿਰ ਬੱਚਾ ਕਹਿੰਦਾ ਹੈ ਕਿ ਸਾਡੇ ਘੜੇ 'ਚ ਚੰਦਰਮਾ, ਤੇ ਜਦੋਂ ਟੁੱਟ ਜੇ ਘੜਾ ਤੇ ਖਲੋ ਜੇ ਪਾਣੀ ਕਿੰਨਿਆਂ ਥਾਵਾਂ ਤੇ, ਉਨਿਆਂ ਥਾਵਾਂ ਤੇ ਚੰਦਰਮੇ ਦਿਸਣ ਲੱਗ ਪੈਂਦੇ ਆ। ਤੇ ਜਦੋਂ ਧਰਤੀ 'ਚ ਪਾਣੀ ਜੀਰ ਜਾਂਦਾ ਫਿਰ ਚੰਦਰਮਾ ਉੱਥੇ ਰਹਿੰਦਾ ਹੀ ਨਹੀਂ। ਤੇ ਬੱਚਾ ਰੋਣ ਲੱਗ ਪਿਆ ਕਿ ਸਾਡੇ ਵਿਹੜੇ 'ਚ 7 ਚੰਦਰਮਾ ਮਰ ਗਏ, ਕਿੱਧਰ ਚਲੇ ਗਏ? ਇਸੇ ਕਰਕੇ ਮਹਾਰਾਜ ਕਹਿੰਦੇ ਆ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਦੇਹੀ ਮਾਟੀ ਬੋਲੇ ਪੌਣ, ਅੰਦਰ ਪੌਣ ਬੋਲ ਰਹੀ ਹੈ। ਜੀਵ ਗੱਲਾਂ ਕਰਦੇ ਐ, ਨੱਠੇ ਫਿਰਦੇ ਐ। ਇਹ ਹਵਾ ਦੇ ਤੱਤ ਤੋਂ ਸਾਧ ਸੰਗਤ ਜੀ ਜਿਹੜਾ ਪਸਰਨਾ ਦੌੜਨਾ। ਤੇ ਸਤਿਗੁਰੂ ਜੀ ਕਹਿੰਦੇ ਐ ਕਿ 9 ਹਵਾਵਾਂ ਜਿਹੜੀਆਂ ਨਾ ਫਿਰ ਉਹ ਰਲ ਜਾਂਦੀਆਂ ਨੇ। ਇੱਕ ਧਨਜੇ ਹਵਾ ਜਿਹੜੀ ਆ ਨਾ ਦੇਹ 'ਚ ਰਹਿੰਦੀ ਹੈ ਜਿੰਨਾ ਚਿਰ ਸੰਸਕਾਰ ਨਹੀਂ ਕਰੀਦਾ, ਜਿਸ ਕਰਕੇ ਦੇਹ ਫਿਰ ਫੁੱਲ ਜਾਂਦੀ ਹੈ। ਹਜੂਰ ਕਹਿੰਦੇ ਦੇਹ ਤਾਂ ਮਿੱਟੀ ਦੀ ਹੈ, ਇਹ ਗਿਆਨਮਾਨ ਪੰਡਤ। ਤੇ ਜਿਹੜੀ ਅੰਦਰ ਮਹਾਰਾਜ ਕਹਿੰਦੇ ਬੋਲਣ ਵਾਲੀ ਉਹ ਤਾਂ ਪੌਣ ਹੈ, ਹਵਾ ਹੈ। ਤੇ ਹਵਾ ਹਵਾ 'ਚ ਰਲ ਗਈ ਆ। ਬੁੱਝ ਰੇ ਗਿਆਨੀ ਮੂਆ ਹੈ ਕੌਣ? ਤੇ ਬੁੱਝ ਰੇ ਗਿਆਨੀ, ਹੈ ਗਿਆਨਮਾਨ ਦੱਸ ਫਿਰ ਮੂਆ ਹੈ ਕੌਣ? ਕੌਣ ਮਰਿਆ ਹੈ? ਮਰਨ ਵਾਲਾ ਦੱਸ ਨਾ ਕੌਣ ਹੈ? ਇਸੇ ਕਰਕੇ ਕਿਹਾ ਹੈ ਕਿ ਮਰਨਹਾਰ ਇਹ ਜਿਉਰਾ ਨਾ ਹੈ। ਕਬੀਰ ਜੀ ਨੇ ਤਾਂ ਹੀ ਕਿਹਾ ਮੈਂ ਨਾ ਮਰੋ ਮਰਬੋ ਸੰਸਾਰਾ। ਕਹਿੰਦੇ ਮੈਂ ਨਹੀਂ ਮਰਨਾ, ਬਾਕੀ ਸਾਰਾ ਸੰਸਾਰ ਮਰੂਗਾ। ਕਬੀਰ ਜੀ ਤੁਸੀਂ ਕਿਉਂ ਨਹੀਂ ਮਰਨਾ? ਕਹਿੰਦੇ ਅਬ ਮੋਹ ਮਿਲਿਓ ਹੈ ਜੀਆਵਨ ਹਾਰਾ। ਕਹਿੰਦੇ ਮੈਂ ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ ਤੇ ਮੈਂ ਨਹੀਂ ਮਰਨਾ, ਬਾਕੀ ਸਭ ਸੰਸਾਰ ਮਰ ਜਾਏਗਾ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉਹ ਉਪਦੇਸ਼ ਦੇ ਰਹੇ ਹੈ ਇਸ ਗਿਆਨਵਾਨ ਨੂੰ। ਸਾਧ ਸੰਗਤ ਜੀ ਕਥਨ ਕਰਨਾ ਬੜਾ ਸੌਖਾ ਹੈ, ਪੜ੍ਹ ਪੜ੍ਹ ਕੇ ਅਸੀਂ ਵੀ ਵੇਖ ਲਈਦਾ ਹੈ ਕਿ ਕੀ ਕੀ ਤੱਤਾਂ ਦੇ ਬਾਰੇ ਗਿਆਨ ਦੱਸਿਆ ਹੈ, ਆਤਮਾ ਦੇ ਬਾਰੇ ਕੀ ਵਿਚਾਰ ਦੱਸੀ ਹੈ, ਸਰੀਰ ਬਾਰੇ ਕੀ ਵਿਚਾਰ ਦੱਸੀ ਹੈ, ਕਾਰਨ ਸਰੀਰ ਕੀ ਹੈ, ਅਵਿਦਿਆ ਕੀ ਹੈ, ਤੇ ਗਿਆਨ ਜਿਹੜਾ ਹੈ ਉਹ ਕਦੋਂ ਪ੍ਰਾਪਤ ਹੁੰਦਾ ਹੈ, ਇਹ ਦੱਸ ਲੈਣਾ ਤਾਂ ਬੜਾ ਸੌਖਾ ਹੈ। ਬਿਨਾਂ ਕਮਾਈ ਤੋਂ ਆਪਣਾ ਅਸਲ ਸਰੂਪ ਜਿਹੜਾ ਆਤਮਿਕ ਸਰੂਪ ਨਹੀਂ ਪ੍ਰਾਪਤ ਹੁੰਦਾ ਹੈ, ਅਸਲ ਵਿੱਚ ਉਹੋ ਹੀ। ਪਰ ਮਾਇਆ ਨੇ ਪਰਦਾ ਏਡਾ ਵੱਡਾ ਪਾਇਆ ਹੋਇਆ ਕਿ ਸਰੀਰ ਨੂੰ ਆਪਣਾ ਆਪ ਸਮਝਦੇ ਆ। ਫਿਰ ਤਾਂ ਉੱਚੀ ਉੱਚੀ ਰੋਵਾਂਗੇ ਜਦੋਂ ਕੋਈ ਦਿਨ ਇਹੋ ਜਿਹਾ ਆਇਆ। ਜੇ ਬਾਹਰੋਂ ਦੁਨੀਆ ਦੀ ਸ਼ਰਮ ਕੀਤੀ ਤੇ ਫਿਰ ਲਕਾਵਾਂਗੇ, ਪਰ ਅੰਦਰ ਜਿਹੜਾ ਨਾ ਉਹ ਸਾਰਾ ਹੀ ਜਿਹੜਾ ਢਾਂਚਾ ਡਿੱਗਿਆ ਹੀ ਹੋਵੇਗਾ, ਗਰਕੀ ਹੋਇਆ ਹੋਵੇਗਾ। ਬਹੁਤ ਬੁਰੀ ਹਾਲਤ ਹੁੰਦੀ ਹੈ, ਮੋਹ ਵਿੱਚ ਰੁੜ ਜਾਈਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਆ, ਸ਼ਬਦ ਦੀ ਕਮਾਈ ਨਾਲ ਗੁਰਸਿੱਖ ਇਸ ਗਿਆਨ ਵਿੱਚ ਅਸਥਿਤ ਹੋ ਕਰਕੇ ਕਹਿੰਦੇ ਆ। ਦੀਵਾਨ ਸਾਹਿਬ ਨੂੰ ਪੁੱਛਦੇ ਆਰੇ ਦੀ ਦਰਦ, ਕਹਿੰਦੇ ਮੁਹਿਆਰਾ ਪਿਆਰਾ ਲਗਤ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਆਤਮਿਕ ਸਰੂਪ ਸਮਝਾਦਾ ਨਾ, ਤੇ ਫਿਰ ਦੀਵਾਨ ਸਾਹਿਬ ਨੂੰ ਆਰੇ ਦੀ ਦਰਦ ਕਿੱਥੋਂ ਹੋਣੀ ਸੀ? ਕਿਉਂਕਿ ਉਹ ਤਾਂ ਉੱਥੇ ਨਰੰਗਾ ਆਰਾ ਚਲਾ ਹੀ ਨਹੀਂ ਸਕਦਾ ਦੀਵਾਨ ਸਾਹਿਬ ਦੇ ਅਸਲ ਸਰੂਪ ਦੇ ਉੱਤੇ, ਕਿਉਂਕਿ ਆਰੇ ਨਾਲ ਕੱਟਿਆ ਜਾਣ ਵਾਲਾ ਉਹ ਆਤਮਿਕ ਸਰੂਪ ਹੈ ਹੀ ਨਹੀਂ। ਉਹਨੂੰ ਅੱਗ ਸਾੜ ਨਹੀਂ ਸਕਦੀ, ਕੋਈ ਆਰਾ ਕੱਟ ਨਹੀਂ ਸਕਦਾ। ਦੀਵਾਨ ਸਾਹਿਬ ਹੱਸਦੇ ਸੀ ਆਰੇ ਵੱਲ ਵੇਖ ਕੇ, ਕਹਿੰਦੇ ਤੁਸੀਂ ਮੇਰੇ ਆਰਾ ਫੇਰਨ ਲੱਗੇ ਹੋ, ਫੇਰੋ, ਮੇਰੇ ਤੁਸੀਂ ਆਰਾ ਫੇਰ ਹੀ ਨਹੀਂ ਸਕਦੇ। ਭਾਈ ਤਾਰੂ ਸਿੰਘ ਸਾਹਿਬ ਕਹਿੰਦੇ ਮੇਰੀ ਖੋਪੜੀ ਲਾਉਣਾ ਚਾਹੁੰਦੇ ਹੋ, ਹੱਸ ਕੇ ਕਹਿੰਦੇ ਮੇਰੀ ਖੋਪੜੀ ਲਾ ਹੀ ਨਹੀਂ ਸਕਦੇ। ਭਾਈ ਸਬਾਜ ਸਿੰਘ ਸੁਬੇਗ ਸਿੰਘ ਕਹਿੰਦੇ ਚਰਖੜੀ ਤੇ ਚੜਾਉਣਾ, ਚੜਾ ਦਿਓ। ਕਹਿੰਦੇ ਸਾਨੂੰ ਚਰਖੜੀ ਤੇ, ਸਾਡਾ ਤਾਂ ਉਹ ਸਰੂਪ ਹੈ ਜਿਹਨੂੰ ਚਰਖੜੀ ਤੇ ਚਾੜਿਆ ਹੀ ਨਹੀਂ ਜਾ ਸਕਦਾ। ਤੇ ਸਾਧ ਸੰਗਤ ਜੀ ਇਸੇ ਕਰਕੇ ਉਹਨਾਂ ਸੀ ਤੇ ਹਾਏ ਨਹੀਂ ਕੀਤੀ। ਭਾਈ ਮਨੀ ਸਿੰਘ ਸਾਹਿਬ ਨੇ ਇਸੇ ਕਰਕੇ ਕਿਹਾ ਉਹ ਤੂੰ ਪਹਿਲੇ ਬੰਦ ਛੱਡ ਆਇਆ ਹੈ। ਉਹਨਾਂ ਨੂੰ ਪਤਾ ਹੈ ਕਿ ਮੇਰੇ ਬੰਦ ਕੀ ਕੱਟਣੇ ਆ, ਸਰੀਰ ਦੇ ਕੱਟਣੇ ਕੱਟ ਲੋ, ਸਰੀਰ ਮੈਂ ਹੈ ਹੀ ਨਹੀਂ। ਇਹ ਸਾਧ ਸੰਗਤ ਜੀ ਅਵਸਥਾ ਗੁਰੂ ਸਾਹਿਬ ਗੁਰਸਿੱਖਾਂ ਨੂੰ ਦਿੱਤੀ ਹੈ ਸ਼ਬਦ ਦੀ ਕਮਾਈ ਨਾਲ। ਮਹਾਰਾਜ ਕਹਿੰਦੇ ਆ ਬੁੱਝ ਰੇ ਗਿਆਨੀ ਮੂਆ ਹੈ ਕੌਣ? ਦੱਸ ਕੌਣ ਮਰਿਆ? ਮਰਿਆ ਤਾਂ ਕੋਈ ਵੀ ਨਹੀਂ ਹੈ। ਮੂਈ ਸੁਰਤ ਬਾਦ ਅਹੰਕਾਰ। ਮਹਾਰਾਜ ਫਿਰ ਕੀ ਮਰਿਆ ਹੈ? ਸਤਿਗੁਰੂ ਜੀ ਕਹਿੰਦੇ ਸੁਰਤ ਗਿਆਤ ਮਰ ਗਈ,
ਜਿਹੜੀ ਸੁਰਤ ਦੱਸਦੀ ਸੀ ਕਿ ਆ ਮੇਰੀ ਮਾਂ ਏ, ਆ ਮੇਰਾ ਪਿਓ ਏ, ਆ ਮੇਰਾ ਘਰ ਏ, ਆ ਸਾਡੇ ਕੋਲ ਇੰਨੀ ਮਾਇਆ ਏ, ਆ ਮੇਰੀ ਧੀ ਹੈ, ਆ ਮੇਰਾ ਪੁੱਤ ਹੈ, ਉਹ ਸੁਰਤ ਮਰ ਗਈ ਹੈ। ਆ ਚੀਜ਼ ਮਰੀ ਹੈ। ਮਹਾਰਾਜ ਕਹਿੰਦੇ ਅੰਦਰੋਂ, ਜਦੋਂ ਉਹਨੇ ਪੁੱਛਿਆ ਮਹਾਰਾਜ ਫਿਰ ਮਰਿਆ ਕੌਣ ਹੈ, ਮਹਾਰਾਜ ਕਹਿੰਦੇ ਸੁਰਤ ਮਰੀ ਹੈ ਅੰਦਰੋਂ। ਫਿਰ ਪੜੋ, ਮੂਈ ਸੁਰਤ ਬਾਦ ਅਹੰਕਾਰ। ਤੇ ਝਗੜੇ ਵੀ ਮਰ ਗਏ ਸਾਰੇ ਨਾਲ ਹੀ, ਜਿਨ੍ਹਾਂ ਨਾਲ ਲੜਾਈ ਝਗੜਾ ਸੀ ਉਹ ਵੀ ਕਹਿੰਦੇ ਪਰਾਂ ਛੱਡੋ, ਹੁਣ ਤਾਂ ਮਰ ਗਿਆ, ਕੀ ਲੜਨਾ ਇਹਦੇ ਨਾਲ। ਝਗੜੇ ਵੀ ਨਾਲ ਹੀ, ਟੈਂਟੇ ਮਰ ਗਏ ਸਾਰੇ। ਮਹਾਰਾਜ ਕਹਿੰਦੇ ਝਗੜੇ ਮਰੇ ਆ। ਫਿਰ ਕੀ ਹੋਰ ਮਰਿਆ? ਹੰਕਾਰ ਮਰਿਆ। ਮਹਾਰਾਜ ਕਹਿੰਦੇ ਜਿਸ ਸਰੀਰ ਦਾ ਹੰਕਾਰ ਕਰਦਾ ਸੀ, ਹੁਣ ਜਿੱਧਰ ਕਿਤੇ ਕਰਮਾਂ ਦਾ ਬੱਧਾ ਜਾ ਰਿਹਾ ਹੋਊਗਾ, ਮਰਿਆ ਹੋਊ, ਸਾਰਾ ਹੰਕਾਰ ਹੀ ਮਰ ਗਿਆ ਅੰਦਰੋਂ। ਕਿ ਜਿਸ ਦੇਹ ਦਾ ਹੰਕਾਰ ਚੁੱਕੀ ਫਿਰਦਾ ਸੀ ਕਿ ਨਹੀਂ 2 ਹਾਰ ਘੱਟ 4 ਪਾਓ ਇਸ ਗਲ ਵਿੱਚ, ਦੇਹ ਦਾ ਹੀ ਹੰਕਾਰ ਸੀ ਨਾ। ਤਾਂ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਜਦੋਂ ਮਰਿਆ ਨਾ ਸਰੀਰ, ਇੱਕ ਤਾਂ ਸੁਰਤ ਮਰ ਗਈ ਜਿਹੜੀ ਗਿਆਤ ਦੱਸਦੀ ਸੀ ਕਿ ਇਹ ਤੇਰੇ ਧੀਆਂ ਪੁੱਤਰ ਨੇ, ਇਹ ਤੇਰਾ ਘਰ ਹੈ, ਤੇਰੀ ਘਰਵਾਲੀ ਹੈ, ਤੇਰੇ ਮਾਤਾ ਪਿਤਾ ਨੇ। ਫਿਰ ਮਹਾਰਾਜ ਕਹਿੰਦੇ ਬਾਅਦ ਝਗੜੇ ਜਿਹੜੇ ਗਲ ਪਾਏ ਹੋਏ ਸੀ ਉਹ ਵੀ ਸਾਰੇ ਨਾਲ ਹੀ ਟੰਟੇ ਮਰ ਗਏ। ਤੇ ਹੰਕਾਰ ਇਹਦੇ ਅੰਦਰੋਂ ਮਹਾਰਾਜ ਕਹਿੰਦੇ ਭਾਈ ਉਦੋਂ ਮਰ ਗਿਆ ਜਦੋਂ ਸਰੀਰ ਛੁੱਟ ਗਿਆ। ਉਹ ਨਾ ਮੂਆ ਜੋ ਦੇਖਣ ਹਾਰ। ਪਰ ਉਹ ਨਹੀਂ ਮਰਿਆ ਜਿਹੜਾ ਇਹਦੇ ਅੰਦਰ ਦ੍ਰਿਸ਼ਟਾ ਵੇਖ ਰਿਹਾ ਸੀ ਕਿ ਕੀ ਕਰ ਰਿਹਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਆ ਆਪਣਾ ਜਿਹੜਾ ਤੈਨੂੰ ਦ੍ਰਿਸ਼ਟਾ ਤੇਰਾ ਵੇਖਣ ਵਾਲਾ ਹੈ ਨਾ, ਉਹਨੂੰ ਪਹਿਚਾਨ, ਉਹਦੇ ਤਾਈਂ ਆਪਦੀ ਨਿਗਾਹ ਪਾ। ਦ੍ਰਿਸ਼ਟਾ ਅੰਦਰ ਕੌਣ ਹੈ? ਬ੍ਰਹਮ। ਵਾਹਿਗੁਰੂ ਵੇਖ ਰਿਹਾ ਸੁੱਤਿਆਂ ਜਾਗਦਿਆਂ ਬਹਿੰਦਿਆਂ ਖਲੋਂਦਿਆਂ। ਉਸ ਆਪਣੇ ਸਰੂਪ ਨੂੰ ਨਹੀਂ ਵੇਖਿਆ। ਮਹਾਰਾਜ ਕਹਿੰਦੇ ਉਹ ਨਾ ਮੂਆ ਜੋ ਦੇਖਣ ਹਾਰ, ਜੋ ਦੇਖਣ ਵਾਲਾ ਹੈ ਨਾ ਅੰਦਰ ਆਤਮਾ ਸਰੂਪ, ਉਹ ਨਹੀਂ ਮਰਿਆ ਹੈ। ਉਹ ਤੇ ਸਰੀਰ ਨਾਲੋਂ ਪਹਿਲੋਂ ਵੀ ਵਾਖੀ ਸੀ, ਤੂੰ ਉਹ ਸਰੀਰ ਆਪਣਾ ਅਸਲ ਸਮਝੀ ਬੈਠਾ ਸੈਂ। ਉਹ ਤਾਂ ਤੇਰੇ ਆਤਮਾ ਨੂੰ ਸਾਧ ਸੰਗਤ ਜੀ ਕੋਈ ਦੁੱਖ ਸੁੱਖ ਨਹੀਂ ਹੈ, ਪਰ ਜਰੀਬ ਉੱਥੇ ਤੱਕ ਗਿਆ ਹੀ ਨਹੀਂ। ਕਹਿੰਦਾ ਹਾਏ ਮੈਂ ਸਰੀਰ ਆ, ਮਰ ਨਾ ਜਾਵਾਂ, ਇਹ ਮੇਰੇ ਨਾਤੇ ਹੈ, ਮੇਰੇ ਰਿਸ਼ਤੇ ਹੈ। ਸਰੀਰ ਆਪਣੇ ਆਪ ਨੂੰ ਸਮਝਿਆ ਤਾਂ ਫਿਰ ਤਾਂ ਮਹਾਰਾਜ ਕਹਿੰਦੇ ਭਾਈ ਸਰੀਰ ਦਾ ਜੰਮਣ ਵੀ ਹੈ ਤੇ ਸਰੀਰ ਦਾ ਮਰਨ ਵੀ ਹੈ, ਪਰ ਉਹ ਨਾ ਮੂਆ, ਉਹ ਨਹੀਂ ਮਰਦਾ। ਜੋ ਦੇਖਣ ਹਾਰ, ਜੋ ਦੇਖਣ ਵਾਲਾ ਬ੍ਰਹਮ ਹੈ ਅੰਦਰ, ਜਿਹੜੀ ਚੇਤਨ ਸੱਤਾ ਹੈ, ਮਹਾਰਾਜ ਕਹਿੰਦੇ ਉਹ ਨਹੀਂ ਭਾਈ ਮਰਦੀ ਆ। ਜੈ ਕਾਰਣ ਤਟ ਤੀਰਥ ਜਾਹੀ। ਮਹਾਰਾਜ ਫਿਰ ਉਹ ਸੱਤਾ ਕਿਵੇਂ ਪ੍ਰਾਪਤ ਹੁੰਦੀ ਹੈ? ਇਹਨੇ ਗਿਆਨਵਾਨ ਨੇ ਪੁੱਛਿਆ ਕਿ ਮਹਾਰਾਜ ਮੈਨੂੰ ਵੀ ਆਤਮਾ ਸਰੂਪ ਪ੍ਰਾਪਤ ਹੋ ਜਾਵੇ। ਹਜੂਰ ਕਹਿੰਦੇ ਜੈ ਕਾਰਣ, ਜਿਸ ਆਤਮਕ ਸਰੂਪ ਨੂੰ ਜਾਣਨ ਵਾਸਤੇ ਲੋਕ ਕੀ ਕਰਦੇ ਆ? ਤਟ ਤੀਰਥ ਜਾਹੀ, ਤੀਰਥਾਂ ਦੇ ਤਟਾਂ ਕਿਨਾਰਿਆਂ ਤੇ ਘੁੰਮਦੇ ਫਿਰਦੇ ਆ। ਉਥੇ ਕੋਈ ਸਾਧ ਸੰਗਤ ਜੀ ਪੂੜੀਆਂ ਛੋਲੇ ਨਹੀਂ ਖਾਣ ਜਾਂਦੇ, ਅੰਦਰੋਂ ਆਪਣੀ ਇੱਛਾ ਇਹ ਹੀ ਲੈ ਕੇ ਜਾਂਦੇ ਆ ਕਿ ਪਾਪ ਲੱਥਣ, ਆਪਣੇ ਅਸਲ ਸਰੂਪ ਨੂੰ ਜਾਣੀਏ। ਪਰ ਉਹਨਾਂ ਰਾਹ ਤੀਰਥਾਂ ਦਾ ਚੁਣ ਲਿਆ ਨਾ, ਤੇ ਤੀਰਥਾਂ ਤੇ ਮਹਾਰਾਜ ਕਹਿੰਦੇ ਕੰਢਿਆਂ ਕੰਢਿਆਂ ਤੇ ਫਿਰਦਿਆਂ ਫਿਰਦਿਆਂ ਥੱਕ ਜਾਏਗਾ, ਆਪਣਾ ਆਤਮਿਕ ਸਰੂਪ ਨਹੀਂ ਲੱਭਣਾ ਹੈ। ਤੇ ਜੇ ਵੇਖੀਏ ਨਾ, ਤੀਰਥਾਂ ਤੇ ਰਹਿਣ ਵਾਲੇ ਤੇ ਤੀਰਥਾਂ ਤੇ ਜਾਣ ਵਾਲੇ ਸਾਧ ਸੰਗਤ ਜੀ ਭਜਨ ਤੋਂ ਸਖਣੇ ਬਹੁਤੇ ਹੀ ਕਰਪਟ ਹੈ। ਤੁਸੀਂ ਵੇਖੋ ਤੀਰਥਾਂ ਦੇ ਉੱਤੇ ਇਹੋ ਜਿਹੇ ਕਰਮ ਕਰੀ ਜਾਂਦੇ ਆ ਜਿਹੜੇ ਸ਼ਾਇਦ ਗ੍ਰਸਤੀ ਘਰਾਂ 'ਚ ਨਹੀਂ ਕਰਦੇ। ਇਹੋ ਜਿਹੇ ਲਪਾਈ ਮਾਨਗੀ ਛਾਈ ਹੋਈ ਹੈ। ਮਹਾਰਾਜ ਕਹਿੰਦੇ ਜੈ ਕਾਰਨ ਤਟ ਤੀਰਥ ਜਾਹੀ, ਜਿਸ ਆਪਣੇ ਆਤਮਿਕ ਸਰੂਪ ਨੂੰ ਲੱਭਣ ਵਾਸਤੇ ਸਾਰੇ ਜਿਹੜੇ ਜੀਵ ਹੈ ਨਾ, ਇਹ ਤੀਰਥਾਂ ਦੇ ਕੰਢਿਆਂ ਤੇ ਤੁਰੇ ਫਿਰਦੇ, ਤੀਰਥਾਂ ਤੇ ਜਾਂਦੇ ਆ। ਰਤਨ ਪਦਾਰਥ ਘਟ ਹੀ ਮਾਹੀ। ਪਰ ਇਹ ਸੋਚਦੇ ਹੀ ਨਹੀਂ ਕਿ ਜਿਹੜਾ ਪਦਾਰਥ ਹੈ ਆਤਮਿਕ ਸਰੂਪ, ਉਹ ਤਾਂ ਘਟ ਹੀ ਮਾਹੀ, ਹਿਰਦੇ ਦੇ ਅੰਦਰ ਹੀ ਹੈ, ਉਹ ਤੇ ਅੰਦਰ ਵਸਿਆ ਹੋਇਆ ਹੈ। ਜਿਹੜਾ ਅਮੋਲਕ ਰਤਨ ਹੈ ਆਤਮਿਕ ਸਰੂਪ ਬ੍ਰਹਮ, ਮਹਾਰਾਜ ਕਹਿੰਦੇ ਜਿਹਨੂੰ ਪਾ ਕੇ ਹੋਰ ਰਤ ਪ੍ਰੀਤੀ ਨਹੀਂ ਰਹਿੰਦੀ, ਤੇ ਉਹ ਨਾਮ ਪਦਾਰਥ, ਉਹ ਸਾਧ ਸੰਗਤ ਜੀ ਬ੍ਰਹਮ ਆਨੰਦ ਦਾ ਪਦਾਰਥ, ਸਤਿਗੁਰੂ ਜੀ ਕਹਿੰਦੇ ਘਟ ਹੀ ਮਾਹੀ, ਅੰਦਰ ਹੀ ਹੈ। ਤੇ ਫਿਰ ਕਿਵੇਂ ਪ੍ਰਾਪਤ ਹੁੰਦਾ ਹੈ? ਕਬੀਰ ਜੀ ਨੇ ਕਿਹਾ ਇੱਕ ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਜਦੋਂ ਦੀਪਕ ਬਾਲਿਆ ਅੰਦਰ ਸ਼ਬਦ ਦਾ, ਤੇ ਫਿਰ ਕੀ ਪ੍ਰਾਪਤ ਹੋਇਆ? ਅਗੋਚਰ ਵਸਤੂ ਜਿਹੜੀ ਸੀ ਨਾ ਆਤਮਕ, ਆਪਣਾ ਅਸਲ ਸਰੂਪ, ਉਹ ਲੱਭ ਲਿਆ। ਫਿਰ ਪਤਾ ਲੱਗ ਗਿਆ ਉਹ ਬ੍ਰਹਮ ਗਿਆਨੀ ਇਸੇ ਕਰਕੇ ਸਰੀਰ ਕਰਕੇ ਕੱਪੜੇ ਪਹਿਰਦੇ ਆ, ਪਰ ਪਤਾ ਹੈ ਉਹਨਾਂ ਦਾ ਆਤਮਾ ਅਸੰਗ ਹੈ। ਉਹਨਾਂ ਨੂੰ ਸੋਹਣੇ ਸੋਹਣੇ ਕੱਪੜੇ ਪਾਏ ਦਾ ਵੀ ਕੋਈ ਲਪਾਏ ਮਾਨਗੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਅਸੀਂ ਥੋੜਾ ਪਾ ਰਹੇ, ਸਰੀਰ ਪਾ ਰਿਹਾ।
ਪਦਾਰਥਾਂ ਨੂੰ, ਰਸਾਂ ਨੂੰ ਭੋਗ ਰਹੇ ਕਿ ਸਰੀਰ ਭੋਗ ਰਿਹਾ, ਮੈਂ ਨਹੀਂ ਭੋਗ ਰਿਹਾ। ਉਹ ਭੋਗਣ ਵਾਲੇ ਨਹੀਂ ਹਨ, ਕਿਉਂਕਿ ਉਹਨਾਂ ਨੇ ਬ੍ਰਹਮਾ ਰਸ ਨੂੰ ਪਾ ਲਿਆ ਹੈ, ਆਨੰਦ ਨੂੰ ਪਾ ਲਿਆ ਹੈ। ਇਸ ਕਰਕੇ ਸਾਰੇ ਕਾਸੇ ਤੋਂ ਨਿਰਲੇਪ ਹੋ ਜਾਂਦੇ ਐ। ਹਜੂਰ ਫਰਮਾਉਂਦੇ ਹਨ, ਰਤਨ ਪਦਾਰਥ ਘਟ ਹੀ ਮਾਹੀ। ਹਜੂਰ ਕਹਿੰਦੇ ਤੀਰਥਾਂ ਤੇ ਭਾਲਿਆਂ ਲੱਭਦੇ, ਆਪਣੇ ਆਤਮਿਕ ਸਰੂਪ ਨੂੰ ਉੱਥੋਂ ਨਹੀਂ ਲੱਭਦਾ। ਤੇ ਇਹ ਆਤਮਿਕ ਸਰੂਪ ਜਿਹੜਾ ਹੈ ਨਾ, ਬ੍ਰਹਮਾ ਆਨੰਦ, ਮਹਾਰਾਜ ਕਹਿੰਦੇ ਹਿਰਦੇ ਦੇ ਅੰਦਰ ਹੈ, ਘਟ ਹੀ ਮਾਹੀ, ਅੰਦਰ ਵਸਿਆ ਹੋਇਆ, ਜਿਹਨੂੰ ਪਾ ਕੇ ਹੋਰ ਰਤ ਪ੍ਰੀਤੀ ਨਹੀਂ ਰਹਿੰਦੀ। ਪੜ ਪੜ ਪੰਡਿਤ ਬਾਦ ਵਖਾਣੈ। ਪੰਡਤ ਪੜ ਪੜ ਕੇ ਵੇਦਾਂ ਨੂੰ, ਸ਼ਾਸਤਰਾਂ ਨੂੰ ਝਗੜੇ ਹੀ ਵਖਿਆਨ ਕਰਦੇ ਰਹਿੰਦੇ ਆ, ਨਹੀਂ ਆ ਠੀਕ ਵੈ, ਗਿਆਨ ਇਵੇਂ ਅਰੂੜ ਹੋਈਦਾ ਹੈ, ਆਤਮਾ ਤੱਕ ਇਵੇਂ ਪਹੁੰਚੀਦਾ ਹੈ। ਇਉਂ ਮਹਾਰਾਜ ਕਹਿੰਦੇ ਭਾਈ ਝਗੜੇ ਹੀ ਕਥਨ ਕਰੀ ਜਾਂਦੇ ਆ। ਭੀਤਰ ਹੁੰਦੀ ਵਸਤ ਨਾ ਜਾਣੈ। ਜਿਹੜੇ ਭੀਤਰ ਅੰਦਰ ਜਿਹੜੀ ਵਸਤੂ ਹੈ ਨਾ, ਅਗੋਚਰ ਇੰਦਰੀਆਂ ਦੇ ਆਤਮਿਕ ਵਸਤੂ, ਉਹਨੂੰ ਨਹੀਂ ਮਹਾਰਾਜ ਕਹਿੰਦੇ ਜਾਣਦੇ, ਉਹਨੂੰ ਨਹੀਂ ਪਾਉਂਦੇ, ਉਹਦੇ ਤੱਕ ਪਹੁੰਚ ਹੀ ਨਹੀਂ ਉਹਨਾਂ ਦੀ ਹੁੰਦੀ ਹੈ। ਬਾਹਰੋਂ ਝਗੜੇ ਮਹਾਰਾਜ ਕਹਿੰਦੇ ਭਾਈ ਕਰੀ ਜਾਂਦੇ ਐ, ਬੜਾ ਜ਼ਿਆਦਾ ਪੜ ਪੜ ਕੇ। ਭੀਤਰ ਹੁੰਦੀ ਵਸਤ ਨਾ ਜਾਣੈ, ਜਿਹੜੀ ਭੀਤਰ ਵਿੱਚ ਵਸਤੂ ਹੁੰਦੀ ਹੈਗੀ ਐ ਉਹਨੂੰ ਜਾਣਦੇ ਹੀ ਨਹੀਂ, ਆਪਣੇ ਆਤਮਿਕ ਵਾਸਤਵ ਸਰੂਪ ਨੂੰ ਨਹੀਂ ਜਾਣਦੇ ਹਨ। ਹਉ ਨਾ ਮੂਆ ਮੇਰੀ ਮੂਈ ਬਲਾਏ। ਇਹ ਕਹਿੰਦਾ ਪੰਡਤ ਕਿ ਸਤਿਗੁਰੂ ਜੀ ਫਿਰ ਤੁਸੀਂ ਨਹੀਂ ਮਰੋਗੇ? ਮਹਾਰਾਜ ਕਹਿੰਦੇ ਨਹੀਂ, ਅਸੀਂ ਨਹੀਂ ਮਰਨਾ। ਕਿਹਾ ਕਿਉਂ ਨਹੀਂ ਮਰਨਾ? ਹਜੂਰ ਦੱਸਦੇ ਹਨ, ਹਉ ਨਾ ਮੂਆ ਮੇਰੀ ਮੂਈ ਬਲਾਏ। ਮਹਾਰਾਜ ਕਹਿੰਦੇ ਹਾਂ ਅਸੀਂ ਨਹੀਂ ਮਰਨਾ। ਕਿਉਂ ਨਹੀਂ ਮਰਨਾ? ਕਿਉਂਕਿ ਮਹਾਰਾਜ ਕਹਿੰਦੇ ਜਿਹੜੀ ਅਵਿਦਿਆ ਰੂਪੀ ਬਲਾ ਹੈ ਨਾ ਸਾਡੀ, ਉਹ ਮਰ ਗਈ ਹੈ, ਅਗਿਆਨ ਮਰ ਗਿਆ ਹੈ। ਅਸੀਂ ਕਿਵੇਂ ਮਰਾਂਗੇ? ਅਸੀਂ ਨਹੀਂ ਮਰਨਾ। ਹਉ ਨਾ ਮੂਆ ਮੇਰੀ ਮੂਈ ਬਲਾਏ, ਜਿਹੜੀ ਅਵਿਦਿਆ ਰੂਪੀ ਬਲਾ ਹੈ ਨਾ, ਮਹਾਰਾਜ ਕਹਿੰਦੇ ਉਹ ਮਰ ਗਈ ਸਾਡੀ, ਇਸ ਕਰਕੇ ਅਸੀਂ ਨਹੀਂ ਮਰਾਂਗੇ। ਉਹ ਨਾ ਮੂਆ ਜੋ ਰਹਿਆ ਸਮਾਏ। ਉਹ ਕਿਵੇਂ ਮਰ ਸਕਦਾ? ਮਹਾਰਾਜ ਕਹਿੰਦੇ ਜਿਹੜਾ ਸਭ ਥਾਵਾਂ ਤੇ ਸਮਾ ਰਿਹਾ ਹੈ। ਇਸੇ ਕਰਕੇ ਕਿਹਾ ਨਾ ਕਛ ਆਇਬੋ ਨਾ ਕਛ ਜਾਇਬੋ। ਉਹ ਆਏਗਾ ਤੇ ਤਾਂ ਨਾ ਜੇ ਇੱਥੇ ਨਹੀਂ ਹੈ, ਜਾਏਗਾ ਤੇ ਤਾਂ ਨਾ ਜੇ ਉੱਥੇ ਨਹੀਂ ਹੈ। ਮਹਾਰਾਜ ਕਹਿੰਦੇ ਉਹਨੇ ਕੀ ਮਰਨਾ ਜਿਹੜਾ ਭਾਈ ਸਭ ਥਾਵਾਂ ਤੇ ਸਮਾ ਰਿਹਾ ਹੈ। ਉਹਨੂੰ ਕੋਈ ਸ਼ਸਤਰ ਆਤਮਾ ਨੂੰ ਕੱਟ ਨਹੀਂ ਸਕਦਾ ਹੈ, ਕਿਸੇ ਤਰ੍ਹਾਂ ਉਹਨੂੰ ਜਿਹੜਾ ਛਤੀ ਨਹੀਂ ਪਹੁੰਚਾਈ ਜਾ ਸਕਦੀ ਹੈ। ਇਸੇ ਕਰਕੇ ਸਾਧ ਸੰਗਤ ਜੀ ਭਗਤ ਹੱਸਦੇ ਆ, ਜਦੋਂ ਕੋਈ ਜ਼ਾਲਮ ਉਹਨਾਂ ਨੂੰ ਵਾਧ ਘਾਟ ਕਰਨ ਲੱਗਦੇ ਆ, ਉਹ ਹੱਸਦੇ ਆ। ਭਗਤ ਕਬੀਰ ਸਾਹਿਬ ਨੂੰ ਹਾਥੀ ਦੇ ਅੱਗੇ ਸੁੱਟਿਆ ਕਿ ਹਾਥੀ ਨੂੰ ਕਹਿੰਦੇ ਆ ਕਿ ਇਹਨੂੰ ਮਸਲ ਦੇ, ਕੁਚਲ ਦੇ, ਤੇ ਕਬੀਰ ਸਾਹਿਬ ਜੀ ਜੁੜੇ ਹੋਏ ਆ ਭਗਤੀ ਦੇ ਵਿੱਚ। ਉਹ ਕਹਿੰਦੇ ਸਰੀਰ ਦਾ ਮਰਨਾ ਹੈ ਹੀ ਨਹੀਂ, ਮੈਨੂੰ ਕੋਈ ਮਾਰ ਹੀ ਨਹੀਂ ਸਕਦਾ। ਤੇ ਫਿਰ ਨਿਰੰਕਾਰ ਜਿਹੜਾ ਹੈ ਉਹ ਸਭ ਦੀ ਅਗਵਾਈ ਕਰਦਾ ਹੈ। ਹਸਤੀ ਦੇ ਹਾਥੀ ਦੇ ਅੰਦਰ ਵੀ ਉਹ ਹੀ ਬੈਠਾ ਹੋਇਆ ਨਾ। ਤੇ ਫਿਰ ਕੀ ਕਬੀਰ ਸਾਹਿਬ ਕਹਿੰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਾਹੀ ਕਾਜੀ ਅੰਧਿਆਰ ਹੈ। ਉਹ ਕਹਿੰਦੇ ਕਾਜੀ ਅੰਨਾ ਨੂੰ ਤਾਂ ਨਹੀਂ ਸਮਝ ਲੱਗੀ, ਕਿਆ ਅਪਰਾਧ ਸੰਤ ਹੈ ਕੀਨਾ, ਬਾਦ ਪੋਟ ਕੁੰਚਰ ਕੋ ਦੀਨਾ। ਇਹੋ ਜਿਹੇ ਕਬੀਰ ਸਾਹਿਬ ਨੇ ਵਾਕ ਕਹੇ ਐ। ਤੇ ਸਾਧ ਸੰਗਤ ਜੀ ਉਹ ਮਰਨ ਵਾਲਾ ਹੈ ਹੀ ਨਹੀਂ ਸਰੂਪ, ਕਿਉਂਕਿ ਉਹਦਾ ਜਨਮ ਨਹੀਂ ਹੈ। ਤੇ ਮਰਨ ਕਿਵੇਂ ਹੋਵੇਗਾ? ਆਪਣੇ ਅਸਲੇ ਤੱਕ ਨਹੀਂ ਪਹੁੰਚੇ। ਇਹ ਪਹੁੰਚਣਾ ਤਾਂ ਫਿਰ ਗੁਰੂ ਜੀ ਦੇ ਸ਼ਬਦ ਦੀ ਕਮਾਈ ਨਾਲ ਪਹੁੰਚਿਆ ਜਾਂਦਾ ਹੈ। ਸ਼ਬਦ ਦੀ ਕਥਾ ਸੁਣੀਏ, ਕੀਰਤਨ ਸੁਣੀਏ, ਕਮਾਈ ਕਰੀਏ, ਵੱਡੇ ਅੰਮ੍ਰਿਤ ਵੇਲੇ ਉੱਠੀਏ। ਤੇ ਕਹਿੰਦੇ ਆ ਨੀਂਦ ਆਉਂਦੀ ਹੈ, ਕੀ ਕਰੀਏ? ਤੇ ਸਾਧ ਸੰਗਤ ਜੀ ਭਗਤੀ ਕਰਨੀ ਹੈ। ਜਿਹਨੇ ਭਗਤੀ ਕਰਨ ਲਈ ਹੱਠ ਕੀਤਾ ਨਾ, ਉਹਨੂੰ ਇੱਕ ਦਿਨ ਜ਼ਰੂਰ ਰਸ ਆਉਣ ਲੱਗ ਪੈਂਦਾ। ਜਿਹੜਾ ਨੀਂਦ ਦੇ ਆਇਆ ਚਲੋ ਛੱਡੋ ਮਾਲਾ, ਕਿਤੇ ਫਿਰ ਸੌਂ ਗਏ, ਫਿਰ ਉੱਠੇ ਗਾਫਲਤਾਈ ਨਾਲ ਮਰਿਆ ਮਨ ਲੈ ਕੇ ਸੰਗਤ ਚ ਆ ਗਏ। ਕੀ ਕਥਾ ਸੁਣਨੀ, ਕੀ ਕੀਰਤਨ ਸੁਣਨਾ? ਕਦੇ ਕਿਤੇ ਢੋਲ ਆ, ਕਦੇ ਕਿਤੇ ਡਿੱਗ। ਉਹ ਫਿਰ 2 ਮਹੀਨੇ ਏਦਾਂ ਲੰਘਾ ਕੇ ਕਹਿੰਦੇ ਆ ਉਹ ਬਥੇਰੀ ਸੰਗਤ ਕੀਤੀ ਆ, ਉਹ ਬਥੇਰਾ ਨਾਮ ਜਪਿਆ, ਛਕਿਆ ਸੀ ਅੰਮ੍ਰਿਤ। ਇਉਂ ਕਹਿ ਕੇ ਫਿਰ ਸਾਧ ਸੰਗਤ ਜੀ ਦੂਜਿਆਂ ਨੂੰ ਵੀ ਨਾਸਤਕ ਬਣਾਉਂਦੇ ਤੇ ਆਪ ਰਾਹ ਤੇ ਚੱਲੇ ਹੀ ਨਹੀਂ। ਅੰਮ੍ਰਿਤ ਛਕ ਕੇ ਕਿਰਪਾਨ ਵੀ ਲਾਤੀ, ਗੁਰੂ ਸਾਹਿਬ ਦੇ ਆਖੇ ਲੱਗੇ ਹੀ ਨਹੀਂ, ਕਕਾਰਾਂ ਨਾਲ ਪਿਆਰ ਕੀਤਾ ਹੀ ਨਹੀਂ, 5 ਬਾਣੀਆਂ ਨਿਜਮ ਨਾਲ ਪੜੀਆਂ ਹੀ ਨਹੀਂ, ਸ਼ਬਦ ਦੀ ਕਮਾਈ ਕੀਤੀ ਹੀ ਨਹੀਂ। ਤੇ ਕਸੂਰ ਫੇਰ ਪਰਮੇਸ਼ਰ ਚ ਕੱਢੀ ਜਾਂਦੇ, ਕਸੂਰ ਫੇਰ ਗੁਰੂ ਨਾਨਕ ਸਾਹਿਬ ਚ ਕੱਢੀ ਜਾਂਦੇ। ਵੇਖੋ ਇਹੋ ਜੀ ਮੱਤ ਮਾਰੀ ਹੋਈ ਹੈ।
ਤੋ ਸਤਿਗੁਰੂ ਜੀ ਕਹਿੰਦੇ ਹਨ, ਉਹ ਨਾ ਮੂਆ ਜੋ ਰਹਿਆ ਸਮਾਏ। ਉਹ ਮਹਾਰਾਜ ਕਹਿੰਦੇ ਜੋ ਬ੍ਰਹਮ ਹੈ ਨਾ ਪੰਡਤ ਜੀ ਨਹੀਂ ਮਰਦਾ, ਕਿਉਂਕਿ ਉਹ ਸਮਾ ਰਿਹਾ ਸਭ ਥਾਵਾਂ ਤੇ ਵਿਆਪਕ ਹੋ ਰਿਹਾ ਹੈ। ਕਹੁ ਨਾਨਕ ਗੁਰ ਬ੍ਰਹਮ ਦਿਖਾਇਆ। ਸਤਿਗੁਰੂ ਜੀ ਕਹਿੰਦੇ ਨੇ ਪੰਡਤ ਜੀ ਸਾਨੂੰ ਗੁਰੂ ਨਿਰੰਕਾਰ ਨੇ ਆਪਣਾ ਵਾਸਤਵਿਕ ਸਰੂਪ ਜਿਹੜਾ ਸੀ ਨਾ ਬ੍ਰਹਮ ਨੇ ਉਹ ਦਿਖਾ ਦਿੱਤਾ ਹੈ। ਮਰਤਾ ਜਾਤਾ ਨਦਰ ਨਾ ਆਇਆ। ਉਹ ਸਾਨੂੰ ਮਰਦਾ ਤੇ ਕਿਤੇ ਜਾਂਦਾ ਹੋਇਆ ਨਜ਼ਰ ਨਹੀਂ ਆਉਂਦਾ, ਉਹ ਤਾਂ ਹਰ ਵੇਲੇ ਸਮਾਇਆ ਹੋਇਆ ਦਿਸਦਾ ਹੈ। ਉਹ ਤਾਂ ਹਰ ਵੇਲੇ ਮਹਾਰਾਜ ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ। ਇਸੇ ਕਰਕੇ ਕਿਹਾ ਨਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅਖੀਰਲੀਆਂ ਪੰਕਤੀਆਂ ਫਿਰ ਪੜੋ। ਕਹੋ ਨਾਨਕ ਕਹੁ ਨਾਨਕ ਗੁਰ ਬ੍ਰਹਮ ਦਿਖਾਇਆ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਕੇਵਲ ਗੁਰੂ ਸਾਹਿਬ ਹੀ ਹਨ ਜਿਹੜੇ ਬ੍ਰਹਮ ਨੂੰ ਦਿਖਾ ਸਕਦੇ ਆ, ਬ੍ਰਹਮ ਦਾ ਦਰਸ਼ਨ ਕਰਾ ਸਕਦੇ ਆ। ਮਹਾਰਾਜ ਕਹਿੰਦੇ ਜਦੋਂ ਭਾਈ ਗੁਰੂ ਸਾਹਿਬ ਜੀ ਨੇ ਬ੍ਰਹਮ ਦਿਖਾਤਾ, ਨਿਰੰਕਾਰ ਦਾ ਦਰਸ਼ਨ ਕਰਾਤਾ, ਮਰਤਾ ਜਾਤਾ ਨਦਰ ਨਾ ਆਇਆ। ਫਿਰ ਉਹਨਾਂ ਨੂੰ ਮਰਦਾ ਤੇ ਕਿਤੇ ਜਾਂਦਾ ਹੋਇਆ ਕੋਈ ਨਜ਼ਰ ਨਹੀਂ ਆਉਂਦਾ। ਉਹ ਕਹਿੰਦੇ ਨੇ ਬਸ ਪਰਮੇਸ਼ਰ ਸਮਾ ਰਿਹਾ ਹੈ, ਨਾ ਕਛ ਆਇਬੋ ਨਾ ਕਛ ਜਾਇਬੋ RAM ਕੀ ਦੁਹਾਈ। ਉਹ ਕਹਿੰਦੇ ਪਰਮੇਸ਼ਰ ਦੀ ਖੇਲ ਵੈ, ਇਹ ਤਾਂ ਭਾਈ ਨਾ ਕੋਈ ਮਰ ਕੇ ਜਾਂਦਾ ਨਾ ਕੋਈ ਜਨਮ ਲੈ ਕੇ ਆਉਂਦਾ ਹੈ। ਸਰੀਰ ਆਉਂਦੇ ਐ ਸਰੀਰ ਚਲੇ ਜਾਂਦੇ ਐ, ਪਰ ਮਹਾਰਾਜ ਕਹਿੰਦੇ ਜਿਹੜੀ ਆਤਮਾ ਉਹ ਤਾਂ ਵਿਆਪਕ ਵੈ, ਉਹ ਜੰਮਦੀ ਨਹੀਂ ਮਰਦੀ ਨਹੀਂ। ਜਦੋਂ ਗੁਰੂ ਸਾਹਿਬ ਨੇ ਆਪਣਾ ਵਾਸਤਵ ਸਰੂਪ ਬ੍ਰਹਮ ਸਰੂਪ ਦਿਖਾ ਦਿੱਤਾ, ਫਿਰ ਮਰਤਾ ਜਾਤਾ ਨਜ਼ਰ ਨਾ ਆਇਆ। ਨਾ ਕੋਈ ਮਰਦਾ ਹੈ ਨਾ ਕੋਈ ਇੱਥੋਂ ਜਾਂਦਾ ਹੈ। ਇਹ ਸਾਧ ਸੰਗਤ ਜੀ ਫਿਰ ਨਦਰੀ ਨਹੀਂ ਆਉਂਦਾ, ਨਦਰੀ ਬ੍ਰਹਮ ਆਉਂਦਾ। ਫਿਰ ਤੇ ਵਾਹਿਗੁਰੂ ਨੇ ਕੀ ਕਿਤੇ ਜਾਣਾ ਤੇ ਕੀ ਕਿਤੇ ਆਉਣਾ, ਕੀ ਜੰਮਣਾ ਤੇ ਕੀ ਮਰਨਾ, ਉਹ ਤਾਂ ਸਦਾ ਰਹਿਣ ਵਾਲਾ ਹੈ। ਇਹ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, 2 ਸ਼ਬਦ ਸੰਪੂਰਨ ਹੋਏ ਹੈ। ਹੋਈਆਂ ਭੁੱਲਾਂ ਮਹਾਰਾਜ ਬਖਸ਼ ਲੈਣੀਆਂ ਜੀ। ਕਹੁ ਨਾਨਕ ਗੁਰ ਬ੍ਰਹਮ ਦਿਖਾਇਆ। ਮਰਤਾ ਜਾਤਾ ਨਦਰ ਨਾ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ।